ਜਿੱਦਣ ਰੌਲਾ ਰੱਪਾ ਪਿਆ ਸੀਗਾ 5 ਤਰੀਕ ਨੂੰ ਕਿ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਸੀ ਜੀ, ਉੱਥੇ ਆਹ ਹੋ ਗਿਆ ਜੀ, ਉੱਥੇ ਉਹ ਹੋ ਗਿਆ ਜੀ, ਸਾਰੇ ਪਾਸਿਓਂ ਆਪ ਜੀ ਨੇ ਰਿਪੋਰਟਾਂ ਸੁਣੀਆਂ ਹੋਣੀਆਂ। ਤੇ ਅਸੀਂ ਇਸ ਪ੍ਰੋਗਰਾਮ 'ਚ ਗੱਲ ਇਹ ਕੀਤੀ ਸੀ ਵੀ ਪਾਣੀ ਲੈਣਾ, ਕਈ ਕੁਛ ਸਾਹਮਣੇ ਆਉਣਾ ਤੇ ਉਸ ਤੋਂ ਬਾਅਦ ਇੱਕ ਦਿਨ ਦੇ ਫਾਸਲੇ ਨਾਲ ਕਈ ਕੁਛ ਫਰਕ ਪੈ ਜਾਣਾ। ਐਂਡ 3-4 ਦਿਨ ਬਾਅਦ ਤੱਕ ਆਪਾਂ ਤਸਵੀਰ ਦੇਖਾਂਗੇ ਕਿ ਕੀ ਬਣਦੀ ਹੈ। ਤੇ ਅੱਜ ਦੀ ਜੇ ਆਪਾਂ ਗੱਲ ਕਰੀਏ ਤਾਂ ਇੰਨੇ ਦਿਨਾਂ ਬਾਅਦ ਤਸਵੀਰ ਜਿਹੜੀ ਆ ਉਹ ਪਹਿਲਾਂ ਇੱਕ ਪਾਸੜ ਸੀ, ਫਿਰ ਹੌਲੀ ਹੌਲੀ ਸਾਫ਼ ਹੋਣ ਲੱਗੀ ਤੇ ਅੱਜ ਦੀ ਡੇਟ ਦੇ ਵਿੱਚ 2 ਅਲੱਗ-ਅਲੱਗ ਤਸਵੀਰਾਂ ਵੀ ਨਜ਼ਰ ਆਉਣ ਲੱਗ ਪਈਆਂ। ਹੁਣ ਕੱਲ੍ਹ ਨੂੰ ਉਹਨਾਂ 'ਚੋਂ ਕਿਹੜੀ ਤਸਵੀਰ ਜ਼ਿਆਦਾ ਉੱਭਰ ਕੇ ਸਾਹਮਣੇ ਆਉਂਦੀ ਆ ਉਹ ਆਪਾਂ ਕੱਲ੍ਹ ਗੱਲ ਕਰ ਲਵਾਂਗੇ। ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ TV, ਪ੍ਰਾਈਮ ਫੋਕਸ ਇਹ ਪ੍ਰੋਗਰਾਮ ਹੈ। ਮੈਂ ਗੁਰਪ੍ਰੀਤ ਸੰਧਾਵਾਲੀਆ, ਨਾਲ ਮੇਰੇ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਅੱਜ ਤੇ ਖੱਟੀ ਟਾਈ ਲਾਈ, ਰਮਾਲ ਖੱਟਾ ਕਿੱਧਰ ਗਿਆ ਅੱਜ? ਉਹ ਇੱਕ ਦਿਨ ਕਈ ਬੰਦੇ ਕਹਿੰਦੇ ਜ਼ਿਆਦਾ ਹੀ ਖੱਟਾ ਖੱਟਾ ਤੇ ਉਹ ਫਿਰ ਜਦੋਂ ਜ਼ਿਆਦਾ ਹੀ ਖੱਟਾ ਸੀ ਨਾ, ਮੈਂ ਵੈਸੇ ਗੱਲ ਕਰਦਾ, ਕਈ ਦਿਨ ਹੋ ਗਏ ਆਪਾਂ ਨਾ ਬੜੀਆਂ ਭਾਰੀਆਂ ਗੱਲਾਂ ਕਰਦੇ ਹਾਂ। ਜੇ ਆਪਾਂ ਰੰਗਾਂ ਦੇ ਹਿਸਾਬ ਦੇ ਨਾਲ ਗੱਲ ਕਰਨੀ ਹੋਵੇ, ਪੀਲੇ ਦਾ ਖੱਟੇ 'ਚ ਕੀ ਫਰਕ ਹੁੰਦਾ, ਆਪਾਂ ਟੱਬਰ ਦੇ ਮੈਂਬਰਾਂ ਤੋਂ ਪੁੱਛ ਲੈਣਾ। ਜਿਹੜੀ ਇਹ ਤਾਂ ਕਰਨਗੇ ਟਿੱਪਣੀਆਂ, ਕਿਉਂਕਿ ਮੈਨੂੰ ਕੋਈ ਬਹੁਤਾ ਫਰਕ ਬੋਲੀ ਦੇ ਹਿਸਾਬ ਨਾਲ ਤੇ ਲੱਗਦਾ ਨਹੀਂ। ਕਿਉਂਕਿ ਦੇਖੋ ਕਾਰਨ ਇਹ ਆ ਵੀ ਮੈਂ ਆਪਣੇ ਹਿਸਾਬ ਨਾਲ ਕਹਿੰਦਾ, ਮਾਝੇ ਵਾਲਿਆਂ ਦੇ ਵੀ ਥੋੜ੍ਹੀ ਜਿਹੀ ਗੱਲ ਕਰ ਲਈ ਵੀ ਇਹ ਖੱਟਾ ਸ਼ਬਦ ਆਇਆ ਕਿੱਥੋਂ। ਬਾਊ ਇਹਨੂੰ ਖੱਟਾ ਕਹਿੰਦੇ। ਆਹੋ, ਉਹ ਫਿਰ ਬਾਊ ਉਹ ਯਾਰ ਇੱਕ ਤੇ ਉਹ ਬੰਦੇ ਨੇ ਸਾਡਾ ਜਲੂਸ ਕਢਾਇਆ ਹੀ। ਨਹੀਂ ਉਹ ਤਾਂ ਪ੍ਰਸਿੱਧ ਹੋ ਗਿਆ, ਚਰਚਿਤ ਹੋ ਗਈ। ਉਹਦੇ ਕਹਿੰਦੇ ਪੱਗ ਦਾ ਸਟਾਈਲ ਉਹਦਾ ਫੇਮਸ ਹੋ ਗਿਆ। ਹਾਂ, ਐਨ ਪੂਰਾ। ਦੇਖੋ ਤੁਸੀਂ ਵੀ ਆਮ ਤੌਰ 'ਤੇ ਉੱਥੇ ਨਾ ਜੇ ਬੰਦਾ ਥੋੜਾ ਬਿਮਾਰ ਹੋਵੇ ਤਾਂ ਕੋਈ ਖਬਰ ਲੈਣ ਵੀ ਨਹੀਂ, ਉਹ ਸਾਰੀ ਦੁਨੀਆ ਨੇ ਸੋਸ਼ਲ ਮੀਡੀਆ 'ਤੇ ਖਬਰ ਲਈ। ਉਹਦੀ ਤੇ ਹੁਣ ਇੱਕ ਫੋਟੋ ਆਈ, ਵਾਇਰਲ ਹੋਈ, ਬੰਦੇ ਦੇ ਗਲੂਕੋਜ਼ ਲੱਗਾ ਤੇ ਮੰਜੇ ਤੇ ਬੈਠਾ ਹੀ। ਉਹ ਕਹਿੰਦੇ ਯਾਰ ਇੰਨੀ ਲੋਕਾਂ ਨੇ ਮਤਲਬ ਹਨੇਰੀ ਲਿਆਂਦੀ, ਬੰਦਾ ਢਿੱਲਾ ਹੋ ਗਿਆ। ਚਲੋ ਅੱਗੇ ਤੋਂ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਵੀ ਮਹਾਰਾਜ ਇਹ ਜਿਹੜਾ ਮੋਬਾਈਲ ਨਾਂ ਦਾ ਯੰਤਰ ਆ, ਇਹਨੇ ਕਈ ਬੰਦਿਆਂ ਨੂੰ ਕਈਆਂ ਥਾਵਾਂ ਤੋਂ ਬਾਹਰ ਕਰਾਇਆ, ਉਹ ਮਾਫੀਆਂ ਮੰਗਦੇ ਫਿਰਦੇ ਆ। ਕਈ ਬੰਦੇ ਵਿਚਾਰੇ ਕਹਿੰਦੇ ਥੋੜ੍ਹੇ ਦਿਨਾਂ ਬਾਅਦ ਹੀ ਇੱਧਰੋਂ ਉੱਧਰ ਚੱਲ ਗਏ। ਅਤੇ ਕਈ ਬੰਦਿਆਂ ਦੇ ਨਾਲ ਤਾਂ ਇਹ ਕਰਾਤਾ ਵੀ ਜਿਨ੍ਹਾਂ ਲੀਡਰਾਂ ਦਾ ਉਹ ਕੋਲੋਂ ਗੱਲ ਕਰਦੇ ਸੀ ਵੀ ਉਹਨਾਂ ਦੇ ਨਾਲ ਹੁਣ ਆਹ ਹੋ ਗਿਆ ਤੇ ਕੋਈ ਗੱਲ ਨਹੀਂ, ਤੂੰ ਉੱਥੇ ਬਹੀਂ ਬਹੂ। ਉਹ ਕਹਿੰਦੇ ਨਹੀਂ ਸਾਡੇ ਨਾਲ ਨਹੀਂ, ਇਹ ਬੰਦਾ ਸਾਡੇ ਨਾਲ ਹੈ ਨਹੀਂ। ਇਹ ਸੰਧਾਲੀਆ ਸਾਹਿਬ, ਵੈਸੇ ਨਾ ਮੈਂ ਇੱਕ ਗੱਲ ਦੇਖੀ ਆ ਵੀ ਤੁਸੀਂ ਬਹੁਤ ਕੋਸ਼ਿਸ਼ ਕਰਦੇ ਹੋ। ਮੈਂ ਵੀ ਤੁਹਾਨੂੰ ਕਹਿਣਾ ਰਹਿਣਾ ਕਿ ਹੁਣ ਤੁਸੀਂ ਛੱਡੋ ਪਰਾਂ, ਲੀਡਰੀ 'ਚ ਕੁਛ ਨਹੀਂ ਰੱਖਿਆ, ਪਰ ਤੁਹਾਡੇ ਅੰਦਰੋਂ ਉਹ ਤੱਤ ਨਹੀਂ ਜਾਂਦਾ। ਇੱਥੇ ਵੀ ਤੁਸੀਂ ਸਾਰਿਆਂ ਨੂੰ ਇਹ ਸਲਾਹ ਦਿੱਤੀ ਹੈ ਕਿ ਮੋਬਾਈਲ ਤੋਂ ਬਚ ਕੇ, ਇਹ ਨਹੀਂ ਕਿਹਾ ਕਿ ਮੰਦੇ ਚੰਗੇ ਕੰਮਾਂ ਤੋਂ ਬਚ ਕੇ। ਵੀ ਜਾਣੀ ਵੈਸੇ ਇੱਕ ਗੱਲ ਹੀ ਆ, ਉਹ ਕਹਿੰਦੇ ਨਾ ਵੀ ਪੈਸੇ ਤਾਂ ਦੇਣੇ ਆ, ਇੱਥੇ ਨਹੀਂ ਦੇਣੇ, ਬਾਹਰ ਰੇਹੜੀ ਵਾਲੇ ਨੂੰ ਫੜਾ ਜਾ। ਵੇਖੋ ਗੱਲ ਪਤਾ ਕੀ ਹੈ, ਇੱਕ ਵਾਰ ਮੈਂ ਸ਼ਰਤ ਹਾਰ ਗਿਆ, ਉਦੋਂ ਮੈਂ ਮੰਨ ਲਈ। ਅੱਛਾ, ਇਹਦਾ ਮਤਲਬ ਇਹ ਥੋੜਾ ਵੀ ਦੁਨੀਆ ਸੁਧਰ ਗਈ ਕਿਤੇ ਯਾਰ, ਕਮਾਲ ਕਰ ਦਿੰਦੇ। ਅਜੇ ਤੇ ਵੀਡੀਓ ਉਹ ਵੀ ਸਾਹਮਣੇ ਆ ਗਈਆਂ ਨੇ। ਹੁਣ ਜਿਹੜੀ ਰੈਲੀ ਉਦੋਂ ਕਹਿੰਦੇ ਖਾਲੀ ਕੁਰਸੀਆਂ ਕਰਕੇ ਰਹਿ ਗਈ, ਉਹਦੇ 'ਚ ਕੋਈ 250 ਰੇਟ ਦੱਸੀ ਜਾਂਦਾ, ਕੋਈ 500 ਦੱਸੀ ਜਾਂਦਾ। ਹੁਣ ਉਹ ਵੀ ਤੇ ਬੰਦੇ ਪੰਜਾਬ ਤੋਂ ਹੀ ਸੀਗੇ। ਨਹੀਂ, ਗੱਲ ਤਾਂ ਤੁਹਾਡੀ ਠੀਕ ਆ। ਤੁਸੀਂ ਇਹ ਨਹੀਂ ਦੇਖਦੇ, ਮੰਨ ਲਓ ਕਿ ਕੋਈ ਵੀ ਰੈਲੀ, ਆਪਾਂ ਇੱਕ ਸਿਆਸੀ ਪਾਰਟੀ ਦੀ ਰੈਲੀ ਦੀ ਗੱਲ ਹੀ ਨਹੀਂ ਕਰਦੇ। ਨਹੀਂ ਮਤਲਬ ਸਾਰਿਆਂ 'ਚ ਇੱਦਾਂ ਹੁੰਦਾ, ਤਾਂ ਹੀ ਰਿਵਾਜ ਕਰਕੇ ਅਗਲੇ ਨੇ ਖੜੇ ਆ। ਮੰਨ ਲਓ ਕਿ 2 ਲੱਖ ਕੁਰਸੀ ਲੱਗੀ ਆ, ਯਾਨੀ ਮੈਂ ਦੁੱਗਣੀਆਂ ਤਿੱਗਣੀਆਂ ਕਰਤੀਆਂ। ਪੰਜਾਬ ਦੀ ਕਿਸੇ ਵੀ ਇੱਕ ਸਿਆਸੀ ਪਾਰਟੀ ਦੇ ਕੋਲ 2 ਲੱਖ ਕੁਰਸੀਆਂ ਲੱਗੀਆਂ ਆ। ਤੁਸੀਂ ਕਹਿੰਦੇ ਹੋ ਨਾ ਕਿ ਉਹ ਬੰਦੇ ਹੈਗੇ ਜਿਹੜੇ 200, 250, 500 ਤੇ ਜਾਂਦੇ। ਮੈਂ ਇੱਦਾਂ ਨਹੀਂ ਕਹਿਣਾ। ਪੰਜਾਬ ਦੇ 3 ਕਰੋੜ ਲੋਕਾਂ ਦੇ ਵਿੱਚੋਂ 2 ਲੱਖ ਬੰਦਾ ਵੀ ਹੈ ਨਹੀਂ ਜਿਹੜਾ ਉਹਨਾਂ ਦੇ ਮਗਰ ਲੱਗਾ ਆ, ਵੀ ਜਿਹੜਾ ਉਹਨਾਂ ਦੇ ਹੋਕੇ ਤੇ ਉਹਨਾਂ ਦੀਆਂ ਭੇਜੀਆਂ ਹੋਈਆਂ ਬੱਸਾਂ ਤੇ ਜਾਂਦਾ। ਕੋਈ ਵੀ ਸਿਆਸੀ ਪਾਰਟੀ ਹੈ, ਤੇ ਜੇ 3 ਕਰੋੜ ਦੇ ਵਿੱਚੋਂ ਮੰਨ ਲਓ 1 ਕਰੋੜ ਬੱਚੇ ਨੇ, 2 ਕਰੋੜ ਲੋਕਾਂ ਦੇ ਵਿੱਚੋਂ ਜੇ 2 ਲੱਖ ਬੰਦਾ ਵੀ ਕਿਸੇ ਸਿਆਸੀ ਪਾਰਟੀ ਦੇ ਹੋਕੇ ਤੇ ਕਿਤੇ ਨਹੀਂ ਪਹੁੰਚਦਾ, ਇਹਦਾ ਮਤਲਬ ਕਿ ਪੰਜਾਬ ਦੇ 1% ਲੋਕ ਵੀ ਇਦਾਂ ਦੇ ਨਹੀਂ ਹੈਗੇ ਜਿਹੜੇ ਉਹਨਾਂ ਦੇ ਮਗਰ ਐਕਟਿਵ ਨੇ। ਯਾਨੀ ਰੇਸ਼ੋ ਜਿਹੜੀ ਆ ਨਾ, ਵਿਕਣ ਵਾਲੇ 20,000 ਹੋਣਗੇ, 25 ਹੋਣਗੇ, 40 ਹੋਣਗੇ, 50,000 ਹੋਣਗੇ, ਪਰ 3 ਕਰੋੜ ਲੋਕਾਂ ਦੇ ਵਿੱਚੋਂ ਜੇ ਤੁਸੀਂ 50,000 ਦੇਖੋ, ਉਹ ਆਟੇ 'ਚ ਲੂਣ ਵੀ ਬਹੁਤਾ ਹੁੰਦਾ ਆ, ਉਹ ਥੋੜ੍ਹੇ ਹੀ ਬਣਦੇ ਆ। ਇਸ ਕਰਕੇ ਸ਼ਰਤ ਤੁਸੀਂ ਪਹਿਲੀ ਵੀ ਹਾਰੇ ਹੋ, ਸ਼ਰਤ ਤੁਸੀਂ ਅਗਲੀ ਵੀ ਹਾਰਨੀ ਆ, ਤੇ ਉਹਦੇ ਤੋਂ ਅੱਗੇ ਤਾਂ ਫਿਰ ਤੁਸੀਂ ਸ਼ਰਤ ਲਾਉਣ ਜੋਗੇ ਰਹਿਣਾ ਹੀ ਨਹੀਂ। ਇਹ ਮੇਰਾ ਯਕੀਨੀ ਗਰੰਟੀ ਹੈ। ਚਲੋ ਇਹ ਗਰੰਟੀਆਂ ਤੁਸੀਂ ਵੀ ਹੁਣ ਕੇਜਰੀਵਾਲ ਸਾਹਿਬ ਨੂੰ ਦੇਣ ਲੱਗ ਪਓ। ਅੱਛਾ, ਇਹ ਆਪਾਂ ਇੱਥੇ ਵੀ ਰੌਲਾ ਆ। ਚੰਨੀ ਸਾਹਿਬ ਨੇ ਨਹੀਂ ਦਿੱਤੀ ਗਰੰਟੀ, ਤੁਸੀਂ ਇਕੱਲਾ ਕੇਜਰੀਵਾਲ ਦਾ ਨਾਮ ਲਿਆ। ਉਹ ਵੀ ਗਰੰਟੀ ਦੇ ਹੈਗੇ ਨਾ। ਹਾਂ, ਆਹੋ ਹੁਣ ਤਾਂ ਅਗਲੇ ਗੁੱਸਾ ਕਰ ਜਾਣਗੇ, ਬੰਦੇ ਤੁਹਾਡੇ ਆ। ਉਹਨਾਂ ਵੀ ਗਰੰਟੀ ਦਿੱਤੀ। ਦੇਖੋ ਗੱਲ ਆ ਵੀ ਆਪਾਂ ਲੋਹੜੀਆਂ ਬਾਅਦ ਅਗਲੀ ਸ਼ਰਤ ਲਾਵਾਂਗੇ, ਪਰ ਮੈਨੂੰ ਇਹ ਲੱਗਦਾ ਵੀ ਫਿਰ ਵੀ ਯਾਰ ਸਾਡੇ ਵਾਲੇ ਮਹਿਕਮੇ ਦੇ ਤੁਸੀਂ ਦਿਲ ਗੁਰਦਾ ਤੇ ਵੇਖੋ। ਹੁਣ ਤੁਸੀਂ ਇਹ ਦੇਖੋ ਵੀ ਮੋਹਰੇ ਭਾਵੇਂ 10,000 ਬੰਦਾ ਬੈਠਾ, ਭਾਵੇਂ 20 ਬੈਠਾ, ਮੇਰਾ 25, 30, 50 ਵੀ ਲਾ ਲਓ, ਉਹਦੇ 'ਚ ਇਹ ਵੀ ਗੱਲ ਕਲੀਅਰ ਹੈ ਵੀ ਬਹੁਤੇ ਇੱਦਾਂ ਹੀ ਆਏ ਹੁੰਦੇ ਵੀ। ਆਹੋ, ਹੁਣ ਬੰਦਾ ਸਟੇਜ 'ਤੇ ਖਲੋਤਾ,
ਉਹਨੂੰ ਇਹ ਵੀ ਪਤਾ ਵੀ ਜਿਹੜੇ ਸਾਹਮਣੇ ਬੈਠੇ ਇਹਨਾਂ ਦਾ ਕੋਈ ਇੰਟਰਸਟ ਨਹੀਂ ਮੇਰੇ 'ਚ, ਇਹਨਾਂ ਜੋ ਬਹੁਤਿਆਂ ਨੂੰ ਪਾਸੇ ਕਰਕੇ ਪੁੱਛ ਲਓ ਤੇ ਹੋ ਸਕਦਾ ਉਹ ਜਾਣਨ ਨਾ ਵੀ ਇਹ ਕਿਹੜਾ ਬੰਦਾ ਮਾਈਕ ਤੋਂ ਸੰਗ ਪੜੀ ਜਾਂਦਾ, ਫਿਰ ਵੀ ਇੰਨੇ ਜੋਸ਼ ਨਾਲ ਸਪੀਚ ਕਰਨੀ, ਇੱਦਾਂ ਗੱਲ ਕਰਨੀ ਵੀ ਇਹ ਤੇ ਬਸ ਮੇਰੇ ਹੀ ਆ, ਮੇਰੇ ਮਗਰ ਹੀ ਖਲੋਤੇ ਆ। ਯਾਰ ਅਗਲਿਆਂ ਦੀ ਅਦਾਕਾਰੀ ਵੀ ਤੇ ਵੇਖੋ ਨਾ। ਸੰਧਾਲੀਆ ਸਾਹਿਬ ਕੰਮ ਹੀ ਬਹੁਤ ਪੈਂਦਾ, ਮੈਨੂੰ ਪਤਾ ਹੀ ਨਹੀਂ ਸੀ, ਜੇ ਮੈਂ ਤੁਹਾਡੇ ਨਾਲ ਇਦਾਂ ਨਾ ਰਹਿੰਦਾ ਨਾ ਨਾਲ 24 ਘੰਟੇ। ਮੈਂ ਨਾ ਤੁਹਾਡੀ ਇੱਕ ਤੁਹਾਡੇ ਹਿਸਾਬ ਨਾਲ ਉਦਾਹਰਨ ਦਿਆਂ ਨਿੱਕੀ ਜੀ, ਆਜੋ, ਕਿਉਂਕਿ ਤੁਸੀਂ ਖੁਦ ਪ੍ਰੋਫੈਸਰ ਰਹੇ ਹੋ, ਨਿਆਣਿਆਂ ਨੂੰ ਪੜ੍ਹਾਇਆ, ਤੁਹਾਨੂੰ ਪਤਾ ਵੀ ਸਾਹਮਣੇ ਵਾਲੇ ਨਿਆਣਿਆਂ ਦਾ ਇੰਟਰਸਟ ਹੈ ਨਹੀਂ ਮੇਰੇ ਸੁਣਨ ਦੇ ਵਿੱਚ, ਖੇਜ ਆਉਂਦੀ ਕਿ ਨਹੀਂ ਬੰਦੇ ਨੂੰ? ਬਹੁਤ। ਬੰਦਾ ਨਾਲ ਕਹਿੰਦਾ ਦਫਾ ਕਰੋ, ਮੈਂ ਨਹੀਂ ਪੜਾਉਂਦਾ, ਜਾਓ ਪਰੇ, ਮੈਂ ਨਿਕਲਾ ਜਾ। ਤੁਸੀਂ ਪਰ ਇਹ ਦੇਖੋ ਵੀ ਘੰਟਾ 2-2 ਘੰਟੇ ਰੈਲੀ 'ਚ ਅਸੀਂ ਫਿਰ ਵੀ ਬਹਿ ਜਾਂਦੇ, ਪਤਾ ਹੁੰਦਾ ਵੀ ਅਗਲਿਆਂ ਦਾ ਇੰਟਰਸਟ ਕੋਈ ਨਹੀਂ। ਇਹਦਾ ਯਾਰ ਕੋਈ ਤਾਰੀਫ ਤੇ ਕਰੋ ਲੀਡਰ। ਨਹੀਂ, ਮੈਂ ਤਾਰੀਫ ਕਰਨ ਲੱਗਾ, ਮੈਨੂੰ ਇਹ ਤੁਹਾਡੇ ਨਾਲ ਰਹਿ ਕੇ ਪਤਾ ਲੱਗਿਆ ਕਿ ਲੀਡਰ ਤੰਗ ਕਿੰਨੇ ਆ ਤੇ ਉਹਨਾਂ ਦੇ ਉੱਤੇ ਕੰਮ ਦਾ ਬੋਝ ਕਿੰਨਾ ਆ। ਪਹਿਲਾਂ ਕੀ ਹੁੰਦਾ ਸੀ ਕਿ ਲੀਡਰ ਨੇ ਰੈਲੀ ਰੱਖ ਲੈਣੀ, ਤੇ ਲੀਡਰ ਰੈਲੀ ਨਹੀਂ ਸੀ ਰੱਖਦਾ, ਇਲਾਕੇ ਦੇ ਲੋਕ ਰੱਖਦੇ ਸੀ, ਤੇ ਲੀਡਰ ਸਾਹਿਬ ਦਾ ਕੰਮ ਹੁੰਦਾ ਸੀ ਜਾਣਾ, ਜਾ ਕੇ ਹੱਥ ਜੋੜਨੇ, ਹਾਰ ਪਵਾਉਣੇ, ਭਾਸ਼ਣ ਦੇਣਾ ਤੇ ਮੁੜੇ ਆਉਣਾ। ਮੈਨੂੰ ਤੁਹਾਡੇ ਨਾਲ ਰਹਿ ਕੇ ਪਤਾ ਲੱਗਾ ਕਿ ਲੀਡਰਾਂ ਦਾ ਤਾਂ ਕੰਮ ਬੜਾ ਵੱਧ ਗਿਆ। ਉਹਦਾ ਕਾਰਨ ਕੀ ਹੈ ਕਿ ਹੁਣ ਪਹਿਲਾਂ ਰੈਲੀ ਆਪ ਰਖਾਉਣੀ ਪੈਂਦੀ ਆ, ਉਹਦੇ ਲਈ 4 ਪੈਸੇ ਵੀ ਘੱਲਣੇ ਪੈਂਦੇ ਆ ਪਹਿਲਾਂ, ਕਿ ਭਾਈ ਟੈਂਟ ਟੁੰਟ ਵਧੀਆ ਕਰਿਓ, ਆਹ ਹੋਇਓ। ਉਹਦੇ ਤੋਂ ਬਾਅਦ ਟੈਲੀਫੋਨ ਕਰਕੇ ਪਤਾ ਕਰਨਾ ਪੈਂਦਾ ਕਿ ਕੋਈ ਆ ਵੀ ਰਿਹਾ, ਫਿਰ ਪੋਸਟਰ ਜਿਹੜੇ ਆ ਉਹ ਕਿੱਦਾਂ ਦੇ ਛਪਣ, ਮੇਰੀ ਫੋਟੋ ਵੱਡੀ ਹੋਵੇ ਕਿ ਛੋਟੀ ਹੋਵੇ, ਉਹ ਪੋਸਟਰ ਕੰਧਾਂ ਤੇ ਵੀ ਲਵਾਉਣੇ ਆ, ਸੋਸ਼ਲ ਮੀਡੀਆ ਤੇ ਵੀ ਪਵਾਉਣੇ ਆ। ਉਹਦੇ ਤੋਂ ਬਾਅਦ ਆਪਣੇ ਸਾਰੇ ਬੰਦਿਆਂ ਨੂੰ ਕਹਿਣਾ ਕਿ ਭਾਈ ਤੂੰ ਇਸ ਪਿੰਡ ਚੋਂ, ਤੂੰ ਇਸ ਪਿੰਡ ਚੋਂ, ਪੂਰੇ ਜਥੇ ਦੀ ਫੋਟੋ ਖਿਚਾ ਕੇ ਇਸ ਪੇਜ ਦੇ ਉੱਤੇ ਤੁਰੰਤ ਪਾ ਦੇਣੀ ਹੈ ਕਿ ਰੈਲੀ ਦੀਆਂ ਤਿਆਰੀਆਂ ਕਰਦੇ ਹੋਏ, ਸਵੇਰ ਨੂੰ ਅੱਜ ਰੈਲੀ ਦੇ ਉੱਤੇ ਕਾਫਲਾ ਲੈ ਕੇ ਤੁਰਦੇ ਹੋਏ, ਤੇ ਬੰਦੇ ਦਿਸਣ ਨਾ ਦਿਸਣ ਜਿਹੜੇ ਉਹਨਾਂ ਨੇ ਮੇਰੇ ਬੋਰਡ ਫੜੇ ਹੋਣੇ ਨਾ ਫੋਟੋਆਂ ਵਾਲੇ, ਕਿ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਉਹ ਉੱਪਰ ਤੱਕ ਦਿਸਣੇ ਚਾਹੀਦੇ ਆ। ਉਹਦੇ ਤੋਂ ਬਾਅਦ ਫਿਰ ਉਹਨਾਂ ਨੇ ਕਿਹੜਾ ਰੋਟੀ ਘਰੋਂ ਲੈ ਕੇ ਆਉਣੀ ਆ, ਫਿਰ ਲੀਡਰਾਂ ਨੂੰ ਪ੍ਰਬੰਧ ਕਰਨਾ ਪੈਂਦਾ ਕਿ ਰਸਤੇ 'ਚ ਇੱਥੋਂ ਤੁਸੀਂ ਪੈਕ ਕੀਤਾ ਹੋਇਆ ਭੋਜਨ ਲੈਣਾ, ਜਾਨੀ ਰਾਹ 'ਚ ਇਹ ਨਾ ਹੋਵੇ ਕਿ ਰੋਟੀ ਖਾਂਦੇ ਉੱਥੇ ਹੀ ਰਹਿ ਜਾਓ, ਤੁਹਾਨੂੰ ਬੱਸਾਂ 'ਚ ਹੀ ਸਪਲਾਈ ਕਰ ਦੇਣਾ ਹੈ। ਉਹਦੇ ਤੋਂ ਬਾਅਦ ਦੇਖੋ ਆਮ ਤੌਰ ਤੇ ਹੁੰਦਾ ਸੀ ਕਿ ਉਹਨਾਂ ਨੇ ਕਹਿਣਾ ਜੀ ਹੁਣ ਇਲਾਕੇ ਦਾ ਮਾਣ, ਇਲਾਕੇ ਦੀ ਸ਼ਾਨ, ਨੌਜਵਾਨਾਂ ਦਿਲਾਂ ਦੀ ਧੜਕਣ, ਜਿਹੜੇ ਤੁਹਾਡੇ ਹਰਮਨ ਪਿਆਰੇ ਨੇਤਾ, ਉਹ ਆਣ ਕੇ ਸੰਬੋਧਨ ਕਰਨਗੇ। ਉਹ ਆਣ ਕੇ ਬੰਦਾ ਅੱਗੇ ਸੰਬੋਧਨ ਕਰਨ ਲੱਗ ਪੈਂਦਾ। ਹੁਣ ਤੁਹਾਡਾ ਕੰਮ ਵੱਧ ਗਿਆ, ਜਦੋਂ ਤੁਸੀਂ ਕਹਿਣਾ ਕਿ ਭਾਈ ਇਹਦੇ ਤੋਂ ਪਹਿਲਾਂ ਕਿ ਲੋਕ ਨਾ ਉੱਠ ਕੇ ਚਲੇ ਜਾਣਾ, ਇਹਨੂੰ ਗਰਮ ਕਰ ਦਿਓ ਪਹਿਲਾਂ ਸਟੇਜ। ਉਹਦੇ ਤੋਂ ਬਾਅਦ ਫਿਰ ਜਦੋਂ ਤੁਸੀਂ ਆਉਣਾ ਹੈ, ਤੁਸੀਂ ਇਹ ਨਹੀਂ ਦੇਖਣਾ ਕਿ ਮੋਰੇ ਉਹ ਬੈਠੇ ਬੰਦੇ ਆਏ ਆ ਕਿ ਲਿਆਂਦੇ ਆ, ਜਿੱਦਾਂ ਦੇ ਤੁਸੀਂ ਕਹਿੰਦੇ ਹੋ। ਉਹਨੂੰ ਇਸ ਗੱਲ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਮੋਰੇ ਬੈਠਾ ਕੋਈ ਬੰਦਾ ਗੱਲ ਸੁਣਦਾ ਕਿ ਨਹੀਂ ਸੁਣਦਾ। ਉਹਦੀ ਅੱਖ ਇੱਕ ਟੇਢੇ ਪਾਸੇ, ਜਿਹੜਾ ਬੰਦਾ ਇੱਕ ਮੋਬਾਈਲ ਦੇ ਉੱਤੇ ਸੋਸ਼ਲ ਮੀਡੀਆ ਤੇ ਲਾਈਵ ਕਰਨ ਨੂੰ ਉਹਨੇ ਪਹਿਲਾਂ ਕਿਰਾਏ ਤੇ ਰੱਖਿਆ ਹੀ, ਉਹਦੇ ਵੱਲ ਹੁੰਦੀ ਆ। ਉਹ ਲੋਕਾਂ ਵੱਲ ਦੇਖ ਕੇ ਨਹੀਂ ਬੋਲਦਾ। ਜਦੋਂ ਸੋਸ਼ਲ ਮੀਡੀਆ ਵਾਲੇ ਕਹਿੰਦੇ ਨੇ ਚੱਕਦੇ ਹੋ ਗਿਆ ਲਾਈਵ, ਨਾਲ ਹੀ ਫਿਰ ਲੀਡਰ ਸਾਹਿਬ ਚੱਕ ਦਿੰਦੇ। ਇਸ ਗੱਲ ਦੀ ਤਾਂ ਫਿਕਰ ਹੀ ਨਹੀਂ ਹੁੰਦੀ ਕਿ ਮੋਰਲਾ 25,000 ਬੰਦਾ ਸੁਣਦਾ ਕਿ ਨਹੀਂ ਸੁਣਦਾ। ਫਿਕਰ ਇਸ ਗੱਲ ਦੀ ਹੁੰਦੀ ਹੈ ਕਿ ਜਿਹੜਾ ਲਾਈਵ ਸਾਰੀ ਦੁਨੀਆ ਦੇਖਦੀ ਹੈ ਉਹ ਸੁਣਦੀ ਕਿ ਨਹੀਂ ਸੁਣਦੀ। ਨਹੀਂ, ਉਹ ਵੀ ਹੈ, ਪਰ ਦੇਖੋ ਬਾਠ ਸਾਹਿਬ ਅਜੇ ਵੀ ਕਈ ਗੱਲਾਂ ਤੁਸੀਂ ਸਾਡੀਆਂ ਰਮਜਾਂ ਨਹੀਂ ਸਮਝੇ। ਬਹੁਤ ਹੀ ਇੰਪੋਰਟੈਂਟ ਸਾਡੇ ਨਾਲ ਬੰਦੇ ਹੁੰਦੇ ਆ, ਚਲੋ ਅੱਜ ਖੁਲਾਸਾ ਕਰ ਦਿੰਦੇ ਆ। ਠੀਕ ਹੈ। ਉਹਨਾਂ ਤੋਂ ਬਿਨਾਂ ਰੈਲੀ ਨਹੀਂ ਹੋ ਸਕਦੀ। ਉਹ ਬੰਦੇ ਕੁਛ ਸਾਹਮਣੇ ਬੈਠੇ ਹੁੰਦੇ ਆ, 1-2 ਬੰਦੇ ਸਟੇਜ ਤੇ ਹੁੰਦੇ ਆ। ਇਹ ਉਸੇ ਤਰ੍ਹਾਂ ਹੀ ਹੁੰਦਾ, ਥੋੜ੍ਹਾ ਜਿਹਾ ਮੈਂ ਸਾਦੇ ਤਰੀਕੇ ਨਾਲ ਸਮਝਾਉਂਦਾ, ਜਿੱਦਾਂ ਗਾਉਣ ਵਾਲਿਆਂ ਨੇ ਕੋਰਸ ਵਾਲੇ ਬੰਦੇ ਨਾਲ ਰੱਖੇ ਹੁੰਦੇ ਨਾ, ਮਗਰ ਕਹਿੰਦਾ ਹੋਏ 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 ਹੜੇਪਾ, ਉਹ ਜਿਹੜਾ ਹੋਏ 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 ਹੜੇਪਾ ਵਾਲੇ ਨਾ ਉਹ ਹੁੰਦੇ ਆ। ਜਦੋਂ ਲੀਡਰ ਨੇ ਮੰਨ ਲਓ ਵੀ 2 ਕਲੈਣਾ ਬੋਲਦੇ ਨਾਲੇ ਯਾਰ ਜਿੰਦਾਬਾਦ, ਉਹ ਜ਼ਰੂਰੀ ਹੁੰਦਾ। ਤੁਸੀਂ ਦੇਖੋ ਉਹਦੇ ਨਾਲ ਕੀ ਹੁੰਦਾ ਵੀ ਜੇ ਮੰਨ ਲਓ ਕਿਸੇ ਵੇਲੇ ਬੰਦਾ ਇਤਰਾਜ਼ ਕਰਦਾ ਨਾ ਵੀ ਯਾਰ ਲੀਡਰ ਉੱਦਾਂ ਨਹੀਂ ਬੋਲਿਆ ਜਿੱਦਾਂ ਉਹ ਮਤਲਬ ਜਿੰਦਾਬਾਦ ਵਾਲੇ ਕਰਦੇ, ਇੱਕ ਉਹਦੇ 2-3 ਫਾਇਦੇ ਆ। ਇੱਕ ਤੇ ਲੀਡਰ ਨੂੰ ਸਾਹ ਆ ਜਾਂਦਾ, ਇੱਕ ਜੋ ਕੋਈ ਸਟੇਜ ਤੇ ਜਾਂ ਸਾਹਮਣੇ ਬੰਦਾ ਕੋਈ ਸੁੱਤਾ, ਉਹਨੂੰ ਥੋੜ੍ਹੀ ਜਾਗ ਆਉਂਦੀ, ਉਹ ਤੇਰਾ ਭਲਾ ਅੱਛਾ ਹੋਇਆ ਹੀ ਕੁਛ ਜਾਪਦਾ ਹੈ, ਅੱਛਾ ਕੁਛ ਕਹਿਣ ਲੱਗਾ ਬੰਦਾ। ਸੋ ਉਹ ਬੜੇ ਇੰਪੋਰਟੈਂਟ ਹੈ। ਮੈਂ ਤਾਂ ਕਿਹਾ ਵੀ ਉਹਨਾਂ ਦਾ ਵੀ ਯੋਗਦਾਨ ਹੈ ਯਾਰ, ਉਹਨਾਂ ਦਾ ਨਾਂ ਲਿਆ ਕਰੋ ਵਿੱਚ। ਨਹੀਂ ਮੈਂ ਐਵੇਂ ਤੁਸੀਂ ਇਹ ਮੈਂ ਦੇਖੋ ਜੀ, ਮੈਂ ਹੁਣ ਇਹ ਰਾਜ਼ ਨਹੀਂ ਮੈਂ ਖੋਲਣੇ, ਇਹ ਖਿਲਾਏ ਬੰਦੇ ਨੇ ਮੇਰੇ ਕੋਲ ਜਾਣ ਕੇ ਮੈਨੂੰ ਐਕਸਾਈਟ ਇੰਨਾ ਕਰ ਦਿੱਤਾ ਕਿ ਮੈਂ ਕਹਿਣਾ ਪਿਆ ਮੈਨੂੰ ਵੀ ਤੂੰ ਦੱਸ। ਚਲੋ ਸੰਧਾਲੀਆ ਸਾਹਿਬ, ਅਸੀਂ ਸਾਰੇ ਲੀਡਰਾਂ ਦਾ ਧੰਨਵਾਦ ਕਰਦੇ ਹੋਏ ਕਿ ਜਿਨ੍ਹਾਂ ਨੇ ਇੰਨੀਆਂ ਮਿਹਨਤਾਂ ਕਰਕੇ ਪੰਜਾਬ ਨੂੰ ਇੱਥੇ ਲਿਆਂਦਾ, ਪੰਜਾਬ ਦਾ ਪਾਣੀ ਥੱਲੇ ਲੈ ਕੇ ਗਿਆ, ਕਿੰਨੇ ਔਖੇ ਹੋ ਕੇ ਥੱਲੇ ਨੂੰ ਖਿੱਚਿਆ ਹੋਏਗਾ, ਜਿਨ੍ਹਾਂ ਨੇ ਪੰਜਾਬ ਦੀ ਧਰਤੀ ਜ਼ਹਿਰੀਲੀ ਕੀਤੀ, ਜਿਨ੍ਹਾਂ ਨੇ ਪੰਜਾਬ ਨੂੰ ਧਰਮ ਜਾਤਾਂ ਦੇ ਵਿੱਚ ਵੰਡਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ, ਜਿਨ੍ਹਾਂ ਨੇ ਵਾਅਦੇ ਜਿਹੜੇ ਝੂਠ ਦੇ ਅੰਬਾਰ ਜਿਹੜੇ ਲਾਏ ਤੇ ਇਹਦੇ ਬਾਵਜੂਦ ਵੀ ਹਿੰਮਤ ਹੌਸਲਾ ਕੀਤਾ ਕਿ ਲੋਕਾਂ ਦੇ ਸਾਹਮਣੇ ਆ ਕੇ ਫਿਰ ਝੂਠੇ ਵਾਅਦੇ ਕਰਨੇ ਆ। ਬੜਾ ਹੌਸਲਾ ਹੈ ਸਾਡੇ ਲੀਡਰਾਂ ਦਾ, ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ, ਜਿਨ੍ਹਾਂ ਨੇ ਪੰਜਾਬ ਦੇ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਹੋਣ ਦੇ ਬਾਵਜੂਦ ਵੀ ਮੁਫਤ ਦੇ ਵਾਅਦੇ ਲਾਰੇ ਲਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ, ਤੇ ਪੰਜਾਬ ਦੇ ਪੱਲੇ ਕੱਖ ਨਹੀਂ, ਇਹਦੇ ਬਾਵਜੂਦ ਵੀ ਲੱਖਾਂ ਕਰੋੜਾਂ ਰੁਪਈਆ ਇਲੈਕਸ਼ਨ ਤੇ ਲਾਉਣ ਨੂੰ ਬਿਲਕੁਲ ਤਿਆਰ ਨੇ। ਇੰਨੀ ਹਿੰਮਤ, ਇੰਨਾ ਹੌਸਲਾ, ਇੰਨਾ ਜਜ਼ਬਾ, ਇੰਨਾ ਸਿਰੜ ਹੁੰਦਾ ਨਹੀਂ ਆਮ ਬੰਦੇ 'ਚ।
ਇਸੇ ਲਈ ਤਾਂ ਕਹੀਦਾ ਵੀ ਸਿਆਸਤ ਔਖੀ ਹੈ ਯਾਰ, ਹਰੇਕ ਦੇ ਵੱਸ ਦੀ ਗੱਲ ਨਹੀਂ ਹੈਗੀ ਬਾਟ ਸਾਹਿਬ। ਇਸ ਕਰਕੇ ਆਪਾਂ ਹੁਣ ਇਹ ਸਾਰੇ ਰੰਗਾ ਰੰਗ ਪ੍ਰੋਗਰਾਮ 'ਚੋਂ ਅਸਲੀਅਤ ਵਾਲੇ ਪਾਸੇ ਮੁੜੀ ਆ ਜਾਓ। ਅਸਲੀਅਤ ਇਹ ਆ ਵੀ ਜਿਹੜੀ ਰੈਲੀ ਹੋਈ ਤੇ ਉਸ ਰੈਲੀ ਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ, ਉਹਨੂੰ ਲੈ ਕੇ ਪਹਿਲੇ ਦਿਨ ਕੁਝ ਹੋਰ ਤਸਵੀਰ ਸੀ ਤੇ ਦੂਜੇ ਦਿਨ ਹੌਲੀ ਹੌਲੀ ਪਾਣੀ ਲੈਂਦਾ ਹੁਣ ਤਸਵੀਰਾਂ ਦੋ ਬਰਾਬਰ ਬਣ ਗਈਆਂ। ਇੱਕ ਤਸਵੀਰ ਤੇ ਜਿਹੜੀ ਬੀਜੇਪੀ ਵੱਲੋਂ ਕਹੀ ਜਾ ਰਹੀ ਆ, ਜਾਂ ਪ੍ਰਧਾਨ ਮੰਤਰੀ ਸਾਹਿਬ ਦੇ ਦਫ਼ਤਰ ਵੱਲੋਂ, ਜਾਂ ਉਹਨਾਂ ਦੀ ਪਾਰਟੀ ਵੱਲੋਂ, ਜਾਂ ਉਹਨਾਂ ਦੇ ਲੀਡਰ ਸਾਹਿਬਾਨਾਂ ਵੱਲੋਂ, ਸਣੇ ਪੰਜਾਬ ਤੇ ਸਣੇ ਪੰਜਾਬ ਤੋਂ ਬਾਹਰ ਜਿੱਥੇ ਜਿੱਥੇ ਵੀ ਉਹਨਾਂ ਦੇ ਚੋਣ ਜਲਸੇ ਹੁੰਦੇ ਨੇ ਉੱਥੇ ਕਹੀ ਜਾ ਰਹੀ ਆ, ਜਾਂ ਆਪਾਂ ਪੰਜਾਬ 'ਚ ਵੀ ਵੇਖਿਆ ਵੀ ਹੁਣ ਤਾਂ ਬੀਜੇਪੀ ਦੇ ਲੀਡਰ ਸਾਹਿਬਾਨਾਂ ਨੇ ਸੁਖਨਾ ਥਾਂ ਦੇ ਉੱਪਰ ਪ੍ਰਦਰਸ਼ਨ ਵੀ ਸ਼ੁਰੂ ਕਰ ਦਿੱਤੇ। ਚੰਨੀ ਸਾਹਿਬ ਨੂੰ ਵੀ ਰੋਕਿਆ ਸੀ, ਆਪਾਂ ਉਹ ਗੱਲ ਕਰਦੇ ਹਾਂ। ਇੱਕ ਤਾਂ ਉਹ ਤਸਵੀਰ ਹੋ ਗਈ ਵੀ ਮਹਾਰਾਜ ਤੁਸੀਂ ਆਹ ਕੁਛ ਕੀਤਾ ਤੇ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ, ਤੇ ਦੂਜੀ ਤਸਵੀਰ ਜਿਹੜੀ ਆ ਉਹ ਉਹਨਾਂ ਦੇ ਵਿਰੋਧੀਆਂ ਦੀ, ਖਾਸ ਕਰਕੇ ਉਹਦੇ 'ਚ ਕਾਂਗਰਸ ਪਾਰਟੀ ਵਾਲੇ ਲੱਗੇ ਆ, ਉਹਨਾਂ ਨੇ ਉਹ ਤਸਵੀਰਾਂ ਵਾਲਾ ਕੰਮ ਸ਼ੁਰੂ ਕਰ ਲਿਆ ਵੀ ਜਾਂ ਜਿੰਨਾ ਕੁਛ ਆਪਾਂ ਗਣਾਇਆ ਵੀ ਇਸ ਤਰ੍ਹਾਂ ਦੇ ਬੰਦੇ ਹੁੰਦੇ, ਇਸ ਤਰ੍ਹਾਂ ਦੇ ਹੁੰਦੇ, ਇਸ ਤਰ੍ਹਾਂ ਦੇ ਹੁੰਦੇ, ਇਸ ਤਰ੍ਹਾਂ ਦੇ ਹੁੰਦੇ ਆ, ਉਹਨਾਂ ਦੀ ਘਾਟ ਕਰਕੇ ਕਹਿੰਦੇ ਵੀ ਰੈਲੀ ਨਹੀਂ ਹੋਈ, ਦੈਟਸ ਵਾਈ ਇਹ ਸਾਰੀ ਕਹਾਣੀ ਬਣਾਈ ਗਈ। ਹੁਣ ਤਸਵੀਰਾਂ ਇਹ ਬਰਾਬਰ ਆ ਗਈ ਜੀ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਬਹੁਤ ਕਲੀਅਰ ਆ, ਤਿੰਨ ਵੱਖੋ ਵੱਖਰੇ ਮਸਲੇ ਆ ਜਿਨ੍ਹਾਂ ਨੂੰ ਰਲਗੱਡ ਕੀਤਾ ਜਾ ਰਿਹਾ ਆਪੋ ਆਪਣੇ ਸਿਆਸੀ ਲਾਹੇ ਦੇ ਲਈ। ਰੈਲੀ ਇੱਕ ਵੱਖਰਾ ਮਸਲਾ ਸੀ ਤੇ ਰੈਲੀ ਬਿਲਕੁਲ ਰੱਦ ਨਹੀਂ ਹੋਈ। ਬਹੁਤ ਸਾਰੇ ਲੋਕ ਤੇ ਸਾਡੇ ਭਾਈਚਾਰੇ ਵਾਲੇ ਤੇ ਅਸੀਂ ਵੀ ਕਹਿ ਦਿੰਨੇ ਆ ਕਈ ਵਾਰੀ ਕਿ ਰੈਲੀ ਰੱਦ ਹੋ ਗਈ। ਰੈਲੀ ਤਾਂ ਮੁਕੰਮਲ ਹੋਈ ਆ, ਰੈਲੀ ਨਹੀਂ ਰੱਦ ਹੋਈ। ਰੈਲੀ ਹੋਈ ਹੈ, ਉੱਥੇ ਕੈਪਟਨ ਸਾਹਿਬ ਨੇ ਸੰਬੋਧਨ ਕੀਤਾ, ਉੱਥੇ ਬਹੁਤ ਸਾਰੇ ਲੀਡਰਾਂ ਨੇ ਸੰਬੋਧਨ ਕੀਤਾ ਤੇ ਲੀਡਰ ਉੱਥੇ ਗਏ ਆ। ਜੇ ਕਿਸੇ ਬੰਦੇ ਨੂੰ ਇਹ ਲੱਗਦਾ ਕਿ ਰੈਲੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਹ ਕਹਿਤਾ ਗਿਆ ਸੀ ਕਿ ਰੈਲੀ ਨਹੀਂ ਹੋਏਗੀ, ਟੈਂਟ ਚੁੱਕ ਲਓ, ਨਾ, ਹਾਂ ਹੋਈ, ਰੈਲੀ ਦੀ ਉਨੀ ਚਰਚਾ ਨਹੀਂ ਹੋਈ, ਇਹ ਵੱਖਰੀ ਗੱਲ ਹੈ। ਦੂਸਰੇ ਨੰਬਰ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਆਉਣਾ ਤੇ ਉਹਨਾਂ ਦਾ ਰਾਹ ਚੋਂ ਮੁੜਨਾ, ਇਹ ਇੱਕ ਵੱਖਰਾ ਮਸਲਾ ਹੈ। ਤੀਸਰੇ ਨੰਬਰ ਦੇ ਉੱਤੇ ਜਿਹੜੀਆਂ ਪੰਜਾਬ ਨੂੰ ਸਹੂਲਤਾਂ ਪੈਕੇਜ ਮਿਲਣੇ ਸੀ ਉਹ ਹੁਣ ਮਿਲਣੇ ਆ ਕਿ ਨਹੀਂ ਮਿਲਣੇ, ਕਿਉਂ ਨਹੀਂ ਮਿਲਣੇ, ਕਸੂਰਵਾਰ ਕੌਣ, ਉਹ ਇੱਕ ਵੱਖਰਾ ਮਸਲਾ। ਤੇ ਚੌਥਾ, ਪ੍ਰਧਾਨ ਮੰਤਰੀ ਸਾਹਿਬ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਦਾ। ਪਹਿਲੀ ਗੱਲ ਇਹ ਹੈ ਕਿ ਜਦੋਂ ਕਿਸਾਨ ਦੇਸ਼ ਨੂੰ ਜਾਮ ਕਰਦੇ ਆ ਤੇ ਉਹ ਆਪਾਂ ਪਿਛਲੇ ਸਾਲਾਂ 'ਚ ਦੇਖੇ ਆ, ਉਹ ਸਮੇਂ ਤੋਂ ਪਹਿਲਾਂ ਐਲਾਨ ਕਰਦੇ ਆ, ਚੋਰੀ ਕੁਛ ਨਹੀਂ ਕਹਿੰਦੇ, ਪ੍ਰਤੱਖ ਦੱਸਦੇ ਆ ਕਿ ਇੱਥੇ ਬੈਠਾਂਗੇ, ਲੋਕਾਂ ਨੂੰ ਸੱਦਾ ਦਿੰਦੇ ਆ। ਐਤਕੀ ਕਿਸਾਨਾਂ ਨੇ ਬਿਲਕੁਲ ਵੀ ਵਿਰੋਧ ਦਾ ਐਲਾਨ ਨਹੀਂ ਸੀ ਕੀਤਾ ਕਿ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਰੋਕਣਾ, ਵੈਸੇ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਉਸ ਰਾਹ ਤੋਂ ਲੰਘਣਾ ਹੀ ਨਹੀਂ ਸੀ। ਕੁਤਾਹੀ ਕਮਿਊਨੀਕੇਸ਼ਨ 'ਚ ਹੋਈ ਹੈ। ਕੁਤਾਹੀ ਜਾਂ ਤਾਂ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੀਆਂ ਤੇ ਜਾਂ ਪੰਜਾਬ ਸਰਕਾਰ ਦੀ ਪੁਲਿਸ ਦੀ ਹੈ, ਉਹਦੇ ਵਿੱਚ ਕਿਸੇ ਹੋਰ ਬੰਦੇ ਦਾ ਤਾਂ ਦੋਸ਼ ਹੀ ਨਹੀਂ। ਜਾਂ ਕਹੋ ਕਿ 5 ਤਰੀਕ ਨੂੰ ਕੋਈ ਬੰਦਾ ਕਿਸੇ ਦੇ ਗਲ ਪਿਆ, ਯਾਨੀ ਕੋਈ ਬੰਦਾ ਜੇ ਕਿਸੇ ਦੇ ਗਲ ਪਿਆ ਫਿਰ ਤਾਂ ਵੱਖਰੀ ਗੱਲ ਹੈ, ਗਲ ਤਾਂ ਪਿਆ ਹੀ ਨਹੀਂ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਰਲਗੱਡ ਕਰਕੇ ਦੇਖਿਆ ਜਾ ਰਿਹਾ ਤੇ ਆਪੋ ਆਪਣੇ ਹਿਸਾਬ ਦੇ ਨਾਲ ਆਪਾਂ ਬੀਤੇ 2 ਦਿਨਾਂ ਦੇ ਵਿੱਚ ਬਹੁਤੀ ਚਰਚਾ ਕਰ ਚੁੱਕੇ ਹਾਂ। ਭਾਜਪਾ ਵਾਲਿਆਂ ਨੇ ਕਿਹਾ ਜੀ ਅਸੀਂ ਸਾਰੇ ਪੰਜਾਬ ਦੇ ਵਿੱਚ ਚੰਨੀ ਸਰਕਾਰ ਦੀ ਵਿਰੋਧਤਾ ਕਰਨੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਉਹਨਾਂ ਨੇ ਚੰਗੀ ਤਰ੍ਹਾਂ ਸੁਰੱਖਿਆ ਨਹੀਂ ਕੀਤੀ। ਅਗਲਿਆਂ ਦਾ ਹੱਕ ਬਣਦਾ ਹੈ, ਅਗਲੇ ਕਰਨ। ਉਹਨਾਂ ਨੇ ਸਾਰੇ ਪੰਜਾਬ 'ਚੋਂ ਧਰਨਾ ਪ੍ਰਦਰਸ਼ਨ ਕੀਤਾ, ਕਿਸੇ ਨੇ ਰੋਕੇ ਤਾਂ ਨਹੀਂ, ਮੈਨੂੰ ਲੱਗਦਾ, ਮੈਨੂੰ ਨਹੀਂ ਲੱਗਦਾ ਸਾਰੇ ਪੰਜਾਬ ਦੇ ਵਿੱਚੋਂ ਕਿਸੇ ਥਾਂ ਤੋਂ ਖਬਰ ਆਈ ਹੋਵੇ ਕਿ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਵੱਖ-ਵੱਖ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਕੱਠੇ ਹੋਣਾ ਸੀ ਤੇ ਕਿਸੇ ਨੇ ਰੋਕਿਆ ਕਿ ਇਕੱਠੇ ਨਾ ਹੋਵੋ। ਇਹਦਾ ਮਤਲਬ ਹੈ ਜੇ ਹੁਣ ਨਹੀਂ ਰੋਕੇ ਤਾਂ ਪਹਿਲਾਂ ਕਿੰਨਾ ਕੁ ਵਿਰੋਧ ਹੋਇਆ ਹੋਊਗਾ। ਦੂਸਰੀ ਗੱਲ, ਕਾਂਗਰਸ ਪਾਰਟੀ ਵਾਲੇ ਕੀ ਕਹਿੰਦੇ ਆ, ਪਰ ਇਸ ਸਾਰੇ ਮਸਲੇ ਦੇ ਵਿੱਚੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਸਬੰਧਾਂ ਦੀ ਕੜਵੜਾਹਟ ਜਿਹੜੀ ਹੈ ਉਹ ਹੁਣ ਸਾਹਮਣੇ ਆ ਰਹੀ ਹੈ ਤੇ ਪੰਜਾਬ ਨੂੰ ਸੈਂਟਰ ਦੇ ਵਿੱਚ ਨਹੀਂ ਰੱਖਿਆ ਜਾ ਰਿਹਾ। ਤੇ ਮੈਂ ਸੰਧਾਲੀਆ ਸਾਹਿਬ ਇਧਰਲੇ ਪਾਸੇ ਆਉਣ ਤੋਂ ਪਹਿਲਾਂ ਇੱਕ ਜ਼ਿਕਰ ਤੁਹਾਡੇ ਨਾਲ ਕਰਦਾ, ਸਹਿਮਤੀ ਹੋ ਸਕਦੀ ਹੈ। ਸਾਰੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ, ਇੱਥੋਂ ਤੱਕ ਕਿ ਮਿਨਿਸਟਰਾਂ ਨੇ, ਮੁੱਖ ਮੰਤਰੀਆਂ ਨੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਬਹੁਤ ਚੰਗੀ ਗੱਲ ਹੈ। ਸਾਡੇ ਦੇਸ਼ ਦਾ ਹਰ ਇੱਕ ਵਸਿੰਦਾ, ਹਰ ਇੱਕ ਨਾਗਰਿਕ ਉਹ ਸਿਹਤਮੰਦ ਲੰਬੀ ਉਮਰ ਭੋਗਣ ਵਾਲਾ ਚਾਹੀਦਾ ਤੇ ਉਹ ਤਾਂ ਸਗੋਂ ਸੁੱਖ ਨਾਲ ਲੋਕਾਂ ਦੇ ਚੁਣੇ ਹੋਏ ਪ੍ਰਧਾਨ ਮੰਤਰੀ ਨੇ, ਉਹ ਵੀ ਦੂਸਰੀ ਵਾਰੀ ਉਹਨਾਂ ਦੀ ਉਮਰ ਲੰਬੀ ਹੋਵੇ, ਸਿਹਤਯਾਬ ਰਹਿਣ। ਮੈਨੂੰ ਲੱਗਦਾ ਸੀ ਕਿ ਜਦੋਂ ਦੇਸ਼ ਦੀ ਸੱਤਾਧਾਰੀ ਧਿਰ ਦੇ ਨੁਮਾਇੰਦੇ ਨੇ ਜਿਹੜੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਆ, ਕਰਨੀ ਚਾਹੀਦੀ ਸੀ। ਤੇ ਨਾਲ ਜੇ ਇੱਕ ਪ੍ਰੋਗਰਾਮ ਹੋਰ ਹੁੰਦਾ ਕਿ ਭਾਈ ਦੇਸ਼ ਦੇ ਵਿੱਚ ਕੋਵਿਡ ਦੀ ਤੀਸਰੀ ਲਹਿਰ ਪੈਰ ਪਸਾਰ ਰਹੀ ਹੈ, 1,40,000 ਕੇਸ ਆਏ ਨੇ, ਮੁੰਬਈ ਦੇ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਵਾਰ ਫਿਰ ਹਜ਼ਾਰਾਂ ਲੋਕ ਇਕੱਠੇ ਹੋਏ ਆ ਕਿਉਂਕਿ ਉਹਨਾਂ ਨੂੰ ਡਰ ਕਿ ਲੋਕਡਾਊਨ ਨਾ ਲੱਗ ਜਾਵੇ। ਉਹਨਾਂ ਨੂੰ ਰੇਲਵੇ ਸਟੇਸ਼ਨ ਦੇ ਅੰਦਰ ਰਾਤ ਨੂੰ ਨਹੀਂ ਵੜਨ ਦਿੱਤਾ ਗਿਆ। ਸਵੇਰੇ ਟ੍ਰੇਨ ਸੀ, ਉਹ ਰੇਲਵੇ ਸਟੇਸ਼ਨ ਦੇ ਬਾਹਰ ਸੁੱਤੇ ਨਿੱਕੇ ਨਿਆਣਿਆਂ ਬਜ਼ੁਰਗਾਂ ਨੂੰ ਨਾਲ ਲੈ ਕੇ ਸਿਰ ਦੇ ਉੱਤੇ ਪੋਟਲੀਆਂ ਕੱਪੜਿਆਂ ਦੀਆਂ, ਭਾਂਡੇ ਟੀਂਡਿਆਂ ਦੀਆਂ
ਰਾਤ ਨੂੰ ਉਹਨਾਂ ਦੇ ਉੱਤੇ ਲਾਠੀ ਚਾਰਜ ਵੀ ਉੱਥੇ ਹੋਇਆ ਕਿ ਭਾਈ ਤੁਸੀਂ ਜਾਓ ਘਰਾਂ ਨੂੰ, ਸਵੇਰੇ ਆਇਓ। ਸਵੇਰੇ 4 ਵਜੇ ਜਦੋਂ ਦਰਵਾਜ਼ੇ ਖੁੱਲੇ ਤਾਂ ਅੰਦਰ ਭਗਦੜ ਮਚੀ ਹੈ। ਅਜੇ ਵੀ ਹਜ਼ਾਰਾਂ ਲੋਕ ਉੱਥੇ ਇਕੱਠੇ ਨੇ ਕਿ ਭਾਈ ਅਸੀਂ ਇੱਥੇ ਫਸ ਨਾ ਜਾਈਏ। ਚੰਗਾ ਹੁੰਦਾ ਜੇ ਨਾਲ ਦੀ ਨਾਲ ਅਰਦਾਸ ਇਸ ਗੱਲ ਦੀ ਵੀ ਕੀਤੀ ਜਾਂਦੀ ਕਿ ਭਾਈ ਭਾਰਤ ਦੇ ਸਾਰੇ ਨਾਗਰਿਕ ਕੋਵਿਡ ਦੀ ਤੀਸਰੀ ਲਹਿਰ ਤੋਂ ਬਚੇ ਰਹਿਣ। ਇਸ ਗੱਲ ਦੀ ਵੀ ਅਰਦਾਸ ਕੀਤੀ ਜਾਂਦੀ ਕਿ ਭਾਈ ਸਾਰੀ ਦੁਨੀਆ ਦੇ ਵਿੱਚ ਬਚਾਅ ਹੋਵੇ। ਇਸ ਗੱਲ ਦੀ ਵੀ ਅਰਦਾਸ ਕੀਤੀ ਜਾਂਦੀ ਕਿ ਐਤਕੀ ਸਿਹਤ ਸਹੂਲਤਾਂ ਸਾਡੇ ਇੱਥੇ ਮੁਕੰਮਲ ਰਹਿਣ। ਤਾਂ ਕਿੰਨਾ ਚੰਗਾ ਹੁੰਦਾ, ਸਰਬੱਤ ਦੇ ਭਲੇ ਵਾਲੀ ਗੱਲ ਹੁੰਦੀ। ਨਹੀਂ ਹੁੰਦਾ, ਇੱਕ ਤਾਂ ਨਾ ਵੀ ਕਿੰਨਾ ਚੰਗਾ ਹੁੰਦਾ, ਤੇ ਪਰ ਇਹ ਸਾਰੇ ਸੈਂਟੈਂਸ ਤੋਂ ਪਹਿਲਾਂ ਲੱਗਦਾ ਸ਼ਬਦ ਜੀ। ਉਹ ਜੇ ਹੀ ਕਹਿੰਦੇ ਕਿਸੇ ਦੇ ਹੱਥ ਨਹੀਂ ਆਉਂਦੀ। ਹੁਣ ਦੇਖੋ ਇਸ ਮਸਲੇ ਦੇ ਵਿੱਚ ਆਪਾਂ ਦੁਬਾਰਾ ਫਿਰ ਉਸੇ ਰੈਲੀ ਵਾਲੇ ਮਸਲੇ ਤੇ ਆ ਜਾਂਦੇ, ਕਿਉਂਕਿ ਉਹਦੇ 'ਚ ਹੁਣ ਨਾ ਜਿਹੜੀ ਅਗਲੀ ਇੱਕ ਚਰਚਾ ਚੱਲਣ ਲੱਗ ਪਈ। ਮੈਂ ਨਾ ਵੀ ਚਲੋ ਆਪਾਂ ਉਹ ਵੀ ਕਚਹਿਰੀ 'ਚ ਰੱਖ ਦਿੰਦੇ ਹਾਂ, ਕਿਉਂਕਿ ਉਹ ਜਿਹੜੀ ਚਰਚਾ ਹੈ ਉਹਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਕਿ ਵੀ ਆਮ ਤੌਰ 'ਤੇ ਜਦੋਂ ਆਪਾਂ ਰੈਲੀਆਂ ਨੂੰ ਦੇਖਦੇ ਹਾਂ ਤਾਂ ਉਹਨਾਂ ਰੈਲੀਆਂ ਦੇ ਵਿੱਚ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਹੁੰਦਾ ਵੀ ਕਿਸੇ ਵੀ ਵੱਡੇ ਲੀਡਰ ਦੇ ਆਉਣ ਤੋਂ ਪਹਿਲਾਂ ਉਹਨਾਂ ਤੋਂ ਛੋਟੇ ਲੈਵਲ ਦੇ ਜਾਂ ਪਾਰਟੀ ਦੇ ਹੋਰ ਲੀਡਰ ਸਾਹਿਬਾਨ ਉੱਥੇ ਹਾਜ਼ਰ ਹੁੰਦੇ ਆ, ਬਹੁਤ ਵੱਡਾ ਇਕੱਠ ਹੁੰਦਾ ਤੇ ਕੰਟੀਨਿਊਸਲੀ ਸੰਪਰਕ ਹੁੰਦਾ। ਜਿਹੜੇ ਵੀ ਵੱਡੇ ਲੀਡਰ ਹੋਣ, ਆਪਾਂ ਇਸ ਰੈਲੀ ਦੀ ਗੱਲ ਨਹੀਂ ਕਰਦੇ, ਨਾਰਮਲੀ ਜੋ ਰੈਲੀ 'ਚ ਚੱਲਦਾ ਫੋਨ 'ਤੇ ਸੰਪਰਕ ਹੁੰਦਾ ਵੀ ਉਹ ਕਿੱਥੇ ਪਹੁੰਚ ਗਏ ਨੇ, ਇੱਥੇ ਕਿੰਨੇ ਕੁ ਬੰਦੇ ਆ ਜੀ, ਇੰਨੇ ਓਕੇ, ਕਿੰਨਾ ਕੁ ਟਾਈਮ ਲਾਈਏ, ਹੋਰ ਥੋੜ੍ਹਾ ਜਿਹਾ ਲਾ ਲਿਓ ਜੀ, ਫਿਰ ਉਸ ਹਿਸਾਬ ਨਾਲ ਆਪਾਂ ਪ੍ਰਬੰਧ ਕਰ ਲੈਂਦੇ। ਹੁਣ ਇਸ ਰੈਲੀ ਦੀ ਆਪਾਂ ਗੱਲ ਕਰੀਏ ਤੇ ਜੇ ਆਪਾਂ ਵੇਖਿਆ ਜਾਵੇ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਇਸ ਵਕਤ ਚਰਚਾ ਹੈ ਆਪਾਂ ਉਹ ਫੈਕਟਰ ਰੱਖ ਰਹੇ। ਬਠਿੰਡੇ ਆਉਣਾ ਸੀ, ਬਠਿੰਡਿਓਂ ਸਿੱਧਾ ਹੈਲੀਕਾਪਟਰ ਤੇ ਫਿਰੋਜ਼ਪੁਰ ਚਲੇ ਜਾਣਾ ਸੀ ਜੀ। 1 ਘੰਟਾ ਦਿੱਲੀੋਂ ਬਠਿੰਡੇ ਦਾ ਲੱਗਾ ਤੇ ਫਿਰੋਜ਼ਪੁਰ ਤੱਕ ਤਾਂ ਉਹਨਾਂ ਨੂੰ 1 ਘੰਟਾ ਲੱਗਣ ਵਾਲਾ ਹੈ ਨਹੀਂ ਸੀ, ਪਰ ਉਹ ਉੱਥੇ ਰੁਕੇ। ਪਹਿਲਾਂ ਤਾਂ 15-20 ਮਿੰਟ ਕਹਿੰਦੇ ਬਠਿੰਡੇ ਵਾਲੇ ਹਵਾਈ ਅੱਡੇ 'ਤੇ ਲੱਗ ਗਏ। ਉਸ ਤੋਂ ਬਾਅਦ ਉਹ ਸੜਕੀ ਰਸਤੇ ਤੁਰ ਪਏ। ਸੜਕੀ ਰਸਤੇ ਅਪਰੋਕਸੀਮੇਟਲੀ 2 ਘੰਟੇ ਦਾ ਸਫ਼ਰ ਉਹਨਾਂ ਨੇ ਕਰ ਲਿਆ। ਇਹਦਾ ਮਤਲਬ ਕਿ ਪ੍ਰਧਾਨ ਮੰਤਰੀ ਸਾਹਿਬ ਉਸ ਸ਼ਡਿਊਲ ਤੋਂ ਜਾਂ ਇੱਧਰਲੀ ਭਾਸ਼ਾ ਦੇ ਹਿਸਾਬ ਨਾਲ ਸਕੈਜਿਊਲ ਤੋਂ ਲੇਟ ਸੀਗੇ। ਅਤੇ ਉੱਧਰਲੇ ਪਾਸੇ ਜੇ ਮੰਨ ਲਓ ਇਕੱਠ 12 ਵਜੇ, 1 ਵਜੇ, 1:30 ਵਜੇ, ਜਿੰਨੇ ਵਜੇ ਵੀ ਕਰਨਾ ਸੀ, 2 ਵਜੇ ਵੀ ਕਰਨਾ ਸੀ, ਉਹ ਉਦੋਂ ਤੱਕ ਤਾਂ ਇਕੱਠ ਬਹੁਤ ਜ਼ਿਆਦਾ ਹੋ ਜਾਣਾ ਚਾਹੀਦਾ ਸੀ। ਉਸ ਸਮੇਂ ਤੱਕ ਵੀ ਜੇ ਕੁਰਸੀਆਂ ਖਾਲੀ ਸੀ ਤੇ ਫਿਰ ਇਹਦਾ ਕਰਕੇ ਹੋ ਸਕਦਾ ਵੀ ਸੰਪਰਕ ਅੰਦਰ ਖਾਤੇ ਹੋਇਆ ਵੀ ਯਾਰ ਇਹ ਚੱਲ ਕੀ ਰਿਹਾ। ਇਹ ਇੱਕ ਚਰਚਾ ਹੈ। ਦੂਜੇ ਇਹ ਕਿਉਂਕਿ ਉਹ ਲੋਕ ਕਰ ਰਹੇ ਨੇ ਜਿਹੜੇ ਲੋਕ ਇਸ ਸਾਰੇ ਕੁਝ ਨੂੰ ਡਿਫੈਂਡ ਕਰ ਰਹੇ ਆ ਵੀ ਇਹ ਕਿਤੇ ਨਾ ਕਿਤੇ ਬੀਜੇਪੀ ਨੇ ਜਾਂ ਆਪਣੇ ਤੌਰ 'ਤੇ ਕੀਤਾ ਹੋ ਸਕਦਾ। ਦੂਜੀ ਗੱਲ ਇਹ ਆ ਕਿ ਵੀ ਜੇ ਪ੍ਰਧਾਨ ਮੰਤਰੀ ਸਾਹਿਬ ਉਦੋਂ ਇੱਧਰ ਨੂੰ ਆ ਰਹੇ ਸੀ ਤਾਂ ਜਿੱਥੇ ਆ ਕੇ ਉਹਨਾਂ ਨੂੰ ਘੇਰਿਆ ਗਿਆ, ਜਿੱਥੇ ਉਹਨਾਂ ਦਾ ਕਾਫਲਾ ਰੁਕਿਆ, ਉੱਥੋਂ ਤੇ ਰੈਲੀ ਦਾ ਜੇ ਮੰਨ ਲਓ ਹੁਸੈਨੀ ਵਾਲਾ ਜਾ ਕੇ ਉੱਥੋਂ ਵਾਪਸ ਵੀ ਆਉਂਦੇ ਨੇ ਤੇ ਵੱਧ ਤੋਂ ਵੱਧ ਅੱਧਾ ਪੌਣਾ ਘੰਟਾ ਹੋਰ ਲੱਗਣਾ ਸੀ। ਅੱਧਾ ਘੰਟਾ ਲੱਗ ਜਾਂਦਾ ਜੀ। ਹੁਣ ਅੱਧਾ ਘੰਟਾ ਰਹਿ ਗਿਆ ਹੋਵੇ ਉਹਨਾਂ ਦੇ ਆਉਣ ਦੇ ਵਿੱਚ, ਤੇ ਉਸ ਵਕਤ ਰੈਲੀ ਦਾ ਮਾਹੌਲ ਕੀ ਹੋਣਾ ਚਾਹੀਦਾ, ਜੋ ਹੋਣਾ ਚਾਹੀਦਾ ਉਹ ਕੀ ਸੀ ਤੇ ਜੋ ਸੀਗਾ ਉਹ ਕੀ ਸੀ। ਇਸ ਕਹਾਣੀ ਦੇ ਉੱਪਰ ਵੀ ਇੱਕ ਵੱਖਰੀ ਤਰ੍ਹਾਂ ਦੀ ਰਾਜਨੀਤੀ ਚੱਲਣ ਲੱਗ ਪਈ। ਨਹੀਂ, ਬਿਲਕੁਲ ਚੱਲਣ ਲੱਗ ਪਈ ਹੈ ਸੰਧਾਲੀਆ ਸਾਹਿਬ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਕੋਈ ਬੰਦਾ ਕੁਝ ਵੀ ਆਖੀ ਜਾਵੇ, ਭਾਰਤੀ ਜਨਤਾ ਪਾਰਟੀ ਨੂੰ ਅਜੇ ਕੰਮ ਬੜਾ ਕਰਨਾ ਪੈਣਾ ਪੰਜਾਬ 'ਚ। ਜੇ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਸਾਡਾ ਇੱਥੇ ਇਕੱਠ ਵੱਡਾ ਹੋ ਜਾਣਾ ਸੀ, ਇੱਦਾਂ ਦਾ ਹੋ ਜਾਣਾ ਸੀ, ਇੱਦਾਂ ਦੀ ਗੱਲ ਕੋਈ ਨਹੀਂ। ਉਹਨਾਂ ਦਾ ਦੋਸ਼ ਹੈ ਕਿ ਸਾਡੀਆਂ ਬੱਸਾਂ ਰੋਕੀਆਂ ਗਈਆਂ, ਹੋ ਸਕਦਾ ਹੈ ਕਿ ਰੋਕੀਆਂ ਗਈਆਂ, ਹੁਣ ਉਹਨਾਂ ਨੇ ਵੀਡੀਓ ਤੱਕ ਦਿਖਾ ਲਈਆਂ, ਪਰ ਇਹਦੇ ਬਾਵਜੂਦ ਵੀ ਉਹ ਕੁਰਸੀਆਂ ਭਰਨੀਆਂ ਔਖੀਆਂ ਸੀ। ਠੀਕ ਹੈ, ਮੀਂਹ ਸੀ, ਇੱਥੇ ਕਿਹੜੀ ਗੱਲ ਹੈ, ਇਕੱਠ ਫੇਰ ਕਰ ਲਓ। ਅਜੇ ਤਾਂ ਸੁੱਖ ਨਾਲ ਪਾਬੰਦੀ ਵੀ ਨਹੀਂ ਲੱਗੀ। ਜੇ ਜਾਣੀ ਐਡੀ ਗੱਲ ਹੈ ਤਾਂ ਇਕੱਠ ਦੁਬਾਰਾ ਕਰਕੇ ਦੇਖਿਆ ਜਾ ਸਕਦਾ ਹੈ। ਜੇ ਆਪਾਂ ਵੈਸੇ ਵੀ ਜੇ ਲੋਕ ਨਾਲ ਨੇ ਤਾਂ ਇਕੱਠ ਕਰਨ ਦੀ ਲੋੜ ਨਹੀਂ ਹੁੰਦੀ। ਫਿਰ ਤਾਂ ਜੇ ਤੁਹਾਡੇ ਕੋਲ ਵੋਟ ਸਪੋਰਟ ਦੋਨੋਂ ਚੀਜ਼ਾਂ ਹੈਗੀਆਂ, ਫਿਰ ਤਾਂ ਵੋਟਾਂ ਸੁੱਖ ਨਾਲ ਪੈ ਜਾਣਗੀਆਂ ਤੇ ਆਪਣੇ ਆਪ ਹੀ ਪਤਾ ਲੱਗ ਜਾਣਾ। ਫਿਰ ਲੋਕਾਂ ਨੂੰ ਇਕੱਠ ਕਰਕੇ ਦਿਖਾਉਣ ਦੀ ਥੋੜ੍ਹੀ ਲੋੜ ਹੈ ਕਿ ਭਾਈ ਆ ਦੇਖੋ ਅਸੀਂ ਕਿੰਨੇ ਬੰਦੇ ਇਕੱਠੇ ਕੀਤੇ ਆ। ਹੁਣ ਸੰਧਾਲੀਆ ਸਾਹਿਬ ਬਹੁਤ ਸਾਰੇ ਥਾਵਾਂ 'ਤੇ ਜਦੋਂ ਭਾਜਪਾ ਦੇ ਵਰਕਰਾਂ ਨੇ ਇਕੱਠ ਕਰਕੇ ਕਿਹਾ ਕਿ ਭਾਈ ਦੇਖੋ ਗਲਤ ਕੀਤਾ, ਉਹਨਾਂ ਨੇ ਪੰਜਾਬ ਸਰਕਾਰ 'ਤੇ ਠੋਕ ਕੇ ਦੋਸ਼ ਲਾਏ। ਉਧਰਲੇ ਪਾਸਿਓਂ ਨਵਜੋਤ ਸਿੰਘ ਸਿੱਧੂ ਤੇ ਬੀਬੀ ਅਲਕਾ ਲਾਂਬਾ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ। ਮੈਂ ਫੇਰ ਕਹਿਣਾ, ਤੁਸੀਂ ਵੀ ਆਨੇ ਹੋ ਕਿ ਆ ਜੋ ਕੁਛ ਪਿਛਲੇ 3 ਦਿਨਾਂ ਤੋਂ ਚੱਲ ਰਿਹਾ ਉਹਦੇ ਵਿੱਚੋਂ ਪੰਜਾਬ ਦਾ ਪੂਰਾ ਫਾਇਦਾ ਨਹੀਂ, ਹਾਂ ਦੇਸ਼ ਦਾ ਪੂਰਾ ਫਾਇਦਾ ਨਹੀਂ। ਗੱਲ ਜਿਹੜੀ ਵਿੱਚੋਂ ਕੱਢਣ ਵਾਲੀ ਸਿਰਫ ਇੱਕ ਹੈ। ਉਹ ਕੱਢਣ ਵਾਲੀ ਗੱਲ ਇਹ ਹੈ ਕਿ ਭਾਈ ਜੇ ਸਿਕਿਉਰਿਟੀ ਦੇ ਵਿੱਚ ਕਿਤੇ ਕਮਜ਼ੋਰੀ ਰਹੀ ਹੈ, ਜੇ ਪ੍ਰਧਾਨ ਮੰਤਰੀ ਸਾਹਿਬ ਨੂੰ ਵਾਪਸ ਮੁੜਨਾ ਪਿਆ ਤੇ ਉਹਦੇ ਵਿੱਚ ਗਲਤੀ ਕਿਹਦੀ ਹੈ? ਉਹ ਗਲਤੀ ਜਾਂਚ ਦੇ ਵਿੱਚੋਂ ਨਿਕਲਣੀ ਹੈ। ਜਾਂਚ ਦੇ ਲਈ ਕੇਂਦਰ ਦੀ ਵੀ ਟੀਮ ਹੈ ਤੇ ਪੰਜਾਬ ਦੀ ਵੀ ਟੀਮ ਹੈ, ਤੇ ਦੋਨਾਂ ਨੂੰ ਕੰਮ ਕਰਨ ਤੋਂ ਸੁਪਰੀਮ ਕੋਰਟ ਨੇ ਰੋਕਤਾ ਕਿ ਤੁਸੀਂ ਸੋਮਵਾਰ ਤੱਕ ਕੰਮ ਨਹੀਂ ਕਰਨਾ। ਆਪਾਂ ਉਧਰ ਫੇਰ ਆਉਨੇ ਆ। ਬੀਬੀ ਅਲਕਾ ਲਾਂਬਾ ਤੇ ਨਵਜੋਤ ਸਿੰਘ ਸਿੱਧੂ ਬੈਠੇ ਆ, ਪ੍ਰੈਸ ਕਾਨਫਰੰਸ ਕੀਤੀ ਹੈ। ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਜੀ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਰ ਡਰਾਮਾ ਕਰ ਰਹੇ ਆ, ਇਹ ਸਾਡੇ ਸ਼ਬਦ ਨਹੀਂ। ਜਿਸ ਤਰੀਕੇ ਆਪਾਂ ਸ਼ਬਦ ਦਰ ਸ਼ਬਦ ਬੀਬੀ ਸਮ੍ਰਿਤੀ ਇਰਾਨੀ ਦਾ ਦੱਸਿਆ ਸੀ ਕਿ ਉਹਨਾਂ ਨੇ ਪੰਜਾਬ ਸਰਕਾਰ ਦਾ ਕਸੂਰ ਕੱਢਿਆ, ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ, ਚੰਨੀ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ, ਉਹ ਕਹਿੰਦੇ ਜੀ ਡਰਾਮਾ ਕੀਤਾ ਜਾ ਰਿਹਾ ਹੈ, ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ, ਇੱਦਾਂ ਦੀ ਗੱਲ ਕੋਈ ਨਹੀਂ ਸੀ, ਸੁਰੱਖਿਆ ਪ੍ਰਬੰਧਾਂ ਦੇ ਵਿੱਚ ਕੁਤਾਹੀ ਕੋਈ ਨਹੀਂ, ਜੇ ਕੋਈ ਹੈਗੀ ਆ ਤੇ ਅਸੀਂ ਜਾਂਚ ਕਰ ਰਹੇ ਹਾਂ, ਪਰ ਉਹ ਉੱਥੇ ਪਹੁੰਚ ਸਕਦੇ ਸੀ। ਨਾਲ ਦੀ ਨਾਲ
ਨਵਜੋਤ ਸਿੰਘ ਸਿੱਧੂ ਨੇ ਫੇਰ ਉਹੀ ਗੱਲ ਕਹੀ ਸਾਫ਼ ਤੇ ਸਪਸ਼ਟ ਲਫ਼ਜ਼ਾਂ ਦੇ ਵਿੱਚ। ਉਹ ਕਹਿੰਦੇ ਜੀ ਬੰਦਾ ਉੱਥੇ ਕੋਈ ਨਹੀਂ ਸੀ, 70,000 ਕੁਰਸੀਆਂ ਤੇ 500 ਬੰਦਾ ਬੈਠਾ ਸੀ। ਜੇ ਪ੍ਰਧਾਨ ਮੰਤਰੀ ਸਾਹਿਬ ਉੱਥੇ ਚਲੇ ਜਾਂਦੇ ਤਾਂ ਇਹ ਭਾਰਤ ਦੇ ਸਿਆਸੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣਾ ਸੀ ਕਿ ਕਿਸੇ ਪ੍ਰਧਾਨ ਮੰਤਰੀ ਨੇ ਖਾਲੀ ਕੁਰਸੀਆਂ ਨੂੰ ਸੰਬੋਧਨ ਕੀਤਾ। ਉਹ ਤਾਂ ਕਹਿੰਦੇ ਇੱਕ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਹੈਗਾ, ਉਹਨੂੰ ਕੋਈ ਚੜੀ ਲੱਥੀ ਹੈ ਨਹੀਂ, ਉਹ ਤਾਂ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਕੇ ਚਲ ਗਿਆ, ਕੈਪਟਨ ਸਾਹਿਬ ਦੀ ਗੱਲ ਕੀਤੀ। ਪਰ ਕਹਿੰਦੇ ਪਹਿਲੀ ਵਾਰ ਹੋਣਾ ਸੀ। ਪ੍ਰਧਾਨ ਮੰਤਰੀ ਸਾਹਿਬ ਮੁੜੇ ਇਸ ਕਰਕੇ ਹੈ ਤੇ ਬਿਲਕੁਲ ਵੀ ਕਹਿੰਦੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਏ। ਇਹ ਬਿਲਕੁਲ ਨਾਲ ਮੇਰੇ ਖਿਆਲ ਨਾਲ ਜਿੱਦਾਂ ਉਹਨਾਂ ਨੇ ਹਲਕਾ ਲਾਂਬਾ ਹੋਰਾਂ ਨੂੰ ਬਿਠਾਇਆ, ਜਿਸ ਹਿਸਾਬ ਨਾਲ ਉਹਨਾਂ ਨੇ ਬਕਾਇਦਾ ਹੋਮਵਰਕ ਕਰਕੇ ਇਕੱਲੇ ਕਾਗਜ਼ ਤੇ ਉਹ ਫੋਟੋਆਂ, ਪਿਛਲੇ ਟਵੀਟ, ਪੋਸਟਾਂ ਕੱਢ ਕੇ ਦਿਖਾਈਆਂ ਜੀ, ਵੀ ਆਹ ਦੇਖੋ ਜੀ ਆਹ ਯੂਪੀ ਦੀ ਘਟਨਾ ਹੈ, ਇੱਥੇ ਆਹ ਗੱਲ ਹੋਈ ਸੀਗੀ, ਇੱਥੇ ਕਿਹਾ ਗਿਆ ਕਿ ਵੀ ਉੱਥੇ ਉਹਨਾਂ ਦੀ ਸੁਰੱਖਿਆ ਦੇ ਵਿੱਚ ਚੂਕ ਹੋਈ ਆ, ਤੇ ਯੂਪੀ ਦੀ ਗੱਲ ਹੈ ਉੱਥੇ ਉਹਨਾਂ ਦੀ ਆਪਣੀ ਸਰਕਾਰ ਹੈ, ਉਦੋਂ ਕਿਸੇ ਨੇ ਚਰਚਾ ਨਹੀਂ ਕੀਤੀ। ਫਿਰ ਉਹ ਕੁਛ ਇੱਕ ਵੀਡੀਓ ਤਸਵੀਰਾਂ ਉਹਨਾਂ ਨੇ ਉਹ ਵੀ ਦਿਖਾਈਆਂ ਜਿਹਦੇ ਵਿੱਚ ਉਹ ਕਹਿੰਦੇ ਵੀ ਆਹ ਦੇਖੋ ਜੀ ਪ੍ਰਧਾਨ ਮੰਤਰੀ ਸਾਹਿਬ ਫਲਾਨੀ ਜਗ੍ਹਾ ਦੇ ਉੱਪਰ ਗਏ, ਉੱਥੇ ਮੌਜੂਦਾ ਪੁਲਿਸ ਨੂੰ ਵੀ ਨਹੀਂ ਦੱਸਿਆ ਗਿਆ ਵੀ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ। ਉੱਥੇ ਸੁਰੱਖਿਆ ਫਿਰ ਕਿੰਨੀ ਹੋ ਸਕਦੀ ਹੈ ਜਿੱਥੇ ਉਹ ਨਹੀਂ ਦੱਸੇਗਾ। ਉਹ ਕਹਿੰਦੇ ਵੀ ਜਿੱਥੇ ਉਹਨਾਂ ਨੂੰ ਜਾਪਦਾ ਉੱਥੇ ਤੇ ਉਹ ਬਿਨਾਂ ਸੁਰੱਖਿਆ ਦੇ ਵੀ ਚਲੇ ਜਾਂਦੇ ਆ, ਜਿੱਥੇ ਜੇ ਚੂਕ ਹੋ ਵੀ ਜਾਂਦੀ ਹੈ ਤਾਂ ਉਹਨਾਂ ਦੀ ਆਪਣੀ ਸਰਕਾਰ ਹੈ ਤੇ ਕੋਈ ਗੱਲ ਨਹੀਂ ਕਰਦਾ। ਇੱਥੇ ਕਿਉਂਕਿ ਸਾਡੀ ਸਰਕਾਰ ਹੈ, ਮਤਲਬ ਕਾਂਗਰਸ ਪਾਰਟੀ ਦੀ ਸਰਕਾਰ ਹੈ, ਇਸ ਕਰਕੇ ਸਾਨੂੰ ਭੰਡਿਆ ਜਾ ਰਿਹਾ। ਇਹ ਹਲਕਾ ਲਾਂਬਾ ਹੋਰਾਂ ਦਾ ਮਤਲਬ ਤਾਤਿਆ ਉਹਦੇ 'ਚੋਂ ਕਹਿਣ ਦਾ। ਪਰ ਇਹਦੇ 'ਚ ਇੱਕ ਚੀਜ਼ ਹੈ ਵਾਰ ਸਾਹਿਬ, ਜਿਹੜੀ ਗੱਲ ਉਹਨਾਂ ਨੇ ਅਗਲੀ ਕਹੀ, ਮੈਨੂੰ ਲੱਗਦਾ ਵੀ ਹੌਲੀ ਹੌਲੀ ਉਹਨਾਂ ਨੂੰ ਜਾਪਣ ਲੱਗ ਪਿਆ ਜੇ ਉੱਧਰੋਂ ਸਿਆਸਤ ਹੁੰਦੀ ਤੇ ਇੱਧਰੋਂ ਵੀ ਕਰੀਏ। ਕਿਉਂਕਿ ਜਿੱਦਾਂ ਉਹਨਾਂ ਨੇ ਕੰਪੈਰੀਜ਼ਨ ਕੀਤਾ ਵੀ ਇਸ ਵਕਤ ਦੇਸ਼ ਦੇ ਵਿੱਚ ਸਭ ਤੋਂ ਵੱਧ ਬਹੁਮਤ ਵਾਲੀ ਜਿਹੜੀ ਸਰਕਾਰ ਹੈ ਉਹ ਬੀਜੇਪੀ ਦੀ ਹੈ, 300 ਤੋਂ ਵੱਧ ਕਹਿੰਦੇ ਉਹਨਾਂ ਦੇ ਆਪਣੇ ਐਮਪੀ, ਤੇ ਸਾਰੇ ਦੇ ਸਾਰੇ ਖੁਦ ਪਾਰਲੀਮੈਂਟ ਦੇ ਅੱਗੇ ਜਾ ਕੇ ਕਹਿੰਦੇ ਵੀ ਪ੍ਰਦਰਸ਼ਨ ਕਰਦੇ ਇਸ ਚੀਜ਼ ਦਾ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਸੁਰੱਖਿਅਤ ਕਰਨਾ ਚਾਹੀਦਾ ਜੀ। ਉਹ ਕਹਿੰਦੇ ਕਮਾਲ ਦੀ ਗੱਲ ਹੈ ਵੀ ਸਰਕਾਰ ਤਾਂ ਤੁਹਾਡੀ ਹੈ, ਸੁਰੱਖਿਆ ਤੁਸੀਂ ਕਰਨੀ ਹੈ, ਵੀ ਹੋਰ ਸੁਰੱਖਿਆ ਕਰੇ ਕੌਣ? ਸਭ ਤੋਂ ਵੱਡੀ ਗੱਲ ਵੀ ਜਿਹੜੀ ਰਾਜਨਾਥ ਸਿੰਘ ਹੋਰਾਂ ਦੀ ਗੱਲ ਕੀਤੀ ਵੀ ਸਾਨੂੰ ਇਹ ਤਾਂ ਲੱਗਦਾ ਵੀ ਇਹ ਸਿਆਸਤ ਆ ਵੀ ਘਟਨਾ ਪੰਜਾਬ ਦੀ, ਤੇ ਦੇਸ਼ ਦੇ ਰੱਖਿਆ ਮੰਤਰੀ ਸਾਹਿਬ ਜਿਨ੍ਹਾਂ ਦਾ ਕੰਮ ਹੀ ਰੱਖਿਆ ਕਰਨਾ, ਉਹ ਇੱਕ ਚੋਣਾਂ ਵਾਲੀ ਰੈਲੀ ਦੇ ਵਿੱਚ ਜਾ ਕੇ ਇਹ ਜ਼ਿਕਰ ਕਰਨ ਵੀ ਯਾਰ ਪ੍ਰਧਾਨ ਮੰਤਰੀ ਸਾਹਿਬ ਦੇ ਉੱਪਰ ਹਮਲਾ ਹੋ ਗਿਆ ਜੀ, ਤੇ ਜਵਾਬ ਤਾਂ ਸਰ ਤੁਸੀਂ ਦੇਣਾ। ਉਹ ਕਹਿੰਦੇ ਰੱਖਿਆ ਤਾਂ ਤੁਸੀਂ ਕਰਨੀ ਸੀ। ਦੇਖੋ ਸੰਧਾਲੀਆ ਸਾਹਿਬ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਉਹਨਾਂ ਨੇ ਸਵਾਲ ਕਰ ਦਿੱਤੇ, ਬੀਬੀ ਸਮ੍ਰਿਤੀ ਇਰਾਨੀ ਹੋਰਾਂ ਨੇ ਇਹਨਾਂ ਤੇ ਕੀਤੇ ਤੇ ਇਧਰਲੇ ਪਾਸਿਓਂ ਬੀਬੀ ਜੀ ਨੇ ਉਹਨਾਂ ਦੇ ਉੱਤੇ ਕਰ ਦਿੱਤੇ। ਬਰਾਬਰ ਹੋ ਗਿਆ। ਹਾਂ, ਬਰਾਬਰ ਹੋ ਗਿਆ। ਹੁਣ ਤੁਸੀਂ ਦੇਖੋ ਬੀਬੀ ਅਲਕਾ ਲਾਂਬਾ ਹੋਰਾਂ ਨੇ ਜਿਹੜਾ ਇੱਕ ਜ਼ਿਕਰ ਕੀਤਾ ਕਿ 2019 ਦੇ ਵਿੱਚ ਗਾਜ਼ੀਆਬਾਦ, ਨੋਇਡਾ ਦੇ ਵਿੱਚ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਇੰਨਾ ਚਿਰ ਇੱਕ ਰਸ਼ ਦੇ ਵਿੱਚ, ਜਾਮ ਦੇ ਵਿੱਚ ਫਸਿਆ ਰਿਹਾ। ਕਹਿੰਦੇ ਉਦੋਂ ਉੱਥੇ ਯੂਪੀ 'ਚ ਇਹਨਾਂ ਦੀ ਆਪਦੀ ਸਰਕਾਰ ਸੀ, ਉਦੋਂ ਇਹਨਾਂ ਨੇ ਕਿਹਾ ਨਹੀਂ ਕਿ ਮੇਰੀ ਜਾਨ ਨੂੰ ਖਤਰਾ ਹੈ। ਅਸੀਂ ਕਹਿੰਦੇ ਹਾਂ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਭਾਈ ਕੋਈ ਵੀ ਕਿਤੇ ਗਲਤੀ ਹੋਈ ਜਾਂਚ ਹੋਵੇ। ਹੁਣ ਸਭ ਤੋਂ ਵੱਡਾ ਜਿਹੜਾ ਤੌਖਲਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਦੀ ਸਿਕਿਉਰਿਟੀ ਦਾ ਮਸਲਾ ਨਾ, ਉਹਨੂੰ ਸਿਆਸੀ ਤੌਰ ਦੇ ਉੱਤੇ ਬਾਰ-ਬਾਰ ਰੰਗ ਕਿਉਂ ਕੀਤਾ ਜਾ ਰਿਹਾ, ਉਹਦਾ 3D ਕਿਉਂ ਬਣਾਇਆ ਜਾ ਰਿਹਾ। ਇਸ ਵੇਲੇ ਚਾਹੇ ਕੋਈ ਵੀ ਬੰਦਾ ਹੈ, ਕਿਸੇ ਵੀ ਧਿਰ ਦਾ ਹੈ, ਸਿੱਧੂ ਸਾਹਿਬ ਬੋਲ ਰਿਹਾ ਹੈ, ਚੰਨੀ ਸਾਹਿਬ ਬੋਲ ਰਿਹਾ ਹੈ, ਬੀਬੀ ਅਲਕਾ ਲਾਂਬਾ ਬੋਲ ਰਿਹਾ ਹੈ, ਉਧਰਲੇ ਪਾਸਿਓਂ ਅਸ਼ਵਨੀ ਸ਼ਰਮਾ ਸਾਹਿਬ ਬੋਲ ਰਿਹਾ ਹੈ, ਸੁਖਬੀਰ ਸਿੰਘ ਬਾਦਲ ਬੋਲ ਰਿਹਾ ਹੈ, ਭਗਵੰਤ ਮਾਨ ਸਾਹਿਬ ਬੋਲ ਰਿਹਾ ਹੈ, ਬੀਬੀ ਸਮ੍ਰਿਤੀ ਇਰਾਨੀ ਬੋਲ ਰਿਹਾ ਹੈ, JP ਨੱਡਾ ਸਾਹਿਬ ਬੋਲ ਰਿਹਾ, ਸਾਰੇ ਬੰਦੇ, ਪਰ ਬਹੁਤੇ ਬੰਦੇ ਸਿਆਸੀ ਮੂੰਹ ਦੇ ਨਾਲ ਬੋਲ ਰਹੇ ਆ। ਨਹੀਂ ਤਾਂ ਰੌਲਾ ਇੱਕ ਦੂਜੇ ਤੇ ਇਲਜ਼ਾਮ ਲਾਉਣ ਦਾ ਹੈ ਨਹੀਂ, ਦੇਸ਼ ਦੀ ਸੁਰੱਖਿਆ ਦਾ ਮਸਲਾ ਇੱਕ ਤਰ੍ਹਾਂ ਦੇ ਨਾਲ। ਰੌਲਾ ਤੇ ਹੈ ਕਿ ਕਮੀ ਕਿੱਥੇ ਹੈ। ਪੰਜਾਬ ਸਰਕਾਰ ਨੇ ਉਹਨਾਂ ਦੀ ਕੱਢੀ, ਉਹਨਾਂ ਨੇ ਪੰਜਾਬ ਸਰਕਾਰ ਦੀ ਕਮੀ ਜਾਂਚ ਦੇ ਵਿੱਚੋਂ ਨਿਕਲਣੀ ਹੈ। ਕੇਂਦਰ ਸਰਕਾਰ ਦੀ ਜਾਂਚ ਟੀਮ ਬਠਿੰਡੇ ਆਉਂਦੀ ਹੈ, ਫਿਰੋਜ਼ਪੁਰ ਜਾਂਦੀ ਹੈ, ਉਸ ਫਲਾਈਓਵਰ ਤੇ ਜਾਂਦੀ ਹੈ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਰੁਕਿਆ ਸੀ, ਜਿਹੜੇ ਪੁਲਿਸ ਤੇ ਜਵਾਨ ਤਾਇਨਾਤ ਸੀ ਉਹਨਾਂ ਤੋਂ ਪੁੱਛਗਿੱਛ ਕਰਦੀ ਹੈ। 13-14 ਪੰਜਾਬ ਦੇ ਵੱਡੇ ਅਫਸਰ ਸਮੇਤ DGP ਉਹਨਾਂ ਨੇ ਸੰਮਨ ਭੇਜੇ ਕਿ ਭਾਈ ਸਾਡੇ ਕੋਲੇ ਆਓ, ਨੋਟਿਸ ਭੇਜੇ ਕਿ ਅਸੀਂ ਤੁਹਾਡੇ ਕੋਲੋਂ ਵੀ ਪੁੱਛਗਿੱਛ ਕਰਨੀ ਹੈ। ਬਹੁਤ ਵਧੀਆ ਗੱਲ ਹੈ, ਕਰੋ। ਪੰਜਾਬ ਵਾਲਿਆਂ ਨੇ, ਜਿਹੜੀ ਪੰਜਾਬ ਦੀ 2 ਮੈਂਬਰੀ ਟੀਮ ਹੈ, ਇਹਨਾਂ ਨੇ ਆਪਣੇ ਪੱਧਰ ਦੇ ਉੱਤੇ ਜਾਂਚ ਸ਼ੁਰੂ ਕਰਤੀ। ਤੇ ਇੱਕ ਐਡਵੋਕੇਟ ਸਾਹਿਬ ਨੇ, ਆਪਾਂ ਬੀਤੇ ਕੱਲ ਵੀ ਜ਼ਿਕਰ ਕੀਤਾ ਸੀ ਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਵਿੱਚ ਹੀ ਪਟੀਸ਼ਨ ਪਾਤੀ। ਦੇਸ਼ ਦੀ ਸੁਪਰੀਮ ਅਦਾਲਤ ਦੇ ਸੁਪਰੀਮ ਜੱਜ ਯਾਨੀ ਕਿ ਚੀਫ ਜਸਟਿਸ ਆਫ ਇੰਡੀਆ ਸਾਹਿਬ, ਉਹਨਾਂ ਨੇ ਖੁਦ ਸੁਣਵਾਈ ਕੀਤੀ। ਪੰਜਾਬ ਸਰਕਾਰ ਵੱਲੋਂ ਸ਼ੁਕਰ ਹੈ ਐਡਵੋਕੇਟ ਜਨਰਲ ਸਾਹਿਬ ਗਏ, ਉਧਰਲੇ ਪਾਸਿਓਂ ਕੇਂਦਰ ਸਰਕਾਰ ਵੱਲੋਂ ਵਕੀਲ ਸਾਹਿਬ ਆਏ, ਤੇ ਦੋਨਾਂ ਧਿਰਾਂ ਨੇ ਕਿਹਾ ਜੀ ਅਸੀਂ ਜਾਂਚ ਕਮੇਟੀਆਂ ਬਣਾਤੀਆਂ। ਦੋਨਾਂ ਧਿਰਾਂ ਨੇ ਇੱਕ ਦੂਜੇ ਤੇ ਇਤਰਾਜ਼ ਕੀਤਾ। ਤੇ ਸੁਪਰੀਮ ਕੋਰਟ ਨੇ ਕੀ ਆਖਿਆ? ਉਹ ਕਹਿੰਦੇ ਜੀ ਪਹਿਲੀ ਗੱਲ ਕਿ ਸੋਮਵਾਰ ਤੱਕ ਦੋਨੇ ਹੀ ਧਿਰਾਂ ਆਪਣੀ ਜਾਂਚ ਨਾ ਅੱਗੇ ਵਧਾਇਓ, ਨਾ ਕੇਂਦਰ ਵਾਲੇ ਤਾਂ ਨਾ ਸੂਬੇ ਵਾਲੇ, ਉਦੋਂ ਤੱਕ ਇਹਨਾਂ ਨੇ ਕੰਮ ਆਪੋ ਆਪਣੇ ਸ਼ੁਰੂ ਕਰਤੇ ਸੀ। ਦੂਸਰਾ, ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਰਜਿਸਟਰਾਰ ਜਨਰਲ ਨੇ, ਉਹਨਾਂ ਨੂੰ ਹੁਕਮ ਲਾਤਾ ਕਿ ਪੰਜਾਬ ਪੁਲਿਸ, ਪੰਜਾਬ ਸਰਕਾਰ ਤੇ ਕੇਂਦਰੀ ਏਜੰਸੀਆਂ ਤਿੰਨਾਂ ਦਾ ਪ੍ਰਧਾਨ ਮੰਤਰੀ ਸਾਹਿਬ ਦੀ ਪੰਜਾਬ ਫੇਰੀ ਦੇ ਨਾਲ ਸੰਬੰਧਿਤ ਜਿੰਨਾ ਰਿਕਾਰਡ ਹੈ,
ਪਹਿਲਾਂ ਮੀਟਿੰਗਾਂ ਹੋਈਆਂ, ਪਹਿਲਾਂ ਕਮਿਊਨੀਕੇਸ਼ਨ ਹੋਇਆ, ਉਸ ਦਿਨ ਮੀਟਿੰਗਾਂ ਹੋਈਆਂ, ਉਸ ਦਿਨ ਕਮਿਊਨੀਕੇਸ਼ਨ ਹੋਇਆ, ਕਦੋਂ ਕਿਹਨੇ ਹੁਕਮ ਦਿੱਤਾ, ਕਦੋਂ ਕਿਹਨੇ ਸਲਾਹ ਦਿੱਤੀ, ਕਦੋਂ ਕਿਹਨੇ ਚੇਤਾਵਨੀ ਦਿੱਤੀ, ਕਦੋਂ ਕਿਹਨੇ ਕਲੀਅਰੈਂਸ ਦਿੱਤੀ, ਕਦੋਂ ਕਿਹਨੇ ਅਪਰੂਵ ਕੀਤੀ, ਕਿ ਸਾਰੇ ਦਾ ਸਾਰਾ ਰਿਕਾਰਡ ਆਪਣੇ ਹੱਥ 'ਚ ਲੈ ਲਓ। ਜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਰਜਿਸਟਰਾਰ ਜਨਰਲ ਨੇ, ਜੇ ਸਾਰਾ ਰਿਕਾਰਡ ਉਹਨਾਂ ਦੇ ਕੋਲੇ ਆਊਗਾ, ਸੋਮਵਾਰ ਨੂੰ ਦੁਬਾਰਾ ਸੁਣਵਾਈ ਹੈ, ਇਹਦਾ ਮਤਲਬ ਹੈ ਕਿ ਫਿਰ ਮਾਣਯੋਗ ਸੁਪਰੀਮ ਕੋਰਟ ਤੈਅ ਕਰ ਸਕਦੀ ਹੈ ਕਿ ਭਾਈ ਇਹਦੀ ਜਾਂਚ ਕੌਣ ਕਰੂ। ਜੇ ਰਿਕਾਰਡ ਉਹਨਾਂ ਦੇ ਕੋਲ ਆ ਜਾਊਗਾ, ਛੇੜਛਾੜ ਨਹੀਂ ਹੋ ਸਕੂਗੀ, ਫਿਰ ਆਪਣੇ ਆਪ ਪਤਾ ਲੱਗ ਜਾਊਗਾ ਕਿ ਭਾਈ ਉਹ ਰਸਤੇ ਦੇ ਵਿੱਚ ਪਹਿਲ ਕਿਹਨੇ ਕੀਤੀ, ਕਲੀਅਰੈਂਸ। ਜੇ ਮੰਨ ਲਓ ਸੂਬਾ ਸਰਕਾਰ ਕਹਿ ਦਿੰਦੀ ਹੈ, ਮੇਰਾ ਖਿਆਲ ਮੰਨਿਆ ਤਾਂ ਨਹੀਂ ਜਾਂਦਾ ਹੋਣਾ, ਕਲੀਅਰੈਂਸ ਮਿਲਦੀ ਹੋਣੀ ਉੱਪਰੋਂ ਵੀ, ਏਜੰਸੀਆਂ ਵੀ ਦੇਖਦੀਆਂ ਹੋਣੀਆਂ। ਦੂਸਰੇ ਪਾਸੇ ਉਹਦੇ ਵਿੱਚ ਜਿਹੜੀ ਗੱਲ ਸੀ ਕਿ 20 ਮਿੰਟ ਅਸੀਂ ਟੈਲੀਫੋਨ ਕਰਦੇ ਰਹੇ, ਚੀਫ ਮਿਨਿਸਟਰ ਆਫਿਸ ਤੋਂ ਕਿਸੇ ਨੇ ਟੈਲੀਫੋਨ ਨਹੀਂ ਚੱਕਿਆ, ਫਿਰ ਉਹ ਵੀ ਕਲੀਅਰ ਹੋ ਜੂ। ਡਿਊਟੀ ਕਿਹਦੀ ਸੀ ਚੱਕਣ ਦੀ, ਕਿਹਨੇ ਨਹੀਂ ਚੱਕਿਆ, ਉਹ ਵੀ ਗੱਲ ਕਲੀਅਰ ਹੋ ਜੂ। ਮੁੜ ਕੇ ਕੀ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਬਦਲਵਾਂ ਰਸਤਾ ਜਾਂ ਹੈਲੀਕਾਪਟਰ ਦਾ ਰੂਟ ਹੈਗਾ, ਉਹ ਵੀ ਕਲੀਅਰ ਹੋ ਜੂ। ਪਰ ਇੱਕ ਗੱਲ ਸਾਫ਼ ਹੈ, ਜਿੱਥੇ ਮੈਂ ਮੁੜ ਕੇ ਤੁਹਾਨੂੰ ਲੈ ਕੇ ਆਉਣਾ, ਜਦੋਂ ਮਾਮਲਾ ਦੇਸ਼ ਦੀ ਸਰਵਉੱਚ ਅਦਾਲਤ 'ਚ ਚਲ ਗਿਆ, ਜਦੋਂ ਸਭ ਤੋਂ ਵੱਡੇ ਜੱਜ ਸਾਹਿਬ ਨੇ ਖੁਦ ਹੱਥਾਂ 'ਚ ਲੈ ਲਿਆ, ਜਦੋਂ ਉਹਨਾਂ ਨੇ ਹਾਈ ਕੋਰਟ ਨੂੰ ਹੁਕਮ ਕਰ ਦਿੱਤਾ ਕਿ ਰਿਕਾਰਡ ਆਪਣੇ ਹੱਥਾਂ 'ਚ ਲੈ ਲਓ, ਫਿਰ ਤਾਂ ਜਾਂਚ ਹੋਣੀ ਚਾਹੀਦੀ ਹੈ ਨਾ। ਸਿਆਸੀ ਰੈਲੀਆਂ ਦੇ ਵਿੱਚ ਇਸ ਗੱਲ ਦਾ ਬਾਰ-ਬਾਰ ਭੋਗ ਕਿਉਂ ਪਾਇਆ ਜਾ ਰਿਹਾ? ਜਦੋਂ ਸੁਪਰੀਮ ਕੋਰਟ ਦੇ ਵਿੱਚ ਹੀ ਜਾਂਚ ਦਾ ਵਿਸ਼ਾ ਚਲੇ ਗਿਆ, ਤੇ ਫਿਰ ਇਹਨੂੰ ਸਿਆਸੀ ਰੰਗ ਦੇ ਕੇ ਵੋਟਾਂ ਦੇ ਲਿਹਾਜ਼ ਦੇ ਨਾਲ ਆਪਣੇ ਹੱਥ 'ਚ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ? ਫਿਰ ਇੱਕ ਧਿਰ ਨੂੰ ਬਦਨਾਮ ਕਰਕੇ ਕਿਸੇ ਦੂਜੀ ਥਾਂ ਉਹਦਾ ਸਿਆਸੀ ਫਾਇਦਾ ਲੈਣ ਦਾ ਯਤਨ ਕਿਉਂ ਕੀਤਾ ਜਾ ਰਿਹਾ? ਦੇਖੋ ਜੀ, ਇਹ ਤੇ ਹੁਣ ਉਹੀ ਦੱਸ ਸਕਦੇ ਜਿਹੜੇ ਕਰ ਰਹੇ, ਪਰ ਮੈਨੂੰ ਇਹਦੇ 'ਚ ਇੱਕ ਗੱਲ ਲੱਗਦੀ, ਇੱਕ ਹੁੰਦੀ ਆ ਪ੍ਰੋਪਰ ਟਾਈਮ ਲਿਮਿਟ, ਵੀ ਉਸ ਟਾਈਮ ਲਿਮਿਟ ਦੇ ਵਿੱਚ ਜੇ ਕੁਝ ਹੋ ਗਿਆ ਤੇ ਹੋ ਗਿਆ, ਨਹੀਂ ਤੇ ਫਿਰ ਤੂੰ ਕੌਣ ਤੇ ਮੈਂ ਕੌਣ। ਹੁਣ ਚਲੋ ਮਾਣਯੋਗ ਸੁਪਰੀਮ ਕੋਰਟ ਨੇ ਆਪਣੇ ਵੱਲੋਂ ਕਹਿ ਦਿੱਤਾ, ਜਾਂਚ ਕਰਦੇ ਹਾਂ, ਜਾਂਚ ਵੀ ਤੇ ਬੰਦਿਆਂ ਹੀ ਕਰਨੀ, ਕਿਹੜਾ ਕੰਪਿਊਟਰ ਨੇ ਕਰਨੀ ਆ ਵੀ ਓਕੇ ਵੀ ਕੰਪਿਊਟਰ ਪ੍ਰੋਗਰਾਮ ਹੈ, ਕੱਲ੍ਹ ਸਵੇਰੇ ਇੰਨੇ ਵਜੇ ਇਹਨੇ ਫਾਈਲ ਕੱਢ ਦੇਣੀ ਜੋ ਮਰਜ਼ੀ ਹੋਇਆ, ਇੱਦਾਂ ਤੇ ਹੋਣਾ ਨਹੀਂ। ਇਸ ਤੋਂ ਪਹਿਲਾਂ ਵੀ ਆਪਾਂ ਵੇਖਦੇ ਰਹੇ ਹਾਂ ਵੀ ਜਿੰਨੀਆਂ ਜਾਂਚ ਕਮੇਟੀਆਂ ਜਾਂ ਜੋ ਵੀ ਹੁੰਦਾ, 5 ਦਿਨ ਦੇ ਵਿੱਚ ਰਿਪੋਰਟ ਦਿਓ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਰਿਪੋਰਟ ਦੇ ਕੇ ਅਗਲੇ ਬੰਦੇ ਮਾਣਯੋਗ ਅਦਾਲਤ ਨੂੰ ਅਸੀਂ ਬੇਨਤੀ ਕਰਦੇ ਵੀ 15 ਦਿਨ ਹੋਰ ਦਿਓ ਜੀ, ਓਕੇ 15 ਦਿਨ ਦੇ ਚਲੋ ਅਦਾਲਤ ਨੇ 14 ਦੇ ਦਿੱਤੇ, 12ਵੇਂ ਦਿਨ ਜਾ ਕੇ ਜੀ ਬਸ ਜਮਾਂ ਕੰਢੇ ਤੇ ਪਹੁੰਚ ਗਏ, 3 ਦਿਨ ਜੇ ਤੁਸੀਂ ਹੋਰ ਦੇ ਦਿਓ ਤੇ, ਕਿਉਂਕਿ ਉਹ 5 ਦਿਨ 10 ਦਿਨ 15 ਦਿਨ 3 ਦਿਨ ਉਹ ਸਾਰੇ ਇਹ ਤੇ ਗੱਲ ਕਲੀਅਰ ਹੈ ਵੀ ਮਾਰਚ ਮਹੀਨੇ ਤੋਂ ਲੈ ਕੇ ਤੇ ਆ ਜਿਹੜਾ ਜਨਵਰੀ ਦੇ ਜਿਹੜੇ ਵੀ ਦਿਨ ਰਹਿ ਗਏ ਇਹਦੇ 'ਚੋਂ ਘਟਣੇ ਆ। ਇਹ ਜਿਹੜੇ 45 50 60 ਦਿਨ ਨੇ, ਇਹਨਾਂ ਦੇ ਵਿੱਚ ਹੀ ਉਹ ਸਾਰੀ ਗੇਮ ਹੈ। ਤੇ ਜਿੰਨੇ ਦਿਨ ਇਹ ਮਸਲਾ ਭਖਿਆ ਰਿਹਾ, ਕਮੇਟੀ ਜਾਂਚ ਕਰਕੇ ਭਾਵੇਂ ਮੰਨ ਲਓ ਵੀ 5 ਅਪ੍ਰੈਲ ਨੂੰ ਇਹ ਕਹਿ ਦੇ ਵੀ ਦੇਖੋ ਜੀ ਉਹ ਸਿਰਫ ਤੇ ਸਿਰਫ ਇੱਕ ਮਾਮੂਲੀ ਜੀ ਗੱਲ ਸੀਗੀ, ਉੱਥੇ ਅਸੀਂ ਫੋਨ ਉਹਨੂੰ ਕੀਤਾ, ਉਹਨੇ ਕਿਹਾ ਆ ਜਾਓ, ਅਚਾਨਕ ਬੰਦੇ ਸਾਹਮਣੇ ਜੋ ਵੀ ABC ਉਹਦਾ ਰਿਜ਼ਲਟ ਆਵੇ, ਪਰ ਹੁਣ ਜਿਹਨੂੰ ਕੰਮ ਤੇ ਜਾਣਾ। ਸੰਧਾਲੀਆ ਸਾਹਿਬ, ਤੁਸੀਂ ਬਹੁਤ ਕਮਾਲ ਦੀ ਤੇ ਸਿਰੇ ਦੀ ਗੱਲ ਕੀਤੀ ਹੈ। ਅਦਾਲਤਾਂ ਦੇ ਵਿੱਚੋਂ ਹੁੰਦੀ ਜਾਂਚ ਜਾਂ ਅਦਾਲਤਾਂ ਤੇ ਹੁਕਮਾਂ ਤੇ ਹੁੰਦੀ ਜਾਂਚ ਬਹੁਤ ਲੰਮੀ ਹੁੰਦੀ ਗਈ, ਪਰ ਇੱਕ ਪਾਸਿਓਂ ਆਸ ਵੀ ਹੈ। ਲਖੀਮਪੁਰ ਖੀਰੀ ਵਾਲੀ ਘਟਨਾ ਪਿਛਲੇ ਦਿਨੀ ਵਾਪਰੀ ਸੀ। ਯੂਪੀ ਦੀ ਸਰਕਾਰ ਨੇ ਪਹਿਲਾਂ ਆਪਣੇ ਪੱਧਰ ਦੇ ਉੱਤੇ ਜਾਂਚ ਪੜਤਾਲ ਸ਼ੁਰੂ ਕੀਤੀ ਸੀ, ਸੁਪਰੀਮ ਕੋਰਟ ਤੱਕ ਮਾਮਲਾ ਗਿਆ ਸੀ, ਇਸੇ ਤਰੀਕੇ ਵਕੀਲ ਸਾਹਿਬ ਹੀ ਲੈ ਕੇ ਗਏ ਸੀ, ਕਿਸੇ ਧਿਰ ਨੇ ਨਹੀਂ ਸੀ ਖੜਿਆ ਹੋਰ ਨੇ। ਉਹਦੇ ਤੋਂ ਬਾਅਦ ਸੁਪਰੀਮ ਕੋਰਟ ਰੋਜ਼ ਸੁਣਵਾਈ ਕਰਨ ਲੱਗ ਪਿਆ ਸੀ। ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਹੀ ਹਾਈ ਕੋਰਟ ਦੇ ਜੱਜ ਸਾਹਿਬ ਜਿਹੜੇ ਨੇ, ਉਹਨਾਂ ਦੀ ਡਿਊਟੀ ਲੱਗੀ ਸੀ ਕਿ ਸੁਪਰਵਿਜ਼ਨ ਕਰੋ। ਆ ਦਿਨ 3 ਨਹੀਂ ਹੋਏ, ਉਹਨੇ ਮੰਤਰੀ ਦਾ ਪੁੱਤ ਤੇ ਉਹਦੇ ਸਮੇਤ ਦਰਜਨ ਤੋਂ ਵੱਧ ਬੰਦਿਆਂ ਦੇ ਖਿਲਾਫ ਚਾਰਜ ਸ਼ੀਟ ਉੱਥੇ ਚਲੇ ਗਈ ਹੈ, ਬੰਦੇ ਦੀ ਜ਼ਮਾਨਤ ਤੱਕ ਨਹੀਂ ਹੋਈ। ਇਸ ਕਰਕੇ ਅਸੀਂ ਉਮੀਦ ਕਰਦੇ ਹਾਂ, ਆਸ ਕਰਦੇ ਹਾਂ, ਕਿਉਂਕਿ ਲੋਕਤੰਤਰ ਨਿਆਂਪਾਲਿਕਾ ਦੇ ਉੱਤੇ ਬਹੁਤ ਮਜ਼ਬੂਤ ਤਰੀਕੇ ਖੜਾ ਹੋਣਾ ਚਾਹੀਦਾ ਕਿ ਇਹ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਤੱਕ ਦੀ ਗੱਲ ਹੈ, ਇਹ ਤਾਂ ਇੱਕ ਸੂਬੇ ਦੀ ਬਦਨਾਮੀ ਤੱਕ ਹੋਣ ਦਾ ਮਸਲਾ ਹੈ ਕਿ ਇਹਦੇ ਵਿੱਚ ਸਾਰਾ ਕੁਝ ਆਪਣੇ ਹੱਥਾਂ ਦੇ ਵਿੱਚ ਲੈ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇਕੱਲਾ ਨਿਤਾਰਨ ਨਾ, ਵੱਖੋ ਵੱਖਰਾ ਕਰ ਦੇਣ। ਤੇ ਇੱਥੇ ਇੱਕ ਨਹੀਂ, ਮੈਂ ਤਾਂ ਇਹ ਕਹਿੰਦਾ ਦੁੱਧ ਦਾ ਦੁੱਧ ਛੱਡ ਕੇ ਉਹ ਤਾਂ ਪੇੜਾ ਵੀ ਆ ਗਿਆ ਮੱਖਣ ਵਾਲਾ। ਤੁਸੀਂ ਲਖੀਮਪੁਰ ਖੀਰੀ ਵਾਲੀ ਗੱਲ ਕੀਤੀ, ਉਹਦੇ 'ਚ ਵੀ ਪਹਿਲਾਂ ਕੁਝ ਹੋਰ ਸੀਗਾ, ਅਚਾਨਕ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਤੇ ਕਹਾਣੀ ਬਦਲ ਜਾਂਦੀ ਜੀ। ਇੱਥੇ ਵੀ 2 ਦਿਨ ਕੁਝ ਹੋਰ ਚੱਲਦਾ ਰਿਹਾ, ਅਚਾਨਕ ਹੁਣ ਜਿਹੜੀ ਉਹ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਵੱਲੋਂ ਇੱਕ ਜਿਹੜੀ ਵੀਡੀਓ ਦਿੱਤੀ ਗਈ ਹੈ, ਉਹਦੇ ਤੋਂ ਬਾਅਦ ਕਹਾਣੀ ਕੁਝ ਹੋਰ ਨਜ਼ਰ ਆਉਂਦੀ। ਸੰਧਾਲੀਆ ਸਾਹਿਬ, ਮੈਂ ਉੱਥੇ ਵੀ ਥੋੜ੍ਹੇ ਜਿਹੇ ਆਪਣੇ ਵਿਚਾਰ ਜਿਹੜੇ ਇਸ ਪਾਸੇ ਨੂੰ ਲੈ ਕੇ ਜਾਣਾ ਕਿ ਪਹਿਲਾਂ ਚਰਚਾ ਇਹ ਕੀਤੀ ਗਈ ਜੀ ਕਿਸਾਨ ਨੇੜੇ ਪਹੁੰਚ ਗਿਆ ਸੀ, ਜਾਂ ਪ੍ਰਦਰਸ਼ਨਕਾਰੀ ਸ਼ਬਦ ਵਰਤ ਲਓ। ਜਦੋਂ ਕਿਸਾਨ ਜਥੇਬੰਦੀਆਂ ਨੇ ਕਹਿਤਾ ਜੀ ਅਸੀਂ ਤਾਂ ਰੋਕਣਾ ਹੀ ਨਹੀਂ ਸੀ, ਸਾਨੂੰ ਕੀ ਪਤਾ ਪ੍ਰਧਾਨ ਮੰਤਰੀ ਸਾਹਿਬ ਆ ਰਿਹਾ। ਹੁਣ ਜਿਹੜੀ ਵੀਡੀਓ ਚੱਲਦੀ ਹੈ, ਹੁਣ ਉਸ ਵੀਡੀਓ ਦੇ ਵਿੱਚੋਂ ਇਹ ਬਿਲਕੁਲ ਕਲੀਅਰ ਹੈ ਕਿ ਫਲਾਈਓਵਰ ਦੇ ਉੱਤੇ 2 ਸੜਕਾਂ ਨੇ, ਵਿਚਾਲੇ ਬੈਰੀਕੇਡ ਜਿਹਾ ਹੈ। ਇੱਕ ਪਾਸੇ ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ, ਤੇ ਤਸਵੀਰ ਦੇ ਵਿੱਚੋਂ ਲੱਗਦਾ ਹੈ ਕਿ ਗੱਡੀ ਦੇ ਮੂਹਰੇ ਪ੍ਰਧਾਨ ਮੰਤਰੀ ਸਾਹਿਬ ਬੈਠੇ ਆ ਤੇ ਉਹ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੇ ਬੰਦੇ ਆਲੇ ਦੁਆਲੇ ਖੜੇ ਆ। ਹੁਣ ਇਧਰਲੇ ਪਾਸੇ ਸੜਕ ਦੇ ਦੂਜੇ ਪਾਸੇ ਜਿਹੜੀ ਵੀਡੀਓ ਬਣਦੀ ਹੈ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਹੈ, ਮੋਦੀ ਸਾਹਿਬ ਜ਼ਿੰਦਾਬਾਦ ਦੇ ਨਾਅਰੇ ਹੈ,
ਭਾਰਤੀ ਜਨਤਾ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਆ ਤੇ ਉਹਨਾਂ ਦੇ ਵਿੱਚੋਂ ਭਾਜਪਾ ਦੇ ਜਿਹੜੇ ਵਰਕਰ ਨੇ ਉਹ ਵੀ ਕਹਿੰਦੇ ਹੈ ਮੋਦੀ ਸਾਹਿਬ ਹੈ। ਉਹਨਾਂ ਦੇ ਲਈ ਵੀ ਹੈਰਾਨੀ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਉੱਥੇ ਰੁਕੇ ਹੋਏ ਆ, ਕਾਫਲਾ ਰੁਕਿਆ। ਸੰਧਾਲੀਆ ਸਾਹਿਬ, ਇਹਦਾ ਮਤਲਬ ਇਹ ਹੋ ਗਿਆ ਕਿ ਅਜੇ ਤੱਕ ਦੀਆਂ ਵੀਡੀਓਜ਼ ਦੇ ਵਿੱਚੋਂ, ਅਜੇ ਤੱਕ ਦੀਆਂ ਕਹਿ ਰਿਹਾ, ਇਹ ਤਾਂ ਪਤਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ ਉਸ ਕਾਫਲੇ ਦੇ ਬਹੁਤ ਨੇੜੇ ਸੀ, ਪਰ ਪ੍ਰਦਰਸ਼ਨਕਾਰੀ ਉਹਨੇ ਨੇੜੇ ਕਿਤੇ ਨਜ਼ਰ ਨਹੀਂ ਆਏ ਕਿਸੇ ਵੀਡੀਓ ਦੇ ਵਿੱਚ। ਦੂਸਰੀ ਗੱਲ ਕਿ ਜੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਵੀ ਨੇੜੇ ਸੀ ਤਾਂ ਇਹਦਾ ਮਤਲਬ ਇਹ ਥੋੜੀ ਕਿ ਬਹੁਤ ਚੰਗੀ ਗੱਲ ਸੀ। ਪ੍ਰਧਾਨ ਮੰਤਰੀ ਦੇ ਕਾਫਲੇ ਦੇ ਨੇੜੇ ਭਾਜਪਾ ਦੇ ਸਿਆਸੀ ਵਰਕਰ ਵੀ ਕਿੱਦਾਂ ਗਏ? ਉੱਥੇ ਉਹ ਵੀ ਨਹੀਂ ਸੀ ਜਾ ਸਕਦੇ। ਉਹਨਾਂ ਦਾ ਜਾਣਾ ਵੀ ਜਿਹੜਾ ਆਪਣੇ ਆਪ ਦੇ ਵਿੱਚ ਪਤਾ ਲੱਗਣਾ ਚਾਹੀਦਾ, ਕਿਉਂਕਿ ਉਹਨਾਂ ਦੀ ਕਿਹੜਾ ਸਕੈਨਿੰਗ ਕੀਤੀ ਹੋ ਸੀ ਕਿ ਭਾਈ ਜੇ ਕਿਸੇ ਨੇ ਕਿਸੇ ਪਾਰਟੀ ਦਾ ਝੰਡਾ ਫੜ ਲਿਆ ਤਾਂ ਉਹੀ ਬੰਦੇ ਹੈ ਤਾਂ ਇਹ ਵੀ ਸਿਕਿਉਰਿਟੀ ਦੇ ਵਿੱਚ ਕਮੀ ਹੈ, ਉਹਦਾ ਵੀ ਪਤਾ ਲੱਗੇ। ਪਰ ਮੈਂ ਫੇਰ ਕਹਿਣਾ, ਇਹ ਵੀਡੀਓ ਤਾਂ ਹੈ ਕਿ ਪ੍ਰਧਾਨ ਮੰਤਰੀ ਜ਼ਿੰਦਾਬਾਦ ਦੇ ਨਾਅਰੇ ਲਾਉਣ ਵਾਲੇ ਲੋਕ ਜਿਹੜੇ ਸੜਕ ਦੇ ਦੂਜੇ ਪਾਸੇ ਸੀ, ਪਰ ਪ੍ਰਦਰਸ਼ਨਕਾਰੀ ਕਿਤੇ ਬਹੁਤ ਦੂਰ ਦੀ ਗੱਲ ਸੀ, ਉਹਨਾਂ ਦੀ ਕੋਈ ਵੀਡੀਓ ਜੇ ਸਾਹਮਣੇ ਨਹੀਂ ਆਈ। ਤਾਂ ਨਹੀਂ, ਆਉਣ ਵਾਲੇ ਦਿਨਾਂ 'ਚ ਆ ਜਾਵੇ ਤੇ ਵਧੀਆ ਗੱਲ ਆ, ਪਰ ਮੈਂ ਇਹਦੋਂ ਗੱਲੋਂ ਬੜਾ ਹੈਰਾਨ ਆ ਕਿ ਵੀ ਉੱਥੇ ਜੇ ਇੰਨਾ ਵੱਡਾ ਰਸ਼ ਸੀ, ਇਕੱਠ ਸੀ, ਹਰੇਕ ਬੰਦੇ ਦੀ ਮੋਬਾਈਲ ਜੇਬ ਦੇ ਵਿੱਚ ਮੋਬਾਈਲ ਹੁੰਦਾ ਤੇ ਹਰੇਕ ਨੂੰ ਆਦਤ ਵੀ ਹੁੰਦੀ ਆ ਵੀ ਯਾਰ ਫਟਾਫਟ ਮੈਂ ਵੀਡੀਓ ਬਣਾ ਲਵਾਂ। ਹੋ ਸਕਦਾ ਬਹੁਤ ਸਾਰੇ ਬੰਦਿਆਂ ਦੇ ਕੋਲ ਵੀਡੀਓ ਅਜੇ ਵੀ ਹੋਣ। ਆਪਾਂ ਚਲੋ ਇਹ ਬੇਨਤੀ ਕਰਦੇ ਵੀ ਜੇ ਉੱਥੇ ਕੋਈ ਸੀਗਾ ਕਿਸੇ ਦਾ ਰਿਸ਼ਤੇਦਾਰ, ਕਿਸੇ ਨੇ ਕਿਸੇ ਨੂੰ ਵਿਖਾਈ ਆ ਵੀਡੀਓ, ਯਾਰ ਮੈਂ ਉਦੋਂ ਵੇਖੀ, ਉਦੋਂ ਨਾ ਗੱਡੀ ਐਂ ਜੇ ਖੜੀ, ਸਾਡੇ ਵਾਲੀ ਬੱਸ ਇੱਥੇ ਸੀ ਜਾਂ ਟਰਾਲੀ ਇੱਥੇ ਸੀ ਜਾਂ ਮੈਂ ਇੱਥੇ ਫਸਿਆ ਸੀ, ਕਿਸੇ ਕੋਲੇ ਜੋ ਵੀ ਹੋਵੇ ਤਾਂ ਜ਼ਰੂਰ ਵੀਡੀਓ ਮੇਰੇ ਖਿਆਲ ਨਾਲ ਬਾਹਰ ਕਰਨੀ ਚਾਹੀਦੀ, ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ। ਕਿਉਂਕਿ ਕਾਰਨ ਇਹ ਆ ਵੀ ਜਿਹੜੀ ਗੱਲ ਬੀਜੇਪੀ ਵੱਲੋਂ ਕਹੀ ਜਾ ਰਹੀ ਹੈ ਜਾਂ ਪ੍ਰਧਾਨ ਮੰਤਰੀ ਸਾਹਿਬ ਦੇ ਦਫ਼ਤਰ ਵੱਲੋਂ ਕਹੀ ਜਾ ਰਹੀ ਵੀ ਸਿਕਿਉਰਿਟੀ ਦੇ ਵਿੱਚ ਆਹ ਕਮੀ ਰਹਿ ਗਈ, ਉਹੋ ਜਿਹਾ ਵੀ ਕੱਲ ਨੂੰ ਨਾ ਕਿਤੇ ਕੁਝ ਵਾਪਰੇ, ਮੇਰੇ ਖਿਆਲ ਨਾਲ ਉਹਦੇ ਲਈ ਵੀ ਦੇਣੀ ਚਾਹੀਦੀ ਵੀਡੀਓ। ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਮੈਂ ਤਾਂ ਇਸ ਗੱਲੋਂ ਹੈਰਾਨ ਆ, ਇੱਥੇ ਜੇ ਕੋਈ ਮੰਤਰੀ ਸਾਹਿਬ ਵੀ ਹੁਣ ਤਾਂ ਉਹਨਾਂ ਦੀਆਂ ਗੱਡੀਆਂ ਦੇ ਅੱਗੇ ਕੋਈ ਨਾ ਕੋਈ ਲੱਗਾ ਹੁੰਦਾ। ਜੇ ਉਸ ਸੜਕ ਦੀ ਕਲੀਨ ਚਿੱਟ ਦਿੱਤੀ ਸੀ ਕਿ ਇੱਥੋਂ ਦੀ ਆ ਜਾਓ, ਰੌਲਾ ਇਸ ਗੱਲ ਦਾ ਨਹੀਂ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਰੁਕਿਆ ਹੈ, ਇਹ ਗੱਲ ਦਾ ਰੌਲਾ ਜ਼ਰੂਰ ਹੈ ਕਿ ਉਹ ਫਲਾਈਓਵਰ ਤੇ ਰੁਕਿਆ। ਤੁਸੀਂ ਇਹ ਦੇਖੋ ਕਿ ਜੇ ਅਗਲੇ ਪਾਸੇ ਫਲਾਈਓਵਰ ਉਤਰਦਿਆਂ ਸਾਰੇ ਕਿਸਾਨਾਂ ਨੇ ਜਾਂ ਪ੍ਰਦਰਸ਼ਨਕਾਰੀਆਂ ਨੇ ਜਾਮ ਲਾਇਆ, ਮੰਨ ਲਓ, ਕੀ ਪ੍ਰਧਾਨ ਮੰਤਰੀ ਸਾਹਿਬ ਦੀ ਆਪਦੀ ਕਾਰ ਤੋਂ 20-25-40 ਫੁੱਟ ਦੂਰ ਹੀ ਪਹਿਲੀਆਂ ਕਾਰਾਂ ਚੱਲਦੀਆਂ ਸੀ, ਕਿਲੋਮੀਟਰ ਤੱਕ ਤਾਂ ਘੱਟੋ ਘੱਟ ਬੰਦੇ ਉਹਨਾਂ ਦੇ ਪਹਿਲਾਂ ਹੁੰਦੇ ਆ। ਇੰਨਾ ਸੁਰੱਖਿਆ ਤੰਤਰ ਫੇਲ ਹੋ ਗਿਆ। ਪ੍ਰਧਾਨ ਮੰਤਰੀ ਸਾਹਿਬ ਦੀਆਂ ਗੱਡੀਆਂ ਫਲਾਈਓਵਰ ਚੜ੍ਹਨ ਤੋਂ ਪਹਿਲਾਂ ਰੁਕਣੀਆਂ ਚਾਹੀਦੀਆਂ ਸੀ ਕਿ ਮੋਰੇ ਇਨਫੋਰਮੇਸ਼ਨ ਆਉਂਦੀ ਕਿ ਭਾਈ ਸੜਕ ਰੋਕ ਲਈ ਗਈ ਹੈ, ਤੁਸੀਂ ਘੱਟੋ ਘੱਟ ਫਲਾਈਓਵਰ ਦੇ ਨੇੜੇ ਨਹੀਂ ਚਾਹੀਦੇ, ਕਿਉਂਕਿ ਆਲੇ ਦੁਆਲੇ ਜੇ ਜ਼ਮੀਨ ਹੋਵੇ ਪੱਧਰੀ, ਸੁਰੱਖਿਆ ਦੇ 20 ਢੰਗ ਤਰੀਕੇ ਹੁੰਦੇ ਆ। ਫੇਲੀਅਰ ਤਾਂ ਹੈ ਕਿ ਭਾਈ ਫਲਾਈਓਵਰ ਉਤਰਦੇ ਹੀ ਜਾਮ ਲੱਗਾ ਆ ਤੇ ਪ੍ਰਧਾਨ ਮੰਤਰੀ ਸਾਹਿਬ ਦੀਆਂ ਗੱਡੀਆਂ ਫਲਾਈਓਵਰ ਦੇ ਉੱਪਰ ਚੜ੍ਹ ਗਈਆਂ ਤਾਂ ਫੇਰ ਪਤਾ ਲੱਗਾ, ਫੇਰ ਰੋਕੀਆਂ ਗਈਆਂ। ਉਹ 2 ਕਿਲੋਮੀਟਰ ਪਹਿਲਾਂ ਕਿਉਂ ਨਾ ਇਨਫੋਰਮੇਸ਼ਨ ਆਈ? ਕੋਈ ਗੱਡੀ 2 ਕਿਲੋਮੀਟਰ ਮੋਰੇ ਨਹੀਂ ਸੀ ਚੱਲਦੀ, ਕੋਈ ਗੱਡੀ ਰਸਤਾ ਕਲੀਅਰ ਹੋਣ ਦਾ ਸਿਗਨਲ ਨਹੀਂ ਸੀ ਦੇ ਰਹੀ। ਕੀ ਉਹਦੇ ਵਿੱਚ ਪੰਜਾਬ ਪੁਲਿਸ ਦਾ ਕਸੂਰ ਹੈ ਜਾਂ ਕੇਂਦਰੀ ਏਜੰਸੀਆਂ ਦਾ ਕਸੂਰ ਹੈ? ਤਾਂ ਆਪਾਂ ਸਾਰਾ ਕੁਝ ਦੇਖਦੇ ਹਾਂ, ਇਹਦਾ ਤਾਂ ਪਤਾ ਲੱਗਣਾ ਚਾਹੀਦਾ ਤਾਂ ਜੋ ਭਵਿੱਖ ਦੇ ਵਿੱਚ ਇਦਾਂ ਦੀ ਕੋਈ ਘਟਨਾ ਨਾ ਘਟੇ। ਹੁਣ ਜਿਹੜੇ ਸੱਜਣ ਉੱਥੇ ਗਏ ਸੀ, ਮੇਰੇ ਖਿਆਲ ਸ਼ਿਵਮ ਸ਼ਰਮਾ, ਜਾਂ ਮੈਂ ਉਹਨਾਂ ਦਾ ਨਾਂ ਇੱਥੇ ਲਿਖ ਕੇ ਲਿਆਇਆ ਸੀ, ਸ਼ਿਵਮ ਸ਼ਰਮਾ ਨੇ, ਉਹ ਮੀਡੀਆ ਦੇ ਵਿੱਚ ਵੀ ਆਏ। ਉਹ ਕਹਿੰਦੇ ਜੀ ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਦੂਜੇ ਪਾਸੇ ਪਹਿਲਾਂ ਰੁਕਿਆ ਸੀ, ਅਸੀਂ ਤਾਂ ਰੈਲੀ ਦੇ ਵਿੱਚ ਜਾਂਦੇ ਸੀ, ਅਸੀਂ ਮਗਰ ਗਏ, ਜਦੋਂ ਅਸੀਂ ਉੱਥੇ ਦੇਖਿਆ ਪ੍ਰਧਾਨ ਮੰਤਰੀ ਸਾਹਿਬ ਉਹ ਦੇਸ਼ ਦੀ ਸ਼ਾਨ ਨੇ, ਅਸੀਂ ਲਾਏ ਆ ਨਾਅਰੇ ਉੱਥੇ। ਹਾਲਾਂਕਿ ਉਹਨਾਂ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਦੇ ਕੋਲ ਸੀ ਤਾਂ ਪ੍ਰਦਰਸ਼ਨਕਾਰੀ ਵੀ ਕੋਲ ਸੀ। ਉਹ ਕਹਿੰਦੇ ਅੱਗੇ ਜਾਮ ਲੱਗਾ ਹੋਇਆ ਸੀਗਾ। ਜਾਣੀ ਜਿਹੜੇ ਬੰਦੇ ਪ੍ਰਧਾਨ ਮੰਤਰੀ ਸਾਹਿਬ ਜ਼ਿੰਦਾਬਾਦ ਦਾ ਨਾਅਰਾ ਲਾਉਂਦੇ ਸੀ ਉਹ ਮੀਡੀਆ ਦੇ ਸਾਹਮਣੇ ਵੀ ਆਏ ਆ। ਉਹ ਕਹਿੰਦੇ ਆ ਕਿ ਭਾਈ ਅਸੀਂ ਉਹਨਾਂ ਦੇ ਸਮਰਥਕ ਸੀ, ਰੈਲੀ ਚੱਲੇ ਸੀ, ਕਿਹਾ ਉਹਨਾਂ ਨੇ ਵੀ ਨਹੀਂ ਕਿ ਭਾਈ ਪ੍ਰਦਰਸ਼ਨਕਾਰੀ ਨੇੜੇ ਪੁੱਜੇ ਸੀ। ਨਹੀਂ, ਮਤਲਬ ਇਹ ਕਿਤੇ ਨਾ ਕਿਤੇ ਕਹਾਣੀ ਤੇ ਹੈਗੀ ਆ ਗੋਲ, ਤੇ ਆਪਾਂ ਆਪਣਾ ਕੰਮ ਉਹਨਾਂ ਵੀ ਜਿੰਨਾ ਉਧਰੋਂ ਪਿੰਨਾ ਉੱਧੜਦਾ ਜਾਵੇ ਜੀ, ਓਨੀ ਉੱਨ ਵਲੇਟ ਕੇ ਦੱਸੀ ਜਾਣੀ ਵੀ ਇੰਨੀ ਕਿ ਨਿਕਲ ਆਈ ਸਬੂਤੀ ਜਿਹਦਾ ਸਵੈਟਰ ਬੁਣਿਆ ਜਾ ਸਕਦਾ, ਕਿਉਂਕਿ ਆਪਣੇ ਕੋਲ ਉਹ ਕੰਮ ਤਾਂ ਨਹੀਂ। ਦੇਖੀਏ ਹਮ ਦਿਖਾएंगे आपको, हम कुछ नहीं दिखाएंगे जी, हम कुछ नहीं दसेंगे, जो ਜਿੱਦਾਂ ਹੈ ਆਪਾਂ ਉਹ ਉਦਾਂ ਦੱਸ ਦਈਦਾ, ਕਿਉਂਕਿ ਹਮਾਰੇ ਪਾਸ ਦੱਸਣ ਨੂੰ ਕੁਝ ਨਹੀਂ ਹੈ ਜੋ ਅੰਦਰਲਾ। ਸਾਡੇ ਕੋਲੇ ਤਾਂ ਉਨੀ ਕੁ ਗੱਲ ਹੀ ਹੈ ਵੀ ਜਿਹੜੀ ਗੱਲ ਪਤਾ ਲੱਗਦੀ ਹੈ ਉਹਦੇ ਸਾਰੇ ਪੱਖ ਦੱਸ ਦਿਓ। ਫੈਸਲਾ ਡਿਸੀਜਨ ਮੇਕਿੰਗ ਲੋਕਾਂ ਕਰਨਾ। ਤੁਸੀਂ ਉਹ ਤਾਂ ਗੱਲ ਕੀਤੀ ਨਾ ਕੈਪਟਨ ਸਾਹਿਬ ਦੇ ਬਾਰੇ ਚ। ਹਾਂ, ਮੈਂ ਇੱਕ ਬੇਨਤੀ ਹੋਰ ਕਰਨੀ ਸੀ ਜੀ, ਮਾਫ ਕਰਨਾ। ਨਹੀਂ ਮਾਫ ਕਰਾਂਗੇ ਹੁਣ ਕਿਸੇ ਗੱਲ ਨਾਲ ਹੀ, ਮਾਫੀ ਨਾ ਦਿਓ, ਮਾਫ ਕਰਨਾ ਹੀ। ਸੰਧਾਲੀਆ ਸਾਹਿਬ, ਇਹਦੇ ਵਿੱਚ ਨਾ ਬਲਵੀਰ ਸਿੰਘ ਰਾਜੇਵਾਲ ਸਾਹਿਬ ਜਿਹੜੇ ਆ, ਉਹਨਾਂ ਦਾ ਇੱਕ ਵੀਡੀਓ ਸਾਹਮਣੇ ਆਇਆ। ਉਹਨਾਂ ਨੇ ਬੇਨਤੀ ਕੀਤੀ, ਕਹਿੰਦੇ ਜੀ ਪੰਜਾਬ ਦੇ ਲੋਕ ਬਹੁਤ ਚੰਗੀ ਤਰ੍ਹਾਂ ਰਲ ਮਿਲ ਕੇ ਰਹਿੰਦੇ ਆ, ਤੁਸੀਂ ਪਿਛਲੇ ਸਮੇਂ 'ਚ ਵੀ ਦੇਖ ਲਿਆ ਤੇ ਹੁਣ ਵੀ ਰਹਿੰਦੇ। ਕਹਿੰਦੇ ਮੈਂ ਤਾਂ ਇੱਕ ਲੋਕਾਂ ਨੂੰ ਬੇਨਤੀ ਕਰਦਾ ਕਿ ਇਕੱਠੇ ਰਹੋ, ਭਾਈਚਾਰਕ ਸਾਂਝ ਕਾਇਮ ਰੱਖਿਓ। ਦੂਸਰਾ, ਉਹਨਾਂ ਨੇ ਸ਼੍ਰੀ ਨਰਿੰਦਰ ਮੋਦੀ ਆਖਿਆ, ਪ੍ਰਧਾਨ ਮੰਤਰੀ ਸਾਹਿਬ ਨੂੰ ਸਤਿਕਾਰ ਦਿੱਤਾ ਹੈ। ਤੀਸਰਾ, ਉਹਨਾਂ ਨੇ ਆਖਿਆ, ਉਹ ਕਹਿੰਦੇ ਜੀ ਕਿਸਾਨ ਜਥੇਬੰਦੀਆਂ ਨੇ ਕੋਈ ਪ੍ਰਧਾਨ ਮੰਤਰੀ ਸਾਹਿਬ ਦਾ ਰਾਹ ਨਹੀਂ ਸੀ ਰੋਕਣਾ, ਇਹਨਾਂ ਦੀ ਸਰਕਾਰਾਂ ਦੀ ਗਲਤੀ ਹੈ, ਸਰਕਾਰਾਂ ਦੀ ਨਾਕਾਮੀ ਹੈ, ਉਹਨਾਂ ਨੇ ਤਾਂ ਹਵਾਈ ਰਸਤੇ ਜਾਣਾ ਸੀ, ਕਿਸਾਨਾਂ ਦੇ ਗਲ ਨਾ ਪਾਇਓ।
ਜੇ ਪਤਾ ਹੁੰਦਾ ਕਿ ਭਾਈ ਉੱਥੋਂ ਦੀ ਪ੍ਰਧਾਨ ਮੰਤਰੀ ਸਾਹਿਬ ਨੇ ਲੰਘਣਾ, ਕਦੇ ਨਹੀਂ ਸੀ ਕਹਿੰਦੇ ਰੋਕਣਾ। ਉਹ ਤਾਂ ਗੱਲਾਂ ਕੁਝ ਹੋਰ ਸੀ। ਪਹਿਲਾਂ ਦਾ ਪ੍ਰੋਗਰਾਮ ਦਿੱਤਾ ਸੀ, DC ਦਫ਼ਤਰ ਮੂਹਰੇ ਜਾਣਾ ਸੀ। ਕੇਂਦਰ ਦੀ ਗਲਤੀ ਹੋਊਗੀ ਜਾਂ ਸੂਬੇ ਦੀ ਹੋਊਗੀ, ਕਹਿੰਦੇ ਕਿਸੇ ਹੋਰ ਦੇ ਗਲ ਪਾ ਕੇ ਪੰਜਾਬੀਆਂ ਨੂੰ ਜਾਂ ਕਿਸਾਨਾਂ ਨੂੰ ਬਿਲਕੁਲ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ, ਤੇ ਲੋਕੋ ਕਹਿੰਦੇ ਨਾ ਤੁਸੀਂ ਚੇਤ ਰਿਓ। ਹਾਂ, ਨਹੀਂ, ਇਹ ਉਹਨਾਂ ਦਾ ਬਿਆਨ ਆਇਆ। ਅੱਛਾ, ਮੈਂ ਗੱਲ ਕਰ ਰਿਹਾ ਸੀ ਕਿ ਵੀ ਜਿਹੜੇ ਤੁਸੀਂ ਜ਼ਿਕਰ ਕੀਤਾ ਨਾ ਕਿ ਸਿੱਧੂ ਸਾਹਿਬ ਵੀ ਕਹਿੰਦੇ ਵੀ ਯਾਰ ਮੈਂ ਪਹਿਲਾ ਬੰਦਾ ਵੇ ਜਿਹੜਾ ਖਾਲੀ ਕੁਰਸੀਆਂ ਨੂੰ ਸੰਬੋਧਨ ਕਰ ਰਿਹਾ। ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਗ੍ਰਹਿ ਮੰਤਰੀ ਨੇ, ਜਿਨ੍ਹਾਂ ਦੇ ਬਾਰੇ 'ਚ ਅਸ਼ਵਨੀ ਸ਼ਰਮਾ ਸਾਹਿਬ ਰਾਜਪਾਲ ਸਾਹਿਬ ਨੂੰ ਕਹਿ ਗਿਆ ਵੀ ਬੰਦੇ ਦੇ ਕੋਲੋਂ ਕੁਰਸੀ ਖੋਲੋ ਜੀ, ਉਹਨਾਂ ਕੋਲੋਂ ਗ੍ਰਹਿ ਵਿਭਾਗ ਨਹੀਂ ਸੰਭਾਲਿਆ ਜਾਂਦਾ। ਉਹਨਾਂ ਨੂੰ ਪੁੱਛ ਲਿਆ, ਉਹ ਬੜੇ ਤੱਤੇ ਭਾਰੇ ਕਹਿੰਦੇ ਯਾਰ ਕਮਾਲ ਹੋ ਗਈ। ਕੈਪਟਨ ਸਾਹਿਬ ਕਹਿੰਦੇ ਰਾਜਪਾਲ ਰਾਸ਼ਟਰਪਤੀ ਰਾਜ ਦਾ ਨਾ, ਕੈਪਟਨ ਅਮਰਿੰਦਰ ਸਿੰਘ ਦਾ ਰਾਜ ਲਾ ਦਿਓ ਯਾਰ ਇੱਥੇ, ਉਹਦਾ ਰਾਜ ਚਾਹੀਦਾ। ਕਹਿੰਦੇ ਮੈਂ ਤੇ ਹੈਰਾਨ ਆ ਵੀ 4-4.5 ਸਾਲ ਅਸੀਂ 20,000 ਬੰਦਾ ਇਕੱਠਾ ਕਰਕੇ ਨਾ ਰੈਲੀਆਂ ਖਚਾ ਖਚ ਭਰੀ ਹੋਣੀ, ਤੇ ਅਸੀਂ ਉੱਪਰ ਨੂੰ ਵੇਖਣਾ ਵੀ ਕਿਤੇ ਮਹਾਰਾਜਾ ਸਾਹਿਬ ਦਾ ਹੈਲੀਕਾਪਟਰ ਆਵੇ, ਕਿਤੇ ਉਤਰਨ, ਕਿਤੇ ਲੋਕਾਂ ਨੂੰ ਮਿਲ ਪੈਣ, ਦਿਸ ਪੈਣ। ਹੈ ਕਹਿੰਦਾ ਨਾ ਫੋਨ ਆਉਣਾ, ਉਹਦਾ ਨਾ ਜੀ ਸਿਹਤ ਨਹੀਂ ਠੀਕ, ਉਹ ਫਿਰ ਉੱਥੇ ਹੀ ਆ, ਮਤਲਬ ਅੰਦਰ ਹੀ ਨੇ, ਅਜੇ ਨਿਕਲੇ ਨਹੀਂ। ਕਹਿੰਦਾ ਵੀ ਮੈਂ ਹੈਰਾਨ ਸੀ ਵੀ ਜਦੋਂ ਲੋਕ ਸੁਣਨ ਨੂੰ ਕਾਲੇ ਹੁੰਦੇ ਸੀ, ਅਸੀਂ ਸੱਦਦੇ ਸੀ ਲੋਕਾਂ ਨੂੰ, ਉਦੋਂ ਬੰਦਾ ਨਿਕਲਿਆ ਨਹੀਂ। ਜਿੱਦਣ ਕਹਿੰਦੇ ਖਾਲੀ ਕੁਰਸੀਆਂ, ਉਦੋਂ ਕਹਿੰਦੇ ਦੇ ਬਿਆਨ ਤੇ ਬਿਆਨ। ਉੱਥੇ ਕਹਿੰਦੇ ਵੀ ਉਹਨਾਂ ਦਾ ਰਾਜ ਚਾਹੀਦਾ, ਕਿਤੇ ਗਵਰਨਰ ਲਾ ਦਿਓ ਪੰਜਾਬ ਦਾ, ਕਹਿੰਦੇ ਕਿਤੇ ਸੂਤ ਲਾ ਦਿਓ ਉਹਨਾਂ ਦਾ ਵੀ ਸੂਤ। ਇਹ ਰੰਧਾਵਾ ਸਾਹਿਬ ਦਾ ਬਿਆਨ, ਮਤਲਬ ਦੇਖੋ ਕਿਸ ਹਿਸਾਬ ਦੇ ਬਿਆਨ ਆ ਰਹੇ ਇਸ ਸਿਆਸਤ ਦੇ। ਨਹੀਂ, ਬੜੀ ਕਮਾਲ ਦੀ ਗੱਲ ਹੈ। ਬਾਕੀ ਜੇ ਤੁਸੀਂ ਸਿਆਸਤ ਦਾ ਜ਼ਿਕਰ ਕੀਤਾ ਹੀ ਆ, ਆਪਾਂ ਭੋਰਾ ਕਿ ਇੱਧਰਲੇ ਪਾਸਿਓਂ ਉਧਰਲੇ ਪਾਸੇ ਜਾਣਾ ਹੈ। ਅਸੀਂ ਇੱਕ ਬੇਨਤੀ ਕਰਨੀ ਹੈ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਕਿ ਭਾਈ ਤੁਹਾਡੇ ਕੋਲੇ ਚਾਂਸ ਨੇ, ਅਜੇ ਵੀ ਚਾਂਸ ਇਹ ਨੇ, ਕਿਉਂਕਿ ਖੱਟਰ ਸਾਹਿਬ ਨੇ ਕਹਿਤਾ ਸੀ ਕਿ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਓ। ਮਨੋਹਰ ਲਾਲ ਖੱਟਰ ਜੀ, ਹਰਿਆਣੇ ਦੇ ਮੁੱਖ ਮੰਤਰੀ ਜੀ, ਉਹ ਕਹਿੰਦੇ ਜੀ ਹੈ ਨਹੀਂ ਅਮਨ ਕਾਨੂੰਨ ਦੀ ਵਿਵਸਥਾ ਠੀਕ, ਉੱਥੇ ਪ੍ਰਧਾਨ ਮੰਤਰੀ ਸਾਹਿਬ ਦੀ ਸੁਰੱਖਿਆ ਨਹੀਂ ਤਾਂ ਕੀ ਸੁਰੱਖਿਆ ਕਰਨਗੇ, ਰਾਸ਼ਟਰਪਤੀ ਰਾਜ ਲਾ ਦਿਓ, ਰਾਸ਼ਟਰਪਤੀ ਰਾਜ ਵਿੱਚ ਵੋਟਾਂ ਪਵਾਓ, ਫਿਰ ਅਸਲ ਦੇ ਵਿੱਚ ਪਤਾ ਲੱਗੂਗਾ। ਅਸੀਂ ਕਹਿੰਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਨਾ ਪੱਛਮੀ ਬੰਗਾਲ ਦੇ ਵਿੱਚ ਚਿਤਰੰਜਨ ਕੈਂਸਰ ਹਸਪੀਟਲ ਦਾ ਉਦਘਾਟਨ ਕੀਤਾ, ਵਰਚੁਅਲ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਇੱਕ ਸਮਾਗਮ ਹੋਇਆ। ਸਕਰੀਨ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਨਜ਼ਰ ਆਉਂਦੇ ਨੇ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਨਜ਼ਰ ਆਉਂਦੇ ਨੇ, ਹੋਰ ਕਈ ਸ਼ਖਸੀਅਤਾਂ, ਤੇ ਉਹਦੇ ਵਿੱਚੋਂ ਹੀ ਉਦਘਾਟਨ ਕੀਤਾ ਪ੍ਰਧਾਨ ਮੰਤਰੀ ਸਾਹਿਬ ਨੇ। ਠੀਕ ਹੈ, ਰੈਲੀ ਦੇ ਵਿੱਚ ਨਹੀਂ ਪਹੁੰਚ ਸਕੇ, ਪਹੁੰਚਣਾ ਚਾਹੀਦਾ ਸੀ, ਪਹੁੰਚ ਦੇਣਾ ਚਾਹੀਦਾ ਸੀਗਾ, ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਪਹੁੰਚ ਸਕੇ, ਕੋਈ ਗੱਲ ਨਹੀਂ। ਪਰ ਜੇ ਕਲਕੱਤੇ ਦੇ ਹਸਪਤਾਲ ਦਾ ਉਦਘਾਟਨ ਉੱਥੋਂ ਦਿੱਲੀੋਂ ਹੋ ਸਕਦਾ, ਤੇ ਇੱਥੇ ਭਾਵੇਂ ਉਹ ਮੁਕੇਰੀਆਂ ਤਲਵਾੜਾ ਵਾਲੀ ਰੇਲ ਲਾਈਨ ਹੈ, ਭਾਵੇਂ PGI ਦਾ ਸੈਟੇਲਾਈਟ ਸੈਂਟਰ ਹੈ, ਉਹਨਾਂ ਨੂੰ ਕਹਿ ਕੂ ਕੇ ਕਰਾਓ, ਤਾਂ ਜੋ ਪੰਜਾਬ ਦੇ ਵਿੱਚ ਤੁਸੀਂ ਭਾਸ਼ਣ ਦੇਣ ਜੋਗੇ ਹੋਵੋ। ਕਿ ਭਾਵੇਂ ਦੌਰਾ ਰੱਦ ਹੋਇਆ ਉਹਨਾਂ ਦਾ, ਇਹਦੇ ਬਾਵਜੂਦ ਵੀ ਉਹ ਕਹਿੰਦੇ ਕਿ ਪੰਜਾਬ ਦੇ ਲੋਕਾਂ ਦੇ ਨਾਲ ਸਨੇਹ ਹੈ, ਪੰਜਾਬ ਦੇ ਲੋਕਾਂ ਨਾਲ ਪਿਆਰ ਹੈ, ਪੰਜਾਬ ਦੇ ਲੋਕਾਂ ਨਾਲ ਤੇ ਮੋਹ ਹੈ, ਤੇ ਆਪਾਂ ਬਣਦਾ ਹੱਕ ਤਾਂ ਪੰਜਾਬ ਨੂੰ ਦੇਣਾ ਹੈ। ਇਹਨਾਂ ਕੰਮ ਕਿਤੇ ਹੋ ਜਾਏ ਤਾਂ ਕਮਾਲ ਹੋ ਜਾਏ। ਨਹੀਂ, ਇਹਦੇ 'ਚ ਆਪਾਂ ਇਹ ਵੀ ਬੇਨਤੀ ਕਰਦੇ ਵੀ ਹੋ ਸਕਦਾ ਪੰਜਾਬ ਦੀ BJP ਵਾਲੀ ਲੀਡਰਸ਼ਿਪ ਇਹ ਸੋਚੇ ਵੀ ਯਾਰ ਇੱਦਾਂ ਕਿੱਦਾਂ ਹੋਊਗਾ। ਤਾਂ ਮੈਂ ਵੈਸੇ ਕੁਦਰਤੀ ਯਾਦ ਕਰਾ ਦੀ ਵੀ ਇੱਕ ਪਾਸੇ ਕੋਵਿਡ ਸੀ, ਕਰੋਨਾ ਸੀ, ਦੂਜੇ ਪਾਸੇ ਉਹ ਕਿਸਾਨਾਂ ਵਾਲਾ ਜਾਮ ਸੀਗਾ ਜੀ। ਉਹਦੇ ਦੌਰਾਨ ਵੀ ਉੱਪਰੋਂ ਆਰਡਰ ਇਹ ਸੀਗਾ ਕਿ ਵਰਚੁਅਲ ਮੀਟਿੰਗਾਂ ਕਰਨੀਆਂ ਪਾਰਟੀ ਦੀਆਂ, ਜਿਹੜੇ ਹੁੰਦੀਆਂ ਰਹੀਆਂ। ਆਪਣੇ ਕੋਲ ਵੀਡੀਓਜ਼ ਵੀ ਆਈਆਂ ਵੀ ਜਦੋਂ ਵਿਚਾਰੇ ਉਹ ਟੈਂਟ ਦੇ ਵਿੱਚ ਬੈਠੇ ਹੁੰਦੇ ਸੀ, ਕੁਰਸੀਆਂ ਲਾ ਕੇ, ਦੇ ਸਾਹਮਣੇ ਸਕਰੀਨ ਦੇ ਉੱਪਰ ਲੀਡਰ ਸਾਹਿਬ ਜਿਹੜੇ ਕੇਂਦਰੀ ਲੀਡਰਸ਼ਿਪ ਵਾਲੇ ਸੀਗੇ, ਉਹ ਉੱਤੇ ਬਿਆਨ ਦਿੰਦੇ ਹੁੰਦੇ ਸੀ। ਮਤਲਬ ਉਹ ਪ੍ਰਬੰਧ ਜਿਹੜਾ ਕਿਵੇਂ ਚੱਲਣਾ, ਇਹ ਚਲਾਉਣਾ ਉਹਨਾਂ ਨੂੰ ਆਉਂਦਾ। ਸੋ ਇਹ ਬਹੁਤ ਵਧੀਆ ਗੱਲ ਹੈ ਵੀ ਜੇ ਉਹ, ਮੈਂ ਨਾ ਇੱਕ ਦੀ ਬਜਾਏ ਨੇ ਜਿੰਨੇ ਵੀ ਪ੍ਰੋਜੈਕਟ ਨੇ, ਇੱਥੇ ਤੇ ਇਹ ਚੱਕਰ ਸੀ ਨਾ ਵੀ ਯਾਰ ਲੋਕ ਇਕੱਠੇ ਕਰਨੇ ਪੈਣੇ ਆ, ਇਸ ਕਰਕੇ ਆਪਾਂ ਸਾਰੇ ਹੀ ਮਤਲਬ ਉਦਘਾਟਨ ਇੱਕੇ ਥਾਂ ਹੀ ਕਰ ਦਈਏ। ਉਹਦੇ ਨਾਲੋਂ ਚੰਗਾ ਵੀ ਜਿੰਨੇ ਵੀ 5, 7, 10 ਪ੍ਰੋਜੈਕਟ ਨੇ, ਮੁਕੇਰੀਆਂ ਤਲਵਾੜਾ ਵਾਲਾ ਕੋਈ ਉੱਧਰ ਪ੍ਰੋਗਰਾਮ ਰੱਖ ਲਿਆ ਜਾਵੇ, PGI ਸੈਟੇਲਾਈਟ ਕੇਂਦਰ ਵਾਲਾ ਫਿਰੋਜ਼ਪੁਰ ਵਾਲੇ ਪਾਸੇ ਰੱਖ ਲਿਆ ਜਾਵੇ, ਹੁਸ਼ਿਆਰਪੁਰ ਵਾਲੇ ਪਾਸੇ ਰੱਖ ਲਿਆ ਜਾਵੇ, ਤਾਂ ਜੋ ਪੰਜਾਬ 'ਚ ਜੇ 5-7 ਪ੍ਰੋਜੈਕਟ ਨੇ ਤੇ 5-7 ਕਰੋ। ਮੈਂ ਤਾਂ ਕਹਿੰਦਾ ਜ਼ਿਆਦਾ ਵਧੀਆ ਆਈਡੀਆ। ਹੁਣ ਬਹੁਤ ਰੋਜ਼ ਕਰਨੀ ਚਾਹੀਦੀ ਹੈ ਇਲੈਕਸ਼ਨ ਆ, 5 ਸੂਬੇ ਆ, 5-5 ਮਿੰਟ ਰੋਜ਼ ਸਾਰਿਆਂ ਨੂੰ ਦਿਓ, ਕੁਛ ਨਾ ਕੁਛ ਉਹਨਾਂ ਦੀ ਗੱਲ ਸੁਣ ਕੇ ਅਗਲੇ ਪਾਸੇ ਨੂੰ ਗੱਲ ਤੋਰੀ ਜਾਵੇ। ਇਹ ਆਸ ਉਮੀਦ ਕਰਦੇ ਆ ਕਿ ਭਾਈ ਇਦਾਂ ਹੋਵੇ, ਪੰਜਾਬ ਦੇ ਲੋਕਾਂ ਨੂੰ ਲੱਗੇ ਨਹੀਂ ਯਾਰ ਆਉਣ, ਜਾਣੀ ਅਗਲੀ ਵਾਰੀ ਲੋਕ ਕਹਿਣ ਕਿ ਆਉਣ ਦਿਓ। ਹਾਂ, ਕਿਉਂ ਨਹੀਂ ਆਉਣ ਦਿੰਦੇ ਤੁਸੀਂ? ਮੈਂ ਨਾ ਉਲਟਾ ਹੋਵੇ ਵੀ ਜੇ ਕੋਈ ਰਾਹ 'ਚ ਲੋਕ ਰੋਕੇ ਨਾ ਤੇ ਲੋਕ ਉਹਨੂੰ ਚੁੱਕੀ ਫਿਰ ਤੂੰ ਪਾਸੇ ਨੂੰ, ਤੂੰ ਇੱਧਰ ਆ ਬਹਿ ਜੀ 5 ਮਿੰਟ ਕਾਫਲਾ ਲੰਘ ਲੈਂਦੇ। ਪਹਿਲਾਂ ਉਹਨਾਂ ਦੀ ਗੱਲ ਸੁਣਨੀ ਆਪਾਂ। ਸੰਧਾਲੀਆ ਸਾਹਿਬ, ਭਾਰਤੀ ਜਨਤਾ ਪਾਰਟੀ ਕਾਂਗਰਸ ਤੋਂ ਬਾਅਦ ਆਪਾਂ ਥੋੜ੍ਹਾ ਜਿਹਾ ਆਮ ਆਦਮੀ ਪਾਰਟੀ ਵਾਲੇ ਪਾਸੇ ਜਾਣਾ ਹੈ। ਭਗਵੰਤ ਮਾਨ ਸਾਹਿਬ ਕਹਿੰਦੇ ਕਿ ਦੇਖੋ ਜੀ, ਚਰਚਾ ਚੱਲਦੀ ਸੀ ਕਿ ਲਾਲ ਕੁਰਸੀਆਂ ਖਾਲੀ ਰਹਿ ਗਈਆਂ। ਉਹ ਕਹਿੰਦੇ ਮੋਹਰੇ, ਉਹ ਕਹਿੰਦੇ ਮੀਂਹ ਪੈਂਦਾ ਹੈ, ਉਹ ਕਹਿੰਦੇ ਮੀਂਹ ਤਾਂ ਅੱਜ ਵੀ ਪੈਂਦਾ, ਦੇਖੋ ਲੋਕ ਆ ਗਿਆ, ਆਹ ਦੇਖੋ, ਆਹ ਇੱਦਾਂ ਕਰ ਦਿੰਦੇ ਹੋ, ਆਹ ਦੇਖੋ ਆ ਗਿਆ ਲੋਕ। ਕਹਿੰਦੇ ਆਹ ਦੇਖੋ ਲੋਕ ਬੈਠੇ ਆ ਨਾ, ਪਿਆਰ ਕਰਕੇ ਬੈਠੇ ਆ, ਯਕੀਨ ਕਰਕੇ ਬੈਠੇ ਆ, ਇਹਨਾਂ ਦੇ ਵਿੱਚੋਂ ਕੋਈ ਮੁੱਲ ਨਹੀਂ ਲਿਆਂਦਾ, ਇਹ ਤਾਂ ਬਸ ਮਾਡਲ ਦੇਣਾ ਪੰਜਾਬ ਨੂੰ ਚੱਜ ਦਾ ਕਰਨਾ। ਇਕੱਠ ਸੀਗਾ ਵੀ ਕਾਫੀ। ਉਹ ਕਹਿੰਦੇ ਐਦਾਂ ਆਉਂਦੇ ਆ ਲੋਕ, ਚਾਹੇ ਮੀਂਹ ਹੋਵੇ ਚਾਹੇ ਹਨੇਰੀ ਹੋਵੇ, ਲੋਈਆਂ ਖੇਸੀਆਂ ਕਹਿੰਦੇ ਇਹਨਾਂ ਦੀਆਂ ਗਿੱਲੀਆਂ ਨੇ। ਭਗਵੰਤ ਮਾਨ ਸਾਹਿਬ ਨੇ ਇਕੱਠ ਵਧੀਆ ਕੀਤਾ। ਪਰ ਇੱਧਰ ਜਲੰਧਰ ਦੇ ਵਿੱਚ
ਇੱਕ ਸੀਗੀ ਪ੍ਰੈਸ ਕਾਨਫਰੰਸ। ਉਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਾ ਸੀ ਰਾਘਵ ਚੱਡਾ, ਜਿਹੜੇ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਸਹਾਇਕ ਇੰਚਾਰਜ ਨੇ। ਦਿਨੇਸ਼ ਢੱਲ ਨੇ ਕੌਂਸਲਰ ਸਾਹਿਬ, ਸਾਬਕਾ ਕੌਂਸਲਰ, ਉਹਨਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਨਾ ਸੀ। ਰਾਘਵ ਚੱਡਾ ਸਾਹਿਬ ਦੀ ਗੱਡੀ ਆਈ ਪ੍ਰੈਸ ਕਾਨਫਰੰਸ ਕਰਨ ਦੇ ਲਈ। ਜਦੋਂ ਉਸ ਪ੍ਰੈਸ ਕਲੱਬ ਦੇ ਵਿੱਚ ਜਾਣ ਲੱਗੀ ਤਾਂ ਆਮ ਆਦਮੀ ਪਾਰਟੀ ਦੇ ਦਰਜਨਾਂ ਵਰਕਰ ਤੇ ਲੀਡਰ ਨਿਕਲ ਕੇ ਸਾਹਮਣੇ ਆ ਕੇ ਕਹਿੰਦੇ ਜੀ ਰੁਕ ਕੇ ਗੱਲ ਸੁਣ ਕੇ ਜਾਣੀ ਹੈ। ਕਿਉਂਕਿ ਇੱਕ ਤਾਂ ਸ਼ੀਤਲ ਅੰਗਰਾਲ ਸਾਹਿਬ ਜਿਹਨਾਂ ਨੂੰ ਜਲੰਧਰ ਪੱਛਮੀ ਤੋਂ ਟਿਕਟ ਦਿੱਤੀ ਹੈ, ਇੱਕ ਜਲੰਧਰ ਕੇਂਦਰੀ ਤੋਂ ਟਿਕਟ ਦਿੱਤੀ ਗਈ ਹੈ ਹੁਣੇ। ਇਹਨਾਂ ਦੋਨਾਂ ਟਿਕਟਾਂ ਦਾ ਰੌਲਾ ਪੈ ਗਿਆ। ਹੁਣ ਉੱਥੇ ਇੱਕ ਪਾਸੇ ਤਾਂ ਡਾਕਟਰ ਸੰਜੀਵ ਸ਼ਰਮਾ ਨੇ ਪਿਛਲੀ ਵਾਰੀ ਵੀ ਜਲੰਧਰ ਕੇਂਦਰੀ ਤੋਂ ਕੈਂਡੀਡੇਟ ਸੀ। ਉਹ ਕਹਿੰਦੇ 5 ਸਾਲ ਮਿਹਨਤ ਕੀਤੀ ਹੈ, ਆਮ ਆਦਮੀ ਪਾਰਟੀ ਨੂੰ ਬਹੁਤੇ ਜਲੰਧਰ 'ਚ ਛੱਡ ਗਿਆ ਸੀ, ਨਾਲ ਰਹੇ ਆ, ਤੇ ਹੁਣ ਤੁਸੀਂ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਕੱਲ ਆਏ ਬੰਦੇ ਨੂੰ ਸ਼ਾਮਲ ਕਰਕੇ ਇੱਥੋਂ ਟਿਕਟ ਦਿਓਗੇ। ਹੋਏ ਇਦਾਂ ਨਹੀਂ ਗੱਲ ਬਣਦੀ। ਸ਼ੀਤਲ ਅੰਗਰਾਲ ਦੇ ਸਾਹਿਬ ਡਾਕਟਰ ਸ਼ਿਵਦਿਆਲ ਮਾਲੀ ਨੇ ਸਪੋਕਸਪਰਸਨ ਆਮ ਆਦਮੀ ਪਾਰਟੀ ਦੇ ਪੰਜਾਬ ਦੇ, ਉਹ ਕਹਿੰਦੇ ਕਿਆ ਬਾਤਾਂ, ਜੁੱਤੀਆਂ ਅਸੀਂ ਘਸਾਉਂਦੇ ਰਹੇ ਤੇ ਟਿਕਟਾਂ ਤੁਸੀਂ ਕਿਸੇ ਹੋਰ ਨੂੰ ਦੇ ਦੇਣੀਆਂ, ਐ ਨਹੀਂ ਜੇ ਚੱਲਣਾ। ਰਾਘਵ ਚੱਡਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ, ਜਾਣੀ ਉੱਥੇ 4 ਵਾਰੀ ਘਸੁੰਨ ਚੱਲੇ ਦੋਨਾਂ ਧਿਰਾਂ ਦੇ, ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ, ਤੇ ਸਿੱਧਾ ਦੋਸ਼ ਲੱਗਾ ਕਿ ਟਿਕਟਾਂ ਵੇਚੀਆਂ ਗਈਆਂ। ਤੇ ਰਾਘਵ ਚੱਡਾ ਸਾਹਿਬ ਪਿਛਲੇ ਰਸਤੇ ਨਿਕਲੇ, ਕਾਰ 'ਚ ਬੈਠੇ, ਫਿਰ ਉਹਨਾਂ ਦੀ ਕਾਰ ਰੋਕੀ ਤੇ ਕਾਰ ਭਜਾ ਕੇ ਲੈ ਕੇ ਗਏ। ਜਾਣੀ ਜੇ ਦੋਸ਼ ਲੱਗਦੇ ਨੇ ਕਿ ਭਾਈ ਬਾਕੀਆਂ ਪਾਰਟੀਆਂ 'ਚੋਂ ਆਏ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ, ਹੁਣ ਬੈਲੈਂਸ ਤੇ ਸ਼ਹਿਮਾਦ ਦੀ ਖੇਡ ਹੁੰਦੀ ਹੈ। ਬਠਿੰਡੇ ਦਿਹਾਤੀ ਤੋਂ ਬੀਬੀ ਰੁਪਿੰਦਰ ਕੌਰ ਰੂਬੀ ਛੱਡ ਕੇ ਗਏ ਸੀ ਨਾ। ਬੀਬੀ ਰੁਪਿੰਦਰ ਕੌਰ ਰੂਬੀ ਤੋਂ 2017 ਦੇ ਵਿੱਚ ਅਕਾਲੀ ਦਲ ਦੇ ਇੱਕ ਕੈਂਡੀਡੇਟ ਸੀ ਅਮਿਤ ਰਤਨ, 40,000 ਵੋਟਾਂ ਮਿਲੀਆਂ ਸੀ ਬੀਬੀ ਜੀ ਦੇ 54-55,000 ਦੇ ਮੁਕਾਬਲੇ। ਅਕਾਲੀ ਦਲ ਵੀ ਪੈਰਾਸ਼ੂਟ ਰਾਹੀਂ ਲੈ ਕੇ ਆਇਆ ਸੀ, ਰਹਿੰਦੇ ਕਿਤੇ ਹੋਰ ਸੀ, ਬਠਿੰਡੇ ਦਿਹਾਤੀ ਤੋਂ ਟਿਕਟ ਦਿੱਤੀ ਵੱਡੇ ਬੰਦੇ ਨੇ। ਉਹ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ, ਚਰਚਾ ਬਥੇਰੀ ਹੈ। ਇਹ ਦੇਖੋ ਗੱਲ ਪਤਾ ਕੀ ਹੈ, ਇਹ ਉਹ ਰੋਗ ਹੈ। ਆਪਾਂ ਉਦਾਹਰਨ ਦੇ ਦਿੰਦੇ, ਚਲੋ ਰਾਘਵ ਚੱਡਾ ਸਾਹਿਬ ਦਿੱਲੀੋਂ ਆਏ, ਪਤਾ ਨਹੀਂ ਦਿੱਲੀ ਇਦਾਂ ਹੁੰਦਾ ਕਿ ਨਹੀਂ ਹੁੰਦਾ, ਪੰਜਾਬ 'ਚ ਆਮ ਹੁੰਦਾ ਵੀ ਜਦੋਂ ਸਿਆਲ ਆਉਂਦਾ ਕਿ ਨਹੀਂ, ਆਮ ਹੀ ਆਪਣੇ ਘਰਾਂ ਦੇ ਵਿੱਚ ਬਜ਼ੁਰਗ ਹੁੰਦੇ ਆ, ਚੰਗਾ ਭਲਾ ਬਜ਼ੁਰਗ, ਸਾਰੀਆਂ ਗਰਮੀਆਂ ਕਦੀ ਤੂਤ ਥੱਲੇ, ਕਦੀ ਉੱਤੇ ਡੇਕ ਥੱਲੇ, ਕਦੀ ਇੱਧਰ ਮੰਜਾ ਕਦੀ ਉੱਧਰ ਮੰਜਾ, ਪਤਾ ਕਰਨਾ ਬਾਪੂ ਕਿਸੇ ਚਾਹ ਦਾ ਟੈਨ ਲੈ, ਬਾਪੂ ਦੇ ਉੱਤੇ ਪਿੱਪਲ ਥੱਲੇ ਹੋਣਾ ਬੈਠਾ, ਮਤਲਬ ਬਾਪੂ ਨੂੰ ਕੋਈ ਰੋਗ ਨਹੀਂ। ਜਦੋਂ ਹੀ ਸਿਆਲ ਆਉਂਦਾ ਨਾ, ਅਚਾਨਕ ਬਾਪੂ ਅਗਲੇ ਦਿਨ ਨਿਕਲਦਾ ਨਹੀਂ ਅੰਦਰੋਂ, ਕੀ ਪਤਾ ਨਹੀਂ ਗੋਡੇ 'ਚੋਂ ਪਈ ਪੀੜ ਨਿਕਲਦੀ ਹੈ, ਪਤਾ ਨਹੀਂ ਉਹਨਾਂ ਲੱਕ ਹੀ ਨਹੀਂ ਅੱਜ ਸਿੱਧਾ ਹੋਣ ਡਿਆ ਜੀ। ਫਿਰ ਪਤਾ ਕਰਨਾ ਵੀ ਹੋਇਆ, ਉਹ ਨਾ ਪੁਰਾਣੀ ਸੱਟ ਆ ਦੁਖਣ ਲੱਗ ਪਈ। ਹੁਣ ਗੱਲ ਇਹ ਹੈ ਵੀ ਇਹ ਕੰਮ 2017 'ਚ ਵੀ ਹੋਇਆ ਸੀ, ਉਦੋਂ ਵੀ ਇਸੇ ਤਰ੍ਹਾਂ ਦੇ ਦੋਸ਼ ਲੱਗਦੇ ਸੀ ਵੀ ਬੰਦੇ ਜੀ ਬਾਹਰੋਂ ਲਿਆਂਦੇ ਜੀ, ਬੰਦਿਆਂ ਨੂੰ ਜੀ ਟਿਕਟਾਂ ਵੇਚੀਆਂ ਜੀ, ਬੰਦੇ ਤਾਂ ਸੀਗੇ ਨਹੀਂ ਜੀ ਆਮ ਆਦਮੀ ਪਾਰਟੀ ਦੇ, ਉਹ ਤਾਂ ਜੀ ਜਿਹੜੇ ਚਾਹਵਾਨ ਸੀ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਜੀ, ਇੱਦਾਂ ਹੋ ਗਿਆ ਜੀ ਉੱਦਾਂ ਹੋ ਗਿਆ। ਇਹ ਨਾ ਹੋਵੇ ਕਿਤੇ ਵੀ ਉਹੀ ਰੋਗ ਦੁਬਾਰਾ ਨਿਕਲ ਆਵੇ ਤੇ ਉਹੀ ਦਰਦ ਦੁਬਾਰਾ ਨਿਕਲ ਆਵੇ ਤੇ ਇਹ ਲੈ ਕੇ ਬਹਿ ਜਾਵੇ। ਇਹ ਜ਼ਰੂਰ ਵਿਚਾਰ ਲਓ ਆਮ ਆਦਮੀ ਪਾਰਟੀ। ਰਾਘਵ ਚੱਡਾ ਸਾਹਿਬ ਸਿਆਣੇ ਬੰਦੇ ਹੋਣੇ ਆ ਜਿਹੜੇ ਪੰਜਾਬ ਦੇ ਸਹਾਇਕ ਇੰਚਾਰਜ ਲਾਏ ਆ, ਯੰਗ ਨੇ, ਦਿੱਲੀੋਂ ਜਿੱਤੇ ਨੇ, MLA ਨੇ, ਕਾਰਪੋਰੇਸ਼ਨ ਦੇ ਇੱਕ ਦੇ ਚੇਅਰਪਰਸਨ ਵੀ ਨੇ। ਜਦੋਂ ਜਲੰਧਰ ਦੇ ਵਿੱਚ ਕੰਮ ਕਰਦੇ ਆ ਤੇ ਉਹਨਾਂ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਕਿ ਇਹ ਮਾਲਵੇ ਤੋਂ ਵੱਖਰਾ ਖਿੱਤਾ ਹੈ। ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੋਇਆ, ਉਸ ਗੱਠਜੋੜ ਨੇ ਦੁਆਬੇ 'ਚ ਪ੍ਰਭਾਵ ਪਾਉਣਾ ਹੈ। ਚੰਨੀ ਸਾਹਿਬ ਕਈ ਗੇੜੇ ਮਾਰ ਕੇ ਗਏ ਨੇ ਦੁਆਬੇ ਦੇ ਵਿੱਚ। ਅਸੀਂ ਨਹੀਂ ਕਹਿੰਦੇ ਕਿ ਕਿਸੇ ਤੋਂ ਦੁਆਨੀ ਵੀ ਲਈ ਆ ਟਿਕਟਾਂ ਦੀ, ਪਰ ਆਮ ਆਦਮੀ ਪਾਰਟੀ ਟਿਕਟਾਂ ਵੰਡਣ ਲੱਗੀ ਚੇਤੇ ਰੱਖਦੀ। 3 ਕੈਂਡੀਡੇਟ ਦਿੱਤੇ ਉਹਨਾਂ ਨੇ ਹੁਣੇ, ਕਿ ਤੁਸੀਂ 5 ਸਾਲ ਪਹਿਲਾਂ ਵੀ ਟਿਕਟਾਂ ਦਿੱਤੀਆਂ ਸੀ, ਤੁਹਾਡੇ ਦੋਨੇ ਇੰਚਾਰਜ ਬੰਦੇ ਮੁੜ ਕੇ ਪੰਜਾਬ 'ਚ ਨਹੀਂ ਨਜ਼ਰ ਆਏ, ਤੁਹਾਡੇ ਨਾਲ ਹੈਗੇ ਆ। ਸ਼ਾਹਕੋਟ ਦੇ ਵਿੱਚੋਂ ਇੱਕ ਵਾਰੀ ਜ਼ਿਮਨੀ ਚੋਣ ਹੋਈ ਸੀ ਕੁਹਾਰ ਸਾਹਿਬ ਤੋਂ ਬਾਅਦ, ਤੁਸੀਂ ਟਿਕਟ ਦਿੱਤੀ ਸੀ ਇੱਕ ਡਾਕਟਰ ਸਾਹਿਬ ਨੂੰ, ਉਹ ਤੁਹਾਡੀ ਪਾਰਟੀ 'ਚ ਹੈਗੇ ਆ। ਮਾੜਾ ਜਿਹਾ ਫਲੈਸ਼ਬੈਕ ਕਰ ਲਵੇ ਆਮ ਆਦਮੀ ਪਾਰਟੀ। ਜਲੰਧਰ ਕੈਂਟ ਤੋਂ ਹਰਕ੍ਰਿਸ਼ਨ ਸਿੰਘ ਵਾਲੀਆ ਸਾਹਿਬ 2017 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੈਂਡੀਡੇਟ ਬਣੇ ਸੀ, 25,000 ਵੋਟਾਂ ਲਈਆਂ ਸੀ, ਤੁਹਾਡੀ ਪਾਰਟੀ 'ਚ ਹੈਗੇ ਆ। ਕਰਤਾਰਪੁਰ ਤੋਂ ਇਹਨਾਂ ਨੇ ਟਿਕਟ ਦਿੱਤੀ ਸੀ ਪਿਛਲੀ ਵਾਰੀ, ਤੇ ਉਹ ਮਾੜਾ ਜਿਹਾ ਹਿਸਾਬ ਕਿਤਾਬ ਲਾਉਣ ਕਿ ਜਲੰਧਰ ਸੈਂਟਰਲ ਤੋਂ ਐਤਕੀ ਕੈਂਡੀਡੇਟ ਨੇ, ਪਰ ਕਿਹਨਾਂ ਦੇ ਆ ਤੁਸੀਂ ਆਪ ਹਿਸਾਬ ਕਿਤਾਬ ਲਾ ਕੇ ਦੇਖਣਾ। 2014 ਦੇ ਵਿੱਚ ਆਮ ਆਦਮੀ ਪਾਰਟੀ ਨੇ ਜੋਤੀ ਮਾਨ ਨੂੰ ਟਿਕਟ ਦਿੱਤੀ ਸੀ ਇਸੇ ਜਲੰਧਰ ਲੋਕ ਸਭਾ ਹਲਕੇ ਤੋਂ, ਜਿੱਥੇ ਖੜ ਕੇ ਪ੍ਰੈਸ ਕਾਨਫਰੰਸ ਕੀਤੀ ਹੈ। ਬੀਬੀ ਜੀ ਨੂੰ 2 ਲੱਖ ਤੋਂ ਵੱਧ ਵੋਟਾਂ ਪਈਆਂ ਸੀ। ਕੀ ਬੀਬੀ ਜੀ ਤੁਹਾਡੇ ਨਾਲ ਹੈਗੇ ਆ? ਹੁਸ਼ਿਆਰਪੁਰ ਦੇ ਵਿੱਚੋਂ ਬੀਬੀ ਯਾਮਨੀ ਗੋਬਨ ਨੂੰ ਟਿਕਟ ਦਿੱਤੀ ਸੀ 2014 ਦੇ ਵਿੱਚ ਹੀ, 2 ਲੱਖ ਤੋਂ ਟੱਪੀਆਂ ਵੋਟਾਂ ਉਹਨਾਂ ਦੀਆਂ ਵੀ। ਕੀ ਉਹ ਬੀਬੀ ਜੀ ਤੁਹਾਡੇ ਨਾਲ ਹੈਗੇ ਆ? 20 ਕੈਂਡੀਡੇਟ ਹੋਰ ਗਿਣੇ ਜਾ ਸਕਦੇ ਆ ਇਕੱਲੇ ਦੁਆਬੇ ਦੇ ਵਿੱਚੋਂ, ਕਿ ਕੀ ਉਹ ਤੁਹਾਡੇ ਨਾਲ ਹੈਗੇ ਆ? ਜੇ ਨਹੀਂ ਹੈਗੇ ਤੇ ਇਹਦਾ ਮਤਲਬ ਟਿਕਟਾਂ ਵੰਡਣ ਦੇ ਵਿੱਚ ਕਿਤੇ ਨਾ ਕਿਤੇ ਕੋਈ ਗਲਤੀ ਹੋ ਗਈ ਸੀ। ਕੀ ਉਹ ਗਲਤੀ ਐਤਕੀ ਤਾਂ ਨਹੀਂ ਕੀਤੀ ਜਾ ਰਹੀ? ਥੋੜਾ ਜਿਹਾ ਹਿਸਾਬ ਕਿਤਾਬ ਲਾ ਕੇ ਦੇਖ ਲੈਣ, ਬਾਕੀ ਸਾਨੂੰ ਕੋਈ ਨਹੀਂ। ਨਹੀਂ, ਇਹ ਗੱਲ ਬਿਲਕੁਲ ਸਹੀ ਆ। ਇਹਦੇ 'ਚ ਆਪਾਂ ਇੱਕ ਬੇਨਤੀ ਇਹਨਾਂ ਦੇ ਪ੍ਰਧਾਨ ਜੀ ਨੂੰ ਵੀ ਕਰ ਦਈਏ। ਕੌਣ ਨੇ?
ਉੱਪਰ ਵਾਲੇ ਕਿ ਥੱਲੇ ਵਾਲੇ? ਨਹੀਂ, ਉੱਪਰ ਵਾਲਿਆਂ ਦੀ ਤੇ ਗੱਲ ਹੀ ਨਹੀਂ ਹੈ। ਪ੍ਰਧਾਨ ਜੀ ਜਿਹੜੇ ਕਹਿੰਦੇ ਮੀਂਹ 'ਚ ਵੀ ਆਏ ਨੇ ਲੋਕੀ, ਭਗਵੰਤ ਮਾਨ ਸਾਹਿਬ। ਹਾਂ, ਕਿਉਂਕਿ ਜੇ ਮੀਂਹ 'ਚ ਲੋਕੀ ਆਏ ਨੇ ਨਾ ਤੇ ਚੱਕਰ ਇਹ ਆ ਵੀ ਉਹ ਪਿਆਰ ਕਰਨ ਦਾ ਕਰਕੇ ਆਏ। ਤੇ ਗੱਲ ਇਹ ਆ ਵੀ ਆਮ ਆਦਮੀ ਪਾਰਟੀ ਨੂੰ 2017 ਜਾਂ 2014 'ਚ ਵੀ, ਕਿਉਂਕਿ ਉਹ ਵਾਰ-ਵਾਰ ਆਪਾਂ ਨੂੰ ਜ਼ਿਕਰ ਇਸ ਕਰਕੇ ਕਰਨਾ ਪੈਂਦਾ ਵੀ ਪੂਰੇ ਦੇਸ਼ 'ਚੋਂ ਕੋਈ ਬੰਦਾ ਨਹੀਂ ਸੀ ਜਿੱਤਿਆ, ਸਿਰਫ ਪੰਜਾਬੀਆਂ ਨੇ 4 MP ਜਿਤਾਏ ਸੀ ਇਹਨਾਂ ਦੇ। ਉਹਨਾਂ ਪੰਜਾਬੀਆਂ ਨੂੰ ਜਿਹੜੇ ਕੁਝ ਨਹੀਂ ਸੀ ਜਾਣਦੇ ਇਹਨਾਂ ਦੇ ਬਾਰੇ, ਜੇ ਫਿਰ ਵੀ ਪਿਆਰ ਦਾ ਕਰਕੇ ਵੋਟਾਂ ਪਾਤੀਆਂ ਸੀ, ਉਹ ਸਿਰਫ ਹੋ ਸਕਦਾ ਵੀ ਪਿਆਰ ਦਾ ਕਰਕੇ, ਜਿੱਦਾਂ ਕਿ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਅਸੀਂ ਪੈਸੇ ਦੇ ਕੇ ਨਹੀਂ ਲਿਆਂਦੇ, ਉੱਦਾਂ ਆਉਂਦੇ ਨੇ। ਉਹ ਜਿਹੜਾ ਬੰਦਾ ਦਾ ਪੈਸੇ ਦੇ ਕੇ ਆਇਆ ਹੁੰਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਵੀ ਤੁਸੀਂ ਭਾਵੇਂ ਕੁਛ ਮਰਜ਼ੀ ਕਰੀ ਜਾਓ। ਜਿਹੜਾ ਬੰਦਾ ਇੱਦਾਂ ਆਇਆ ਹੁੰਦਾ ਨਾ, ਉਹਨੂੰ ਫਿਰ ਗੱਲ ਚੁੱਭ ਜਾਂਦੀ ਆ। ਤੇ ਮੈਂ ਸਿਰਫ ਇਸ ਕਰਕੇ ਬੇਨਤੀ ਕਰਦਾ, ਜਿੱਦਾਂ ਤੁਸੀਂ 2 ਇੰਚਾਰਜਾਂ ਦੀ ਉਦੋਂ ਗੱਲ ਕੀਤੀ ਵੀ ਆਉਂਦੇ ਤਾਂ ਪਹਿਲਾਂ ਦਿਨੇ ਸੀ ਤੇ ਜਿੱਦਣ 17 ਵਾਲੇ ਨਤੀਜੇ ਆਏ ਉਦੋਂ ਬਾਅਦ ਹਨੇਰੇ ਜੇ ਗਏ ਨੇ ਤੇ ਮੋੜ ਦੇ ਭਾਂਸਿਆ ਮੋੜਦੇ ਵਾਲੀ ਗੱਲ ਹੋ ਜਾਂਦੀ। ਇਹ ਨਾ ਹੋਵੇ ਵੀ 2022 ਹੁਣ ਸੁੱਖ ਨਾਲ ਚੜ ਗਿਆ ਤੇ ਦਿਨ ਉਹੀ 45-50 ਰਹਿ ਗਏ ਆ, ਦੁਬਾਰਾ ਫਿਰ ਕੋਈ ਹਨੇਰੇ ਜੇ ਦਿੱਲੀ ਨੰਬਰ ਗੱਡੀ ਫਿਰ ਮੁੜੇ ਵਾਪਸ। ਇਹ ਨਾ ਹੋਵੇ ਵੀ ਅਸੀਂ ਚਾਹੁੰਦੇ ਨਹੀਂ ਆਪਣੇ ਨਹੀਂ, ਅਸੀਂ ਤਾਂ ਸਿਰਫ ਲੋਕਾਂ ਦੀਆਂ ਭਾਵਨਾਵਾਂ ਦੱਸ ਰਹੇ ਹਾਂ। ਸਾਡੇ ਚਾਹੁਣ ਨਾਲ ਕੀ ਹੁੰਦਾ ਸਦਾ? ਨਹੀਂ, ਗੱਲ ਤੁਹਾਡੀ ਠੀਕ ਹੈ। ਇੱਕ ਨਾ ਸੰਧਾਲੀਆ ਸਾਹਿਬ ਨਾਲ ਲੱਗਦੀ ਗੱਲ, ਭੋਰਾਕ ਜੇ ਤੁਹਾਡੀ ਆਗਿਆ ਹੈ ਤਾਂ। ਨਹੀਂ, ਆਗਿਆ ਹੈ ਨਹੀਂ, ਪਰ ਫਿਰ ਵੀ ਤੁਸੀਂ ਕਰ ਲਓ। ਆਗਿਆ ਹੈ ਨਹੀਂ। ਨਹੀਂ, ਇਹ ਮੈਂ ਤਾਂ ਕਲੀਅਰ ਕੀਤਾ ਵੀ ਇਹ ਨਾ ਕਹੇ ਵੀ ਉਹਦੀ ਆਗਿਆ ਨਾਲ ਹੀ ਕਿਹਾ ਗਿਆ ਸੀ। ਮੈਂ ਕਿਹਾ ਵੀ ਆਗਿਆ ਹੈ ਨਹੀਂ, ਫਿਰ ਵੀ ਬੰਦਾ ਗੱਲ ਕਰਨ ਲੱਗਾ। ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਾਰ ਫਿਰ ਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਭਾਈ ਦੇਖ ਲਓ ਅਸੀਂ ਇੰਨੇ 100 ਕਰੋੜ ਕੋਵਿਡ ਵੈਕਸੀਨੇਸ਼ਨ ਜਿਹੜੀ ਉਹ ਕਰ ਦਿੱਤੀ ਹੈ। ਬਹੁਤ ਚੰਗੀ ਗੱਲ ਹੈ, ਲੋੜ ਹੈ। ਪਰ ਸੰਧਾਲੀਆ ਸਾਹਿਬ ਹੁਣ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੇ ਵਿਸ਼ਵ ਸਿਹਤ ਸੰਸਥਾ ਵਾਲੇ ਮੁਖੀਆ ਨੇ, ਉਹਨਾਂ ਨੇ ਵੀ ਕਿਹਾ ਕਿ ਓਮਿਕਰੋਨ ਨੂੰ ਤੁਸੀਂ ਹਲਕੇ ਦੇ ਵਿੱਚ ਨਾ ਲਓ, ਇਹ ਜਾਨਲੇਵਾ ਸਾਬਿਤ ਹੋ ਸਕਦਾ। ਆਸਟ੍ਰੇਲੀਆ ਨੇ ਕੁਝ ਪਾਬੰਦੀਆਂ ਵਧਾਈਆਂ ਨੇ, ਸੈਂਕੜੇ ਫਲਾਈਟਾਂ USA ਦੇ ਵਿੱਚੋਂ ਕੈਂਸਲ ਹੋਈਆਂ ਨੇ ਜਾਂ ਮੁਲਤਵੀ ਹੋਈਆਂ ਨੇ। ਆਪਣੇ ਇੱਥੇ ਵੀ ਬਹੁਤ ਸਾਰੇ ਕੇਸ ਆ ਰਹੇ, ਕਈ ਤਰ੍ਹਾਂ ਦੀਆਂ ਪਾਬੰਦੀਆਂ ਹਰ ਇੱਕ ਸੂਬੇ 'ਚ ਲੱਗ ਰਹੀਆਂ। ਹੁਣ ਤੁਸੀਂ ਇਹ ਦੇਖੋ, ਮੈਂ ਮੁੰਬਈ ਦਾ ਜ਼ਿਕਰ ਕੀਤਾ ਸੀ ਕਿ ਲਗਾਤਾਰ 2-3 ਦਿਨ ਹੋ ਗਏ 20-20 ਹਜ਼ਾਰ ਕੇਸ ਆ ਰਹੇ ਆ। ਅਸੀਂ ਬਿਲਕੁਲ ਨਹੀਂ ਚਾਹੁੰਦੇ, ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬ ਦੇ ਲੀਡਰ, ਮਹਾਰਾਸ਼ਟਰ ਦੇ ਲੀਡਰ, ਸਾਡੇ ਸੈਂਟਰ ਦੇ ਲੀਡਰ, ਸੱਤਾਧਾਰੀ ਵਿਰੋਧੀ ਜਿੰਨੇ ਵੀ ਹੈ, ਤੁਸੀਂ ਥੋੜ੍ਹਾ ਜਿਹਾ ਲੋਕਾਂ ਦੀ ਸਿਹਤ ਵੱਲ ਧਿਆਨ ਦਿਓ। ਤੁਸੀਂ ਥੋੜ੍ਹਾ ਜਿਹਾ ਹਸਪਤਾਲਾਂ ਦੇ ਵਿੱਚ ਆਕਸੀਜਨ ਦਾ ਪ੍ਰਬੰਧ ਕਰੋ, ਬੈੱਡ ਦਾ ਪ੍ਰਬੰਧ ਕਰੋ। ਜੇ ਪਹਿਲੀ ਗੱਲ ਹੈ ਕਿ ਲੋਕਾਂ ਨੂੰ ਭਰੋਸਾ ਦਿਵਾਓ ਕਿ ਭਾਈ ਕੁਛ ਨਹੀਂ ਹੋਣ ਲੱਗਾ, ਤੁਹਾਡੇ ਕੰਮਕਾਰ ਚੱਲਦੇ ਰਹਿਣਗੇ, ਜੇ ਬੰਦ ਵੀ ਹੋ ਗਿਆ ਤੁਹਾਨੂੰ ਰੋਟੀ ਮਿਲੂਗੀ, ਪਿੱਛੇ ਤੁਹਾਡੇ ਪਰਿਵਾਰਾਂ ਨੂੰ ਰੋਟੀ ਮਿਲੂ, ਉਹਨਾਂ 'ਚ ਭਰੋਸਾ ਪੈਦਾ ਕਰ ਦਿਓ। ਜੇ ਨਹੀਂ ਪੈਦਾ ਕਰ ਸਕਦੇ, ਫਿਰ ਮੁੰਬਈ ਵਰਗੇ ਵੱਡੇ ਸ਼ਹਿਰਾਂ ਤੋਂ 2-4 ਰੇਲ ਗੱਡੀਆਂ ਸਪੈਸ਼ਲ ਲਾ ਦਿਓ। ਬਹੁਤ ਸਾਰੇ ਧਾਰਮਿਕ ਸਮਾਗਮ ਹੁੰਦੇ ਵੱਖ-ਵੱਖ ਥਾਵਾਂ ਤੇ ਦੇਸ਼ ਦੇ ਵਿੱਚ। ਸੂਬੇ ਦੀਆਂ ਸਰਕਾਰਾਂ ਵੱਧ ਬੱਸਾਂ ਲਾਦੀਆਂ ਹੁੰਦੀਆਂ, ਕੇਂਦਰ ਦੀਆਂ ਸਰਕਾਰਾਂ ਵੱਧ ਟ੍ਰੇਨਾਂ ਲਾਦੀਆਂ ਹੁੰਦੀਆਂ। ਇੱਥੇ ਵੀ ਲੋਕਾਂ ਦੀ ਜਾਨ ਦਾ ਮਸਲਾ ਹੈ। ਕਿਸੇ ਨਿੱਕੇ ਨਿਆਣੇ ਵਾਲੇ ਨੂੰ, ਕਿਸੇ ਬਜ਼ੁਰਗ ਨੂੰ ਰੇਲ ਗੱਡੀਆਂ 'ਚ ਧੱਕੇ ਨਾ ਖਾਣੇ ਪੈਣ, ਰਾਹ 'ਚ ਨਾ ਰੁਲਣਾ ਪਵੇ, ਡਾਂਗਾ ਨਾ ਰੇਲਵੇ ਸਟੇਸ਼ਨਾਂ ਦੇ ਬਾਹਰ ਖਾਣੀਆਂ ਪੈਣ। ਉਹਨਾਂ ਦੇ ਪ੍ਰਬੰਧ ਹੁਣ ਕਰਨੇ ਸ਼ੁਰੂ ਕਰੋ। ਪਿਛਲੀ ਵਾਰੀ ਪੱਛਮੀ ਬੰਗਾਲ ਦੀ ਇਲੈਕਸ਼ਨ ਸੀਗੀ, ਆਪਾਂ ਲੇਟ ਹੋ ਗਏ ਸੀ। ਇੱਕ ਵਾਰੀ ਟਰੰਪ ਸਾਹਿਬ ਆਏ ਸੀ, ਆਪਾਂ ਲੇਟ ਹੋ ਗਏ ਸੀ। ਐਤਕੀ ਲੇਟ ਨਾ ਹੋਈਏ, ਐਤਕੀ ਵੇਲੇ ਸਿਰ ਕੰਮ ਕਰ ਲਈਏ। ਸਿਆਸਤ ਤਾਂ ਸਾਰੀ ਉਮਰ ਚੱਲੀ ਜਾਣੀ ਹੈ। ਜੀ ਬਿਲਕੁਲ ਠੀਕ ਹੈ, ਕਿਉਂਕਿ ਦੇਖੋ ਜਿਹੜਾ ਕਰੋਨੇ ਵਾਲਾ ਕੰਮ ਹੈ ਉਹਦੇ 'ਚ ਖਾਸ ਕਰਕੇ ਆਪਾਂ ਅੰਮ੍ਰਿਤਸਰ ਵਾਲੇ ਹਵਾਈ ਅੱਡੇ ਦੀ ਗੱਲ ਕਰੀਏ ਵੀ ਇੱਕ ਦਿਨ ਜਦੋਂ ਪਹਿਲਾਂ ਗੱਲ ਕਰਦੇ ਸੀ ਉਦੋਂ ਵੀ ਆਂਦੇ ਵੀ ਉੱਧਰੋਂ ਯੂਰਪ ਵਾਲੇ ਪਾਸੋਂ ਇਟਲੀ ਤੋਂ ਜਹਾਜ਼ ਆਇਆ ਤੇ 125-125 ਦੇ ਕਰੀਬ ਲੋਕ ਜੀ ਉਹ ਇਹਦਾ ਪੋਜ਼ੀਟਿਵ ਨਿਕਲ ਆਏ। ਉਹ ਰੌਲਾ ਰੱਪਾ ਜੇ ਠੰਡਾ ਨਹੀਂ ਪਿਆ, ਉਹਦੇ 'ਚੋਂ ਜਿਹੜੇ 12-13 ਬੰਦੇ ਕਹਿ ਲਓ ਵੀ ਚੱਲ ਗਏ, ਫਰਾਰ ਹੋ ਗਏ, ਜੋ ਮਰਜ਼ੀ ਹੋ ਗਏ, ਅਜੇ ਤਾਂ ਉਹਨਾਂ ਦੀ ਗੱਲ ਚੱਲਦੀ ਸੀ। ਅਚਾਨਕ ਇੱਕ ਹੋਰ ਜਹਾਜ਼ ਆਇਆ, 300 ਦੇ ਕਰੀਬ ਕਹਿੰਦੇ ਵੀ ਉਹਦੇ 'ਚ ਸਵਾਰੀਆਂ ਸੀ ਤੇ ਕੋਈ ਕਹਿੰਦਾ 172, ਕੋਈ ਕਹਿੰਦਾ 180, ਉਹਦੇ 'ਚੋਂ ਪੋਜ਼ੀਟਿਵ ਨਿਕਲ ਆਏ। ਹੁਣ ਤੁਸੀਂ ਇਹ ਦੇਖੋ ਵੀ 2 ਦਿਨ ਹੋਣ, ਲਗਾਤਾਰ ਦੂਜੇ ਦਿਨ ਉਸੇ ਵਾਲੀ ਸਾਈਡ ਤੋਂ ਜਹਾਜ਼ ਆਵੇ ਤੇ ਫਿਰ ਉਹਦੇ 'ਚੋਂ ਪੌਣਾ ਜਹਾਜ਼ ਜਿਹੜਾ ਉਹ ਪੋਜ਼ੀਟਿਵ ਨਿਕਲ ਆਵੇ। ਇਹ ਕੀ ਕਹਾਣੀ ਹੈ? ਨਹੀਂ, ਲੋਕ ਹੈਰਾਨ ਨੇ, ਪਰੇਸ਼ਾਨ ਵੀ ਨੇ। ਤੇ ਅਸੀਂ ਇੱਕ ਬੇਨਤੀ ਹੋਰ ਕਰਨ ਲੱਗੇ ਹਾਂ, ਜੇ ਕਿਸੇ ਨੇ ਟਿਕਟ ਲਈ ਆ ਕਿ ਮੈਂ ਵਿਆਹ ਜਾਣਾ ਹੈ ਜਾਂ ਕਿਸੇ ਸਮਾਗਮ ਤੇ ਜਾਣਾ ਵੀ ਭਾਈ 5 ਤਰੀਕ ਨੂੰ ਸਮਾਗਮ ਹੈ ਤੇ ਆਪਾਂ 2 ਨੂੰ ਉਤਰਾਂਗੇ, 3 ਨੂੰ ਲੀੜੇ ਲੱਤੇ ਸਵਾ ਲੈਣੇ ਆ, 4 ਨੂੰ ਮਿਲ ਜਾਣੇ, 5 ਨੂੰ ਪਾ ਕੇ ਭੰਗੜੇ ਪਾਵਾਂਗੇ। ਭਾਰਤ ਸਰਕਾਰ ਨੇ ਨਵਾਂ ਨਿਯਮ ਲਾਗੂ ਕਰਤਾ ਕਿ ਭਾਈ ਤੁਸੀਂ ਵਿਦੇਸ਼ ਤੋਂ ਆਉਣੇ ਆ ਤਾਂ ਭਾਰਤ ਦੇ ਵਿੱਚ ਆ ਕੇ ਘੱਟੋ ਘੱਟ ਤੁਹਾਨੂੰ 7 ਦਿਨ ਇਕਾਂਤਵਾਸ ਦੇ ਵਿੱਚ ਰਹਿਣਾ ਪਊਗਾ, ਕੁਆਰੰਟੀਨ ਰਹਿਣਾ ਪਊਗਾ ਕਿ ਤੁਸੀਂ ਕਿਸੇ ਵੀ ਜਨਤਕ ਸਮਾਗਮ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ। ਜਾਣੀ ਜਾਂ ਤਾਂ ਤੁਸੀਂ 15-20 ਦਿਨ ਪਹਿਲਾਂ ਦੀ ਟਿਕਟ ਲਾਓ, ਫਿਰ ਗੱਲ ਬਣਦੀ ਹੈ। ਦੂਸਰਾ, ਨਹੀਂ, ਇਹਦੇ 'ਚ ਇਹ ਵੀ ਕਲੀਅਰ ਕਰਦੇ ਵੀ ਜੇ ਤੁਸੀਂ ਜਾ ਰਹੇ ਹੋ ਉੱਥੇ ਟੈਸਟ ਤੁਹਾਡਾ ਨੈਗੇਟਿਵ ਆ ਜਾਂਦਾ, ਫਿਰ ਵੀ 100% ਕੋਈ ਵੀ ਬੰਦਾ ਸੋਚ ਲੈਂਦਾ ਵੀ ਨਹੀਂ ਜੇ ਟੈਸਟ ਠੀਕ ਆ ਗਿਆ ਫਿਰ ਉਹਨਾਂ ਜਾਣ ਦੇਣਾ, ਇੱਦਾਂ ਨਹੀਂ ਹੈਗਾ ਸਾਰਿਆਂ ਨੂੰ। ਇੱਕ ਲਿਸਟ ਹੋਰ ਹੈ ਜ਼ਿਆਦਾ ਸੰਵੇਦਨਸ਼ੀਲ ਦੇਸ਼ਾਂ ਦੀ, ਜਿਹੜੇ ਉਸ ਕੈਟਾਗਰੀ 'ਚ ਰੱਖੇ ਆ। ਉੱਥੋਂ ਜਿਹੜਾ ਵੀ ਬੰਦਾ ਆਉਂਦਾ ਹੈ ਉਹ ਏਅਰਪੋਰਟ ਤੇ ਬੈਠੂਗਾ, ਏਅਰਪੋਰਟ ਤੇ ਉਹਦਾ ਟੈਸਟ ਹੋਊਗਾ, ਏਅਰਪੋਰਟ ਤੇ ਟੈਸਟ ਦੀ ਰਿਪੋਰਟ ਦੀ ਤੁਹਾਨੂੰ ਇੰਤਜ਼ਾਰ ਕਰਨੀ ਪਊਗੀ। ਜੇ ਤੁਹਾਡਾ ਟੈਸਟ
ਨੈਗੇਟਿਵ ਆਉਂਦਾ ਤਾਂ ਤੁਸੀਂ ਇਕਾਂਤਵਾਸ ਹੋਣ ਦੇ ਲਈ ਵੀ ਫੇਜ ਆ ਸਕਦੇ ਆ। ਜੇ ਪੋਜ਼ਿਟਿਵ ਆ ਜਾਂਦਾ ਤਾਂ ਫਿਰ ਤੁਹਾਡੇ ਨਾਲ ਕਹਾਣੀ ਹੋਰ ਹੋਊਗੀ। ਨਹੀਂ ਫਿਰ ਤਾਂ ਐਂਬੂਲੈਂਸ ਬਾਹਰ ਡੱਕੀ ਹੋਣੀ ਅਗਲਿਆਂ ਨੇ। ਸੋ ਇਹ ਇੱਕ ਕਹਾਣੀ ਹੈ ਨਵੀਂ, ਇਹ ਇਸ ਕਰਕੇ ਅਸੀਂ ਬੇਨਤੀ ਕਰ ਰਹੇ ਹਾਂ ਕਿਉਂਕਿ ਪੰਜਾਬ 'ਚ ਵੀ ਸੁਣਨ ਵਾਲਿਆਂ ਨੂੰ ਉਡੀਕ ਹੁੰਦੀ ਹੈ ਵੀ ਬੰਦਿਆਂ ਨੇ ਬਾਹਰੋਂ ਆਉਣਾ ਜੀ, ਤੇ ਜਿਹੜੇ ਬਾਕੀ ਦੇਸ਼ਾਂ 'ਚ ਕਿਉਂਕਿ ਸਾਰੀ ਦੁਨੀਆ 'ਚ ਪੰਜਾਬੀ ਸੁਣਦੇ ਨੇ ਤਾਂ ਉਹਨਾਂ ਨੂੰ ਜ਼ਰੂਰ ਬੇਨਤੀ ਕਰਦੀ ਹੈ ਕਿ ਜਿੱਥੋਂ ਵੀ ਤੁਸੀਂ ਇਸ ਵਕਤ ਮਨ ਬਣਾਇਆ ਉੱਧਰ ਜਾਣ ਦਾ, ਉਹਦੇ 'ਚ ਆਹ ਵਾਲੀ ਜਿਹੜੀ ਅਪਡੇਟ ਹੈ ਇਹਦਾ ਜ਼ਰੂਰ ਧਿਆਨ ਰੱਖਿਓ, ਫਿਰ ਨਾ ਉੱਥੇ ਜਾ ਕੇ ਖੱਜਲ ਹੋਣਾ ਪਵੇ। ਇੱਕ ਸੰਧਾਲੀਆ ਸਾਹਿਬ ਜਾਂਦੇ ਜਾਂਦੇ ਗੱਲ, ਕਾਨਪੁਰ ਦਾ ਇੱਕ ਵਪਾਰੀ ਸੀ ਮਨੀਸ਼, ਉਹ ਆਪਣੇ 3 ਦੋਸਤਾਂ ਦੇ ਨਾਲ ਘੁੰਮਣ ਗਿਆ ਸੀ ਯੂਪੀ ਦੇ ਵਿੱਚ ਹੀ। ਉੱਥੇ ਇੱਕ ਹੋਟਲ ਦੇ ਵਿੱਚ ਰਾਤ ਨੂੰ ਪੁਲਿਸ ਵਾਲਿਆਂ ਨੇ ਰੇਡ ਕੀਤੀ, ਉਹਨੇ ਕਿਤੇ ਸਵਾਲ ਪੁੱਛ ਲਿਆ ਹੋਊਗਾ ਤਾਂ ਮੁੜ ਕੇ ਬੰਦੇ ਦੇ ਪ੍ਰਾਣ ਪਖੇਰੂ ਉੜਿਓ ਸੀ। ਉਹਦੀ ਘਰ ਵਾਲੀ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮੇਰੇ ਘਰ ਵਾਲੇ ਨੂੰ ਇਨਸਾਫ ਦਿਓ ਭਾਈ, ਨਿੱਕੇ ਨਿੱਕੇ ਨਿਆਣੇ ਨੇ। ਫਿਰ ਇੱਕ ਵੀਡੀਓ ਲੀਕ ਹੋਈ ਸੀ, ਉਹਨੂੰ ਪੁਲਿਸ ਦੇ 2 ਵੱਡੇ ਅਫਸਰ ਆਪਣੇ ਕੋਲੇ ਸੱਦ ਕੇ, ਨਿਆਣੇ ਉਹਦੇ ਕੋਲ ਸੀ, ਕੀ ਕਰਨਾ ਤੂੰ, ਤੈਨੂੰ ਕੋਈ ਨੌਕਰੀ ਦਾ ਪ੍ਰਬੰਧ ਕਰ ਦਿੰਨੇ ਆ, ਥੋੜੇ ਪੈਸੇ ਲੈ ਦਿੰਨੇ ਆ, ਛੱਡ ਪਰਾਂ ਇੰਨੇ ਪੁਲਿਸ ਵਾਲਿਆਂ ਦੀ ਜਿਹੜੀ ਆ ਜ਼ਿੰਦਗੀ ਦਾ ਸਵਾਲ ਹੈ, ਬਣਨਾ ਕੁਛ ਐਵੇਂ ਖੱਜਲ ਹੁੰਦੀ ਰਹੂੰਗੀ। ਆਪਾਂ ਬਾਰ-ਬਾਰ ਖਬਰ ਕੀਤੀ ਸੀ। CBI ਦੇ ਕੋਲ ਕੇਸ ਗਿਆ ਸੀ ਕਿਉਂਕਿ ਮੀਡੀਆ ਨੇ ਚੱਕਿਆ ਬਹੁਤ ਸੀ ਕਿ ਇੱਕ ਬੰਦਾ ਘੁੰਮਣ ਗਿਆ, ਅੱਧੀ ਰਾਤ ਨੂੰ ਪੁਲਿਸ ਦੀ ਰੇਡ ਹੁੰਦੀ ਹੈ ਹੋਟਲ ਦੇ ਵਿੱਚ, ਉਹ ਸਵਾਲ ਪੁੱਛਦਾ ਕਿਉਂ ਤੰਗ ਕਰਦੇ ਆ, ਤੇ ਉਹਨੂੰ ਕੁੱਟ-ਕੁੱਟ ਮਾਰ ਦਿੱਤਾ ਜਾਂਦਾ। ਤੇ ਹੁਣ ਅੱਧੀ ਦਰਜਨ ਤੋਂ ਵੱਧ ਯੂਪੀ ਪੁਲਿਸ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਤੇ CBI ਨੇ ਦੋਸ਼ ਸ਼ਾਇਦ ਕਰ ਦਿੱਤੇ ਆ ਕਿ ਭਾਈ ਇਹਨਾਂ ਨੇ ਬੰਦਾ ਕਤਲ ਕੀਤਾ। ਇਦਾਂ ਦੇ ਮਸਲੇ ਜਿਹੜੇ ਆ ਦੇਸ਼ ਦੇ ਵਿੱਚ ਉਹ ਸੁਲਝਾਉਣੇ ਬਹੁਤ ਜ਼ਰੂਰੀ ਨੇ ਕਿ ਭਾਈ ਪੁਲਿਸ ਕਰਦੀ ਕੀ ਹੈ, ਉਹਨਾਂ ਦਾ ਕੰਮ ਕਰਨ ਦਾ ਢੰਗ ਕੀ ਹੈ। ਇਦਾਂ ਦੇ ਕੰਮਾਂ ਦੇ ਉੱਤੇ ਕਾਬੂ ਪਾ ਲੈਣ ਸੂਬਾ ਤੇ ਕੇਂਦਰ ਸਰਕਾਰ ਦੀਆਂ ਸਰਕਾਰਾਂ ਨਾਲ ਮਿਲ ਕੇ, ਲੋਕਾਂ ਦੇ ਅੱਧੇ ਦੁੱਖ ਦੂਰ ਹੋ ਜਾਣ। ਤੇ ਮੇਰੇ ਖਿਆਲ ਨਾਲ ਇਹੋ ਜਿਹੀਆਂ ਉਦਾਹਰਨਾਂ ਜੇ 5-4 ਸੈੱਟ ਹੋ ਜਾਣ ਤੇ ਉਹਦੇ ਨਾਲ ਜਿਹੜੇ ਬੰਦੇ ਨੂੰ ਥੋੜਾ ਜਿਹਾ ਆਪਣੀ ਕੁਰਸੀ ਦਾ, ਵਰਦੀ ਦਾ, ਟੌਰ ਟੱਪੇ ਦਾ, ਜਿਹਦਾ ਵੀ ਹੰਕਾਰ ਹੁੰਦਾ, ਉਹ ਆਪੇ ਘਟ ਜੂਗਾ ਜੀ। ਚੱਲੀਏ ਹੁਣ, ਬਹੁਤ ਸ਼ੁਕਰੀਆ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੇ ਸਾਡੀ ਕੋਸ਼ਿਸ਼ ਜਿਹੜੀ ਹੁੰਦੀ ਆ ਉਹ ਇਹ ਹੁੰਦੀ ਹੈ ਕਿ ਜੋ ਖਬਰ ਜਿਵੇਂ ਜਿੱਦਾਂ ਹੈ ਉਹ ਐਜ਼ ਇਟ ਇਜ਼ ਤੁਹਾਡੇ ਤੱਕ ਪਹੁੰਚਾ ਦੇਣੀ ਹੈ। ਉਹਦੇ 'ਚ ਕੀ ਝੋਲ ਆ, ਕੀ ਤੁਹਾਨੂੰ ਲੱਗਦਾ, ਉਹ ਤੁਹਾਡੀ ਐਕਸਪ੍ਰੈਸ਼ਨ ਨੇ। ਹਾਂ, ਤੁਸੀਂ ਟਿੱਪਣੀ ਕਰਕੇ ਬਾਅਦ ਦੇ ਵਿੱਚ ਕਮੈਂਟ ਦੇ ਰੂਪ ਵਿੱਚ ਉਹਨੂੰ ਲਿਖ ਸਕਦੇ ਹੋ। ਅੱਗੇ ਚੰਗਾ ਲੱਗੇ ਤਾਂ ਪ੍ਰੋਗਰਾਮ ਸ਼ੇਅਰ ਕਰ ਦੇਣਾ। ਤੁਹਾਡਾ ਬੜਾ ਧੰਨਵਾਦ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।